ਮੇਰੇ ਸ਼ੋਅ ਹੀ ਮੈਂ ਬੇਸ ਉਹਦੇ ਉੱਪਰ ਕਰਦਾ ਹੁੰਦਾ ਕਿ ਜਿੱਦਾਂ ਤੁਸੀਂ ਅਕਾਲ ਚੈਨਲ ਨੂੰ ਸਪੋਰਟ ਕਰਦੇ, ਸਾਡਾ ਵੀ ਫਰਜ਼ ਬਣਦਾ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਿਟਰਨ ਦੇ ਵਿੱਚ ਮੈਂ ਤੁਹਾਡੀ ਸੇਵਾ ਕਰ ਸਕਾਂ। ਉਮੀਦ ਰੱਖਦਾ ਕਿ ਤੁਸੀਂ ਸ਼ੋਅ ਇੰਜੋਏ ਕਰਦੇ ਹੋ। ਪਲੀਜ਼ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਕੋਈ ਬਿਮਾਰੀ, ਅੱਜ ਮੇਰਾ ਸ਼ੋਅ ਹੈਗਾ ਡਾਕਟਰ ਰਾਜ ਬੇਜ ਦੇ ਨਾਲ ਐਵਰੀ ਟਿਊਜ਼ਡੇ 11 ਤੋਂ 12। ਬਹੁਤ ਲੋਕ ਮੈਨੂੰ ਪਹਿਲਾਂ ਰਿੰਗ ਕਰ ਲੈਂਦੇ ਨੇ, ਮੈਨੂੰ ਪੁੱਛਦੇ ਭਾਜੀ ਇਹ ਬਿਮਾਰੀ ਦਾ ਪੁੱਛ ਲਈ, ਮੈਂ ਟੀ ਵੀ 'ਤੇ ਆਉਣਾ ਚਾਹੁੰਦਾ, ਜਾਂ ਉਹ ਸ਼ਾਇਦ ਫੀਲ ਕਰਦੇ ਨੇ। ਬਾਈ ਆਲ ਮੀਨਸ ਪਲੀਜ਼ ਤੁਸੀਂ ਮੈਨੂੰ ਕਾਲ ਕਰਕੇ ਆਪਣੀ ਬਿਮਾਰੀ ਦੱਸ ਦਿਓ, ਅਸੀਂ ਉਹਦੇ ਬਾਰੇ ਚਰਚਾ ਕਰਾਂਗੇ ਅਤੇ ਇਲਾਜ ਵਗੈਰਾ ਦੱਸਾਂਗੇ ਜੋ ਵੀ ਹੋਏਗਾ। ਬਾਕੀ ਮੈਨੂੰ ਇੱਕ ਹੋਰ ਮੇਰੀ ਬੜੀ ਆਦਤ ਹੈ, ਮੈਂ ਆਪਣੀ ਬਹੁਤ ਗੱਲ ਘੱਟ ਕਰਦਾ ਕਿਉਂਕਿ ਡਾਕਟਰ ਜੀ ਬੈਠੇ ਨੇ ਮੇਰੇ ਨਾਲ, ਉਹਨਾਂ ਦਾ ਮੈਂ ਫਾਇਦਾ ਉਠਾਉਣਾ ਅਤੇ ਉਹਨਾਂ ਦਾ ਸਵਾਗਤ ਕਰਕੇ ਅਸੀਂ ਸ਼ੋਅ ਅੱਗੇ ਲੈ ਕੇ ਜਾਣਾ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਭਾਜੀ ਤੁਹਾਨੂੰ ਦੇਖ ਕੇ ਉਹਦਾ ਰੌਣਕ ਚੜ੍ਹ ਜਾਂਦੀ ਹੈ ਕਿ ਤੁਸੀਂ ਆਏ ਹੋ। ਹਾਂਜੀ ਹਾਂਜੀ, ਡਾਕਟਰ ਕੋਲ ਬੈਠਾ ਹੋਵੇ ਤਾਂ ਹੌਸਲਾ ਥੋੜ੍ਹਾ ਜਿਹਾ ਭਾਜੀ ਹੁੰਦਾ ਹੈ। ਤੁਸੀਂ ਕਰੋ ਬਾਈ, ਸੱਚੀ ਬੜਾ ਫਰਕ ਪੈਂਦਾ, ਰੀਅਲੀ ਬਹੁਤ ਫਰਕ ਪੈਂਦਾ ਹੈਗਾ ਕਿਉਂਕਿ ਖੁੱਲ੍ਹ ਕੇ ਗੱਲ ਹੋ ਜਾਂਦੀ ਹੈ। ਹੁਣ ਕਈ ਦਫਾ ਸਾਡੀਆਂ ਪਰਸਨਲ ਗੱਲਾਂ ਹੁੰਦੀਆਂ ਨੇ, ਮੇਰੇ ਦਿਮਾਗ 'ਚ ਡਾਕਟਰ ਜੀ ਆਉਣਗੇ, ਮੈਂ ਗੱਲ ਕਰਾਂਗਾ ਅਤੇ ਬੜੀ ਸੈਟਿਸਫੈਕਸ਼ਨ। ਅਗਰ ਤੁਹਾਡੇ ਦਿਲ 'ਚ ਨਾ ਡਾਕਟਰ ਜੀ ਕੀ ਗੱਲ ਤੁਸੀਂ ਕਨਫਰਮ ਕਰਿਓ ਕਿ ਤੁਹਾਡੇ ਦਿਲ 'ਚ ਕੋਈ ਸ਼ੱਕ ਹੁੰਦਾ, ਅਸੀਂ ਵਹਿਮ ਲੈ ਕੇ ਬੈਠ ਜਾਂਦੇ ਹਾਂ, ਉਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ। ਹਾਂਜੀ ਦੈਟਸ ਰਾਈਟ, ਨੈਗੇਟਿਵ ਥਿੰਕਿੰਗ ਜਿੰਨਾ ਤੁਹਾਡਾ ਸ਼ੱਕ ਤੁਸੀਂ ਦੂਰ ਕਰ ਦਿੰਦੇ ਹੋ, ਬੰਦਾ ਸ਼ਾਂਤ ਹੋ ਜਾਂਦਾ। ਉਹ ਤੁਸੀਂ ਮੇਰੇ ਲਈ ਕਰ ਦਿੰਦੇ ਹੋ। ਹਾਂਜੀ ਹਾਂਜੀ, ਹਮੇਸ਼ਾ ਕੋਸ਼ਿਸ਼ ਕਰੀਦੀ ਵੀ ਪੋਜ਼ੀਟਿਵ ਵਾਈਬ੍ਰੇਸ਼ਨ ਦਈਏ। ਅਤੇ ਕਈ ਵਾਰੀ ਲੋਕ ਜੀਪੀ ਕੋਲ ਜਾਂਦੇ ਆ ਤਾਂ ਉਹਨਾਂ ਨੂੰ ਸਮਝ ਕੇ ਹੋਰ ਡਰ ਪੈ ਜਾਂਦਾ ਆ। ਹਾਂਜੀ, ਉਹ ਕਹਿੰਦੇ ਤੁਹਾਨੂੰ ਇਹ ਬਿਮਾਰੀ ਆ ਜਾਂ ਕੋਈ ਨਾਂ ਇੱਦਾਂ ਦਾ ਦੱਸਦੇ, ਉਹ ਬੜਾ ਭਿਆਨਕ ਜਿਹਾ ਨਾਂ ਲੱਗਦਾ ਬਿਮਾਰੀ ਦਾ, ਵਿੱਚੋਂ ਹੁੰਦਾ ਕੁਛ ਵੀ ਨਹੀਂ। ਹਾਂਜੀ ਭਾਜੀ ਵੱਡੀ ਗੱਲ ਮੈਂ ਪਰਸਨਲ ਗੱਲ, ਉਹਦਾ ਸਾਰੇ ਦੀ ਆਦਤ ਹੁੰਦੀ ਹੈ ਜਦੋਂ ਤੁਸੀਂ ਦੌੜੇ ਭੱਜੇ ਫਿਰਦੇ ਹੋ ਦਿਨ ਦੇ ਟਾਈਮ 'ਤੇ ਬੰਦਾ ਥੋੜ੍ਹਾ ਬਹੁਤਾ ਨਾ ਉਹਦਾ ਮਾਈਂਡ ਹੋਰ ਪਾਸੇ ਹੋ ਜਾਂਦਾ। ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਇਕੱਲੇ ਨਾ, ਉਹ ਜਿਹੜੀ ਚੀਜ਼ ਤੁਹਾਡੇ ਦਿਮਾਗ 'ਚ ਬੈਠ ਜਾਂਦੀ ਉਹ ਤੁਹਾਨੂੰ ਸੌਣ ਨਹੀਂ ਦਿੰਦੀ। ਹਾਂਜੀ ਹਾਂਜੀ, ਉਹ ਸਾਰਿਆਂ ਨੂੰ ਭੈੜੀ ਚੀਜ਼ ਆ। ਹਾਂ, ਜੇ ਤੁਸੀਂ ਰਾਤ ਨੂੰ ਨੈਗੇਟਿਵ ਥੋਟ ਲੈ ਲੈਂਦੇ ਆ, ਉਹ ਫਿਰ ਤੁਹਾਡੇ ਦਿਮਾਗ 'ਚ ਘੁੰਮਦੀ ਰਹਿੰਦੀ ਆ ਜੀ। ਇਸੇ ਕਰਕੇ ਗੁਰੂ ਸਾਹਿਬ ਨੇ ਦੱਸਿਆ ਫਿਰ ਥੋੜ੍ਹਾ ਜਿਹਾ ਪਾਠ ਕਰਨਾ ਸ਼ਾਮ ਨੂੰ ਸੌਣ ਵੇਲੇ, ਹੈ ਨਾ। ਬਿਲਕੁਲ, ਬੜੀ ਤਾਕਤ ਹੈ ਉਹਦੇ ਵਿੱਚ। ਹਾਂਜੀ ਹਾਂਜੀ, ਉਹ ਚੰਗਾ ਵਾਈਬ੍ਰੇਸ਼ਨ ਮਿਲਦਾ ਹੈ, ਚੰਗੀ ਰਾਤ ਲੰਘ ਜਾਂਦੀ ਹੈ। ਡਾਕਟਰ ਜੀ ਲਾਸਟ ਟਾਈਮ ਤੁਹਾਡਾ ਟੌਪਿਕ ਬੜਾ ਇੰਟਰਸਟਿੰਗ ਸੀਗਾ। ਹਾਂਜੀ ਹਾਂਜੀ, ਹਰਨੀਆਂ ਬਾਰੇ। ਹਾਂ, ਅਤੇ ਲੋਕਾਂ ਦੇ ਬੜੇ ਕਾਲ ਆਏ, ਲੇਕਿਨ ਮਤਲਬ ਆਪਾਂ ਥੋੜ੍ਹੀ ਮਿਸ ਕਰ ਗਏ। ਲੋਕ ਕਹਿੰਦੇ ਤੁਸੀਂ ਬੜਾ ਅੱਛਾ ਦੱਸਿਆ, ਲੇਕਿਨ ਉਹਦਾ ਇਲਾਜ ਹੈਗਾ ਕਿ ਨਹੀਂ ਹੈਗਾ। ਹਾਂਜੀ ਹਾਂਜੀ, ਦੈਟਸ ਰਾਈਟ। ਹਾਂਜੀ, ਸੋ ਕਈ ਕਾਲ ਆਉਂਦੇ ਆ ਵੀ ਸਾਨੂੰ ਹਰਨੀਆਂ ਹੋਇਆ, ਵੀ ਦਵਾਈ ਦਿਓ ਸਾਨੂੰ, ਹੈ ਨਾ। ਅਤੇ ਇੱਥੇ ਮੈਂ ਹੁਣ ਕਲੀਅਰ ਕਰ ਦਿੰਦਾ ਵੀ ਜਿੱਥੇ ਹਰਨੀਆਂ ਵੱਡਾ ਆ ਅਤੇ ਉੱਥੇ ਉਹ ਆਪਰੇਸ਼ਨ ਕਰਨਾ ਪੈਂਦਾ ਹੈ, ਅਤੇ ਉਹਦੇ ਉੱਤੇ ਜਾਲੀ ਲਾ ਦਿੰਦੇ ਆ, ਇੰਟਰਨਲੀ ਅੰਦਰਲੇ ਪਾਸੇ ਜਾਲੀ ਲਾ ਦਿੰਦੇ ਆ, ਜਿਹਦੇ ਨਾਲ ਉਹ ਹਰਨੀਆਂ ਬੰਦ ਹੋ ਜਾਂਦਾ ਹੈ। ਅੱਛਾ। ਹਾਂ, ਮੈਸ਼ ਹੁੰਦੀ ਹੈ, ਉਹ ਉੱਤੇ ਲਾ ਦਿੰਦੇ ਆ ਅਤੇ ਉਹ ਫਿਰ ਦੁਬਾਰਾ ਨਾ ਖੁੱਲ੍ਹੇ। ਅਤੇ ਹੁਣ ਇਹੀ ਨਵਾਂ ਤਰੀਕਾ ਆ। ਇਹ ਮਾਈਨਰ ਸਰਜਰੀ ਔਰ ਮੇਜਰ ਸਰਜਰੀ? ਨਹੀਂ, ਮਾਈਨਰ ਸਰਜਰੀ ਆ। ਮਾਈਨਰ ਸਰਜਰੀ ਆ, ਦੈਟਸ ਰਾਈਟ। ਅਤੇ ਸੋ ਇੰਨੀ ਸਵੇਰ ਨਹੀਂ ਹੈਗੀ। ਅਤੇ ਇਹਦੇ ਲਈ ਹੁਣ ਜੇ ਤਾਂ ਛੋਟਾ ਜਿਹਾ ਹੋਵੇ ਹਰਨੀਆਂ, ਉਹ ਤਕਰੀਬਨ ਆਪਣੇ ਆਪ ਵੀ ਠੀਕ ਹੋ ਸਕਦਾ ਆ। ਹਾਂਜੀ, ਇਨ ਟਾਈਮ ਤੁਸੀਂ ਪ੍ਰੈਸ਼ਰ ਨਾ ਪਾਓ ਉਹਦੇ ਉੱਤੇ, ਹੈ ਨਾ, ਭਾਰੀਆਂ ਚੀਜ਼ਾਂ ਨਾ ਚੁੱਕੋ, ਅਤੇ ਆਪਣੇ ਆਪ ਬਾਡੀ ਹੀਲ ਕਰ ਲੈਂਦੀ, ਛੋਟਾ ਹੋਵੇ ਜੇ ਹਰਨੀਆਂ। ਡਾਕਟਰ ਜੀ ਥੋੜ੍ਹਾ ਰਿਮਾਈਂਡ ਕਰੋ, ਉਹਦੇ ਅਰਲੀ ਸਾਈਨਸ ਕੀ, ਸਿੰਪਟਮਸ ਕੀ ਆ ਉਹਦੇ? ਅਰਲੀ ਸਿੰਪਟਮਸ ਇਹੀ ਆ ਵੀ ਤੁਹਾਨੂੰ ਪੇਟ ਵਿੱਚ ਇੱਕ ਲੰਪ ਜਿਹਾ ਫੀਲ ਹੋਣ ਲੱਗ ਪੈਂਦਾ ਆ। ਹਾਂਜੀ, ਜਦੋਂ ਤੁਸੀਂ ਟੋਨਦੇ ਆ ਢਿੱਡ ਨੂੰ ਅਤੇ ਉੱਥੇ ਤੁਹਾਨੂੰ ਲੰਪ ਜਿਹਾ ਬਾਹਰ ਨਿਕਲਿਆ ਲੱਗਦਾ ਆ। ਹਾਂਜੀ, ਪੋਲਾ ਜਿਹਾ। ਪੇਨ ਹੁੰਦੀ? ਪੇਨ ਹੋ ਸਕਦੀ ਉਹਦੇ ਵਿੱਚ। ਹਾਂਜੀ, ਦੈਟਸ ਰਾਈਟ। ਅਤੇ ਜੇ ਤੁਸੀਂ ਉਹਨੂੰ ਪ੍ਰੈਸ ਕਰਦੇ ਹੋ, ਉਹ ਵਾਪਸ ਅੰਦਰ ਨੂੰ ਚੱਲੇ ਜਾਂਦਾ ਹੈ, ਸੌਫਟ ਹੁੰਦਾ ਹੈ ਨਾ। ਦੈਟਸ ਰਾਈਟ। ਸੋ ਉਹ ਤੋਂ ਬਾਅਦ ਕਿ ਇਮੀਡੀਏਟਲੀ ਤੁਹਾਨੂੰ ਮੈਡੀਕਲ ਐਡਵਾਈਸ ਲੈਣੀ ਚਾਹੀਦੀ? ਹਾਂਜੀ, ਉਹ ਚੈੱਕ ਕਰਾ ਲੈਣਾ ਚਾਹੀਦਾ ਵੀ ਉਹ ਹੈਗਾ ਹਰਨੀਆਂ ਹੀ ਜਾਂ ਕੁਛ ਹੋ ਰਿਹਾ, ਹੈ ਨਾ, ਕਿ ਹੋਰ ਕੁਛ ਵੀ ਨਿਕਲ ਸਕਦਾ। ਅਤੇ ਇੱਥੇ ਦਵਾਈਆਂ ਬਹੁਤ ਘੱਟ ਕੰਮ ਕਰਦੀਆਂ ਆ। ਸੋ ਮੈਂ ਇਹੀ ਦਰਸ਼ਕਾਂ ਨੂੰ ਕਹੂੰਗਾ ਵੀ ਜੇ ਤੁਹਾਡਾ ਹਰਨੀਆ ਕਾਫੀ ਵੱਡਾ ਆ ਤਾਂ ਤੁਸੀਂ ਦਵਾਈਆਂ 'ਤੇ ਆਪਣਾ ਪੈਸਾ ਖਰਾਬ ਨਾ ਕਰੋ, ਅਤੇ ਉਹ ਸਰਜੀਕਲ ਕੇਸ ਹੁੰਦਾ, ਉਹਦਾ ਆਪਰੇਸ਼ਨ ਹੋਣਾ ਹੁੰਦਾ। ਡਾਕਟਰ ਜੀ ਕਿੰਨੀ ਦੇਖੋ, ਮੈਂ ਹਮੇਸ਼ਾ ਲੋਕਾਂ ਨੂੰ, ਤੁਸੀਂ ਜਿੰਨੇ ਦੇਖਦੇ ਹੋ ਪਲੀਜ਼ ਹਮੇਸ਼ਾ ਪ੍ਰੋਗਰਾਮ ਦੇਖਿਆ ਕਰੋ, ਕੋਈ ਨਾ ਕੋਈ ਐਡਵਾਈਸ ਮਿਲਦੀ ਹੈ। ਦਿਸ ਇਜ਼ ਸੱਚ ਅ ਗੁੱਡ ਐਡਵਾਈਸ, ਜਿੱਦਾਂ ਦੱਸਿਆ ਕਿ ਤੁਸੀਂ ਹੁਣ ਆਪਣਾ ਟਾਈਮ ਵੇਸਟ ਕਰੋਗੇ, ਮੈਡੀਸਨ ਖਾਓਗੇ, ਮੇ ਵੀ ਇਲਾਜ ਹੋ ਜਾਏਗਾ ਇਵੈਂਚੁਅਲੀ, ਥੋੜ੍ਹੇ ਮਹੀਨੇ ਲੱਗਣਗੇ, ਪਰ ਤੁਹਾਨੂੰ ਉਹਦਾ ਸ਼ਾਰਟਕਟ ਹੈਗਾ ਕਿ ਉਹਦਾ ਆਪਰੇਸ਼ਨ ਕਰਾਉਣਾ। ਮਾਈਨਰ ਆਪਰੇਸ਼ਨ। ਦੈਟਸ ਰਾਈਟ। ਬਾਕੀ ਓਬਵੀਅਸਲੀ ਤੁਸੀਂ ਹਮੇਸ਼ਾ ਆਪਣੀ ਮੈਡੀਕਲ ਐਡਵਾਈਸ ਲੈਣੀ ਹੋ, ਚੈੱਕ ਲੈ ਕੇ ਕਰੋ। ਇਹ ਵੀ ਡਾਕਟਰ ਜੀ ਦੀ ਐਡਵਾਈਸ ਹੈਗੀ ਹੈ। ਕਈ ਦਫਾ ਬਹੁਤ ਲੋਕ ਆਪਣਾ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਨੇ, ਬਾਈ ਆਲ ਮੀਨਸ ਤੁਸੀਂ ਕਰੋ। ਡਾਕਟਰ ਜੀ ਬਹੁਤ ਅੱਛਾ ਲੱਗਿਆ ਕਿ ਤੁਸੀਂ ਥੋੜ੍ਹੇ ਬਹੁਤੇ ਕੁਐਸਚਨ ਸੀਗੇ ਕਲੀਅਰ ਕੀਤੇ ਨੇ। ਹੁਣ ਸੈਕਿੰਡ ਕੁਐਸਚਨ ਇੱਕ ਹੋਰ ਹੈਗਾ, ਤੁਸੀਂ ਸਾਰਿਆਂ ਨੇ ਇੱਕ ਬੜੀ ਵੱਡੀ ਗੱਲ ਹੈ, ਅਕਾਲ ਚੈਨਲ ਬੜੀ ਜੋ ਵੀ ਨਿਊਜ਼ ਇੰਗਲਿਸ਼ ਚੈਨਲ 'ਤੇ ਆਉਂਦੀ ਹੈ, ਅਸੀਂ ਉਹ ਪਹਿਲਾਂ ਹਰ ਦਫਾ ਕੋਸ਼ਿਸ਼ ਕਰਦੇ ਹਾਂ ਕਿ ਇਮੀਡੀਏਟਲੀ ਤੁਹਾਡੇ ਲੋਕਾਂ ਤੱਕ ਪਹੁੰਚਾਈ ਜਾਵੇ। ਹੁਣ ਐਸੇ ਵੀਕ ਤੋਂ ਚਰਚਾ ਹੋਈ ਸੀਗੀ ਮੰਕੀ ਪੌਕਸ ਦੀ,
ਬਿਮਾਰੀ ਬਾਰੇ ਹਾਲੇ ਲੋਕਾਂ ਨੂੰ ਕੁਝ ਖਾਸ ਨਹੀਂ ਪਤਾ। ਅਗਰ ਜੇ ਡਾਕਟਰ ਜੀ ਮੈਂ ਕਹਾਂ ਕਿ ਜਦੋਂ ਆਪਣੇ ਮੈਡੀਕਲ ਅਫੀਸ਼ੀਅਲ ਗਵਰਨਮੈਂਟ ਦੇ ਹੈਗੇ ਨੇ ਨਾ, ਇਹ ਵੀ ਬੜੀ ਛੇਤੀ ਸਟੇਟਮੈਂਟ ਦੇ ਦਿੰਦੇ ਨੇ, ਪਰ ਹਾਲੇ ਇਹਨਾਂ ਨੇ ਵੀ ਕਿਹੜਾ ਪਤਾ ਹੈ ਬਿਮਾਰੀ ਬਾਰੇ। ਇਹ ਪਹਿਲੀ ਦਫਾ ਹੀ ਹੈ, ਇਹਦੇ ਕੋਈ ਰਿਸਰਚ ਨਹੀਂ ਹੋਇਆ। ਹਾਂਜੀ, ਇਹਦੇ ਬਾਰੇ ਹਾਲੇ ਕਿਸੇ ਨੂੰ ਵੀ ਵਾਲਾ ਨਹੀਂ ਪਤਾ ਹੈਗਾ। ਨਹੀਂ ਪਤਾ ਨਾ, ਹਾਂ। ਦੈਟਸ ਰਾਈਟ। ਹੁਣ ਸਾਇੰਟਿਸਟ ਇਹਦੇ ਬਾਰੇ ਰਿਸਰਚ ਕਰ ਰਹੇ ਆ ਇਸ ਵੇਲੇ, ਤੇ ਜਿੱਦਾਂ ਹੁਣ ਕੇਸ ਹਾਲੇ ਤਾਂ ਥੋੜ੍ਹੇ ਹੋਏ ਆ, ਪਰ ਜਿੱਦਾਂ ਕੇਸ ਵਧੀ ਜਾਂਦੇ ਆ ਉਹਨਾਂ ਆਪਣਾ ਉਹ ਰਿਸਰਚ ਕਰੀ ਜਾਂਦੇ, ਤੇ ਹੌਲੀ ਹੌਲੀ ਹੋਰ ਇਨਫੋਰਮੇਸ਼ਨ ਨਿਕਲੇਗੀ ਇਹਦੇ ਬਾਰੇ। ਤੇ ਇਹ ਹੈਗਾ ਆ ਨੋਰਮਲੀ ਐਨੀਮਲਸ ਨੂੰ ਹੁੰਦਾ ਹੈ, ਪਸ਼ੂਆਂ ਨੂੰ ਹੁੰਦਾ ਹੈ, ਐਨੀਮਲਸ ਨੂੰ, ਮੰਕੀਜ਼ ਨੂੰ, ਖਾਸ ਕਰਕੇ ਮੰਕੀਜ਼ ਨੂੰ, ਤੇ ਰੋਡੈਂਟਸ ਜਿੱਦਾਂ ਮਾਈਸ ਜਾਂ ਰੈਟਸ, ਹਾਂਜੀ, ਚੂਹਿਆਂ ਨੂੰ, ਤੇ ਉਹਨਾਂ ਤੋਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇਨਸਾਨ ਤੋਂ ਟ੍ਰਾਂਸਫਰ ਹੋ ਗਈ ਹੈ। ਇਹ ਵਾਇਰਸ ਹੈਗੀ, ਵਾਇਰਸ ਆ, ਹਾਂਜੀ। ਇਹ ਜਾਸਤੀ ਸੁਣਨ ਚ ਹੈ ਕਿ ਸੈਂਟਰਲ ਅਫਰੀਕਾ, ਵੈਸਟ ਅਫਰੀਕਾ ਤੋਂ ਸ਼ੁਰੂ ਹੋਈ ਹੈ। ਅਫਰੀਕਾ ਤੋਂ ਸ਼ੁਰੂ ਹੋਈ ਆ, ਉੱਥੇ ਕੇਸ ਹੁੰਦੇ ਆ, ਤੇ ਹੁਣ ਇਹ ਕਾਫੀ ਮੁਲਕਾਂ ਵਿੱਚ ਆ ਗਈ ਆ, ਪਰ ਹਰੇਕ ਮੁਲਕ ਵਿੱਚ ਇਸ ਵੇਲੇ ਥੋੜੇ ਕੇਸ ਹੋਏ, ਬਹੁਤੇ ਨਹੀਂ ਹੋਏ। ਪਰ ਯੂਕੇ ਦੇ ਵਿੱਚ 57 ਕੇਸਿਸ, 57 ਕੇਸਿਸ, ਹਾਂਜੀ। ਇੱਕ ਸਕਾਟਲੈਂਡ ਚ ਹੋਇਆ, ਬਾਕੀ ਦੇ ਯੂਕੇ ਦੇ ਵਿੱਚ ਹੈਗੇ ਨੇ। ਸੋ ਹੋਪਫੁਲੀ ਉਹਨਾਂ ਨੂੰ ਆਈਸੋਲੇਟ ਕਰਕੇ ਕੰਟੇਨ ਕਰ ਲੈਣਗੇ, ਤੇ ਉਹ ਨਾ ਬਹੁਤਾ ਸਪਰੈਡ ਹੋਊਗਾ। ਤੇ ਹੁਣ ਤਾਂ ਕਰੋਨਾ ਬਾਅਦ ਇਹਨਾਂ ਨੂੰ ਕਾਫੀ ਐਕਸਪੀਰੀਅੰਸ ਹੋਇਆ ਪਏ ਵਾਇਰਸ ਨਾਲ ਕਿੱਦਾਂ ਡੀਲ ਕਰਨਾ ਹੈ। ਪਰ ਡਾਕਟਰ ਜੀ ਇੱਕ ਮੈਂ ਗੱਲ ਤੁਹਾਨੂੰ ਪੁੱਛਾਂਗਾ, ਕਿਉਂਕਿ ਬੜੀ ਦਫਾ ਜਿੱਦਾਂ ਹੁਣ ਵੀ ਤੁਸੀਂ ਜੇ ਇੰਗਲਿਸ਼ ਚੈਨਲ ਦੇਖਦੇ, ਬੜੇ ਘੱਟ ਲੋਕ ਦੇਖਦੇ, ਜਿਹੜੇ ਨਹੀਂ ਦੇਖਦੇ ਬਜ਼ੁਰਗ, ਉਹਨਾਂ ਲਈ ਅਸੀਂ ਸ਼ੋਅ 'ਚ ਲੈ ਕੇ ਆਉਂਦੇ ਹਾਂ ਦੀ ਗੱਲਾਂ, ਕਿ ਇਹ ਬੜਾ ਮਾਈਲਡ ਹੈਗਾ, ਕਿ ਇੰਨੀ ਛੇਤੀ ਇਨਫੈਕਸ਼ਨ ਨਹੀਂ ਹੁੰਦੀ, ਸਕਿਨ ਨਾਲ ਸਕਿਨ ਲੱਗੇ ਫੇਰ ਹੁੰਦੀ ਹੈ, ਪਰ ਜੇ ਤੁਸੀਂ ਕਿਸੇ ਦੇ ਕੋਲ ਖੜੇ ਹੋ, ਕੋਈ ਕਫ ਕਰੇ, ਉਹਦੇ ਨਾਲ ਵੀ ਹੋ ਸਕਦੀ ਹੈ। ਇਹ ਹਾਲੇ ਦੱਸਿਆ ਨਹੀਂ ਜਾ ਰਿਹਾ। ਬੇਸ਼ੱਕ ਗਵਰਨਮੈਂਟ ਜਿਹੜੇ ਮੈਡੀਕਲ ਅਫੀਸ਼ੀਅਲ ਕਹਿੰਦੇ ਨੇ ਕਿ ਮਾਈਲਡ ਹੈਗਾ, ਬਹੁਤਾ ਡੇਂਜਰਸ ਨਹੀਂ ਹੈਗਾ, ਕਿਸਮਤ ਰੋਂਗ ਪਲੇਸ ਰੋਂਗ ਟਾਈਮ ਤੇ ਮਾੜੀ ਵੀ ਬਣ ਸਕਦੀ ਹੈ। ਇਹਨੂੰ ਤੁਸੀਂ ਆਪਣਾ ਖਿਆਲ ਰੱਖਣਾ ਹੈ। ਬੇਸ਼ੱਕ ਦੀ ਤੁਹਾਨੂੰ ਡਾਕਟਰ ਜਿੱਦਾਂ ਤਾਂ ਤੁਸੀਂ ਕਹਿੰਦੇ ਨੇ ਮਾਈਲਡ ਹੈ, ਕੋਈ ਫਿਕਰ ਕਰਨ ਦੀ ਲੋੜ ਨਹੀਂ, ਪੈਨਿਕ ਨਹੀਂ ਕਰੋ, ਤੇ ਲੋਕੀ ਕੇਅਰਲੈਸ ਹੋ ਜਾਂਦੇ ਨੇ, ਫਿਰ ਬਿਮਾਰੀ ਜ਼ਿਆਦਾ ਵੱਧਦੀ ਹੈ। ਹਾਂਜੀ, ਦੈਟਸ ਰਾਈਟ। ਫਿਕਰ ਇੱਦਾਂ ਪੈਨਿਕ ਵੀ ਨਹੀਂ ਹੋਣਾ ਚਾਹੀਦਾ, ਪੈਨਿਕ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਤੁਸੀਂ ਡਰ ਜਾਂਦੇ ਆ ਫਿਰ ਤੁਹਾਡਾ ਇਮਿਊਨ ਸਿਸਟਮ ਇੱਕਦਮ ਡਾਊਨ ਹੋ ਜਾਂਦਾ ਹੈ, ਹਾਂਜੀ, ਤੇ ਫਿਰ ਤੁਹਾਨੂੰ ਕੋਈ ਵੀ ਵਾਇਰਸ ਅਟੈਕ ਕਰ ਸਕਦਾ ਹੈ। ਪਰ ਐਟ ਦ ਸੇਮ ਟਾਈਮ ਤੁਸੀਂ ਕੇਅਰਲੈਸ ਵੀ ਨਾ ਹੋਵੋ, ਹੈ ਨਾ। ਬਿਲਕੁਲ, ਹਾਂਜੀ। ਤੇ ਮੈਂ ਤਾਂ ਹਾਲੇ ਵੀ ਰეკਮੈਂਡ ਕਰਦਾ ਵੀ ਜੇ ਤੁਸੀਂ ਬਾਹਰ ਜਾਂਦੇ ਹੋ ਸ਼ਾਪਿੰਗ ਕਰਨ, ਤੇ ਮਾਸਕ ਜ਼ਰੂਰ ਪਾਓ। ਬਹੁਤੇ ਲੋਕੀ ਨਹੀਂ ਪਾਉਂਦੇ ਅੱਜ ਕੱਲ੍ਹ, ਤੇ ਉਹ ਕੇਅਰਲੈਸ ਥੋੜ੍ਹਾ ਜਿਹਾ ਹੋ ਜਾਂਦੇ ਆ, ਹਾਂਜੀ। ਤੇ ਹਾਲੇ ਵੀ ਵਾਇਰਸ ਤਾਂ ਹੈਗੀ ਆ, ਕੋਵਿਡ ਵਾਇਰਸ ਵੀ ਹਾਲੇ ਚੱਲਦੀ ਆ, ਪਰ ਹੈਗਾ ਹੁਣ ਓਮੀਕਰੋਨ ਵੈਰਾਈਟੀ ਆ, ਜਿਹੜਾ ਕੁਛ ਮਾਈਲਡ ਆ, ਪਹਿਲੇ ਦੇ ਨਾਲ ਕਾਫੀ ਮਾਈਲਡ ਆ, ਤੇ ਸਿੰਪਟਮ ਉਹਦੇ ਇੰਨੇ ਸੀਵੀਅਰ ਨਹੀਂ ਹੈਗੇ, ਇੰਨੇ ਜ਼ਬਰਦਸਤ ਨਹੀਂ ਹੈਗੇ। ਡਾਕਟਰ ਜੀ ਮੈਂ ਥੋੜ੍ਹੇ ਬਹੁਤੇ ਪਿਕਚਰ ਦੇਖੇ ਨੇ ਮੌਂਕੀ ਪੌਕਸ ਦੀਆਂ, ਜਿਹੜੇ ਸਕਿਨ ਦੇ ਜਿਹੜੇ ਉਹ ਬੱਬਲ ਜਿਹੇ ਆ ਜਾਂਦੇ ਨੇ, ਸਾਰੀ ਬੋਡੀ ਦੇ ਉੱਪਰ ਬੜਾ ਭੈੜੀ ਹਾਲਤ ਹੋ ਜਾਂਦੀ ਸਕਿਨ ਦੀ। ਹਾਂਜੀ, ਇਸ ਕਰਕੇ ਉਹਨੂੰ ਪੌਕਸ ਵਾਇਰਸ ਕਹਿੰਦੇ ਆ ਨਾ, ਜਿੱਦਾਂ ਚਿਕਨ ਪੌਕਸ ਹੁੰਦਾ ਆ, ਸਮੋਲ ਪੌਕਸ ਹੁੰਦਾ ਆ। ਤੇ ਹੁਣ ਉਹ ਸਮੋਲ ਪੌਕਸ ਤਾਂ ਤੁਹਾਨੂੰ ਪਤਾ ਬਹੁਤ ਸੀਵੀਅਰ ਡਿਜ਼ੀਜ਼ ਆ, ਤੇ ਹੁਣ ਬਹੁਤ ਘੱਟ ਹੁੰਦੀ ਹੈ ਦੁਨੀਆ ਵਿੱਚ, ਹਾਂਜੀ, ਕਾਫੀ ਉਹ ਕੰਟਰੋਲ ਹੋਈ ਆ। ਤੇ ਉਸੇ ਤਰ੍ਹਾਂ ਉਹ ਫਿੰਟਸੀਆਂ ਨਿਕਲਦੀਆਂ ਆ ਜਿਹਦੇ ਵਿੱਚ ਪਾਕ ਪਈ ਹੁੰਦੀ ਆ, ਤੇ ਉਹ ਸਾਰੇ ਸਰੀਰ ਤੇ ਹੋ ਸਕਦੀਆਂ, ਤੇ ਦੈਟਸ ਅ ਨਾਸਟੀ ਥਿੰਕ ਅਬਾਊਟ ਪੌਕਸ ਵਾਇਰਸ, ਹਾਂਜੀ। ਤੇ ਉੱਦਾਂ ਇੰਨੇ ਸਿੰਪਟਮ ਨਹੀਂ ਸਵੇਰ ਹੈਗੇ, ਬਾਕੀ ਦੇ ਹੈਡੇਕ ਹੋਏਗਾ, ਹਾਂਜੀ, ਤੇ ਬੁਖਾਰ ਚੜ੍ਹੇਗਾ, ਤੇ ਸਰੀਰ ਜਿਹੜਾ ਉਹਦੇ ਵਿੱਚ ਦਰਦ ਹੋਣਗੇ, ਸਰੀਰ ਟੁੱਟਦਾ ਆ, ਤੇ ਇੱਦਾਂ ਦੇ ਸਿੰਪਟਮ ਤਕਰੀਬਨ ਹੁੰਦੇ ਆ। ਪਰ ਜਿਹੜਾ ਵਰਸ ਸਿੰਪਟਮ ਉਹੀ ਜਿਹੜੀਆਂ ਫਿੰਟਸੀਆਂ ਨਿਕਲਦੀਆਂ ਪਸਟਿਊਲਸ, ਹਾਂਜੀ, ਤੇ ਉਹ ਫਿਰ ਹੌਲੀ ਹੌਲੀ ਸੁੱਕ ਕੇ ਡਰਾਈ ਹੋ ਜਾਂਦੀ ਹੈ। ਡਾਕਟਰ ਜੀ ਜਿਹੜੇ ਫਿਰ ਉਹਦੇ ਦਾਗ ਤਾਂ ਨਹੀਂ ਰਹਿੰਦੇ ਬੋਡੀ ਤੇ? ਹਾਂ, ਦਿਸ ਇਜ਼ ਦਾ ਪ੍ਰੋਬਲਮ, ਦਾਗ ਰਹਿ ਜਾਂਦੇ ਆ। ਦਾਗ ਰਹਿ ਜਾਂਦੇ, ਰੀਅਲੀ? ਜਿੱਦਾਂ ਸਮੋਲ ਪੌਕਸ ਦੇ ਦਾਗ ਰਹਿ ਜਾਂਦੇ ਆ, ਤੇ ਇਹਦਾ ਵੀ ਇੱਦਾਂ ਚਾਂਸ ਹੈਗਾ ਵੀ ਦਾਗ ਰਹਿ ਜਾਂਦੇ ਆ। ਡਾਕਟਰ ਤਾਂ ਸਾਰੀ ਬੋਡੀ, ਮੱਥਾ, ਸਿਰ, ਐਵਰੀਵੇਅਰ ਲੱਤਾਂ ਤੇ ਹੋ ਜਾਂਦਾ। ਦੈਟਸ ਰਾਈਟ, ਦੈਟਸ ਅ ਪ੍ਰੋਬਲਮ। ਤੇ ਸਕਿਨ ਤੇ ਜਿਹੜੇ ਦਾਗ ਆ ਉਹ ਅੱਛੇ ਨਹੀਂ ਹੈਗੇ, ਤੇ ਇਸੇ ਕਰਕੇ ਹਾਲੇ ਵੀ ਸਾਨੂੰ ਇਹਦੇ ਬਾਰੇ ਕੇਅਰਫੁਲ ਹੋ ਕੇ ਰਹਿਣਾ ਚਾਹੀਦਾ ਆ। ਤੇ ਹੋਪਫੁਲੀ ਇਹ ਨਾ ਬਹੁਤ ਸਪਰੈਡ ਹੋਈ, ਗਵਰਨਮੈਂਟ ਆਈਸੋਲੇਟ ਕਰਦੀ ਹੈ ਕੇਸਿਸ ਜਿਹੜੇ ਹੁੰਦੇ ਆ, ਤੇ ਇਹ ਇੱਥੇ ਰੁਕ ਜਾਵੇ ਤਾਂ ਠੀਕ ਹੈ ਜੀ। ਇੱਕ ਚੀਜ਼ ਕਲੀਅਰ ਹੈਗੀ, ਆਮ ਸ਼ੋਰ ਤੁਸੀਂ ਕਰ ਰਹੇ ਹੋ, ਮੈਂ ਚਾਹੂੰਗਾ ਕਿ ਤੁਸੀਂ ਕਰੋ, ਕੋਈ ਸੈਕਸ, ਜੈਂਡਰ, ਕੋਈ ਰਿਲੀਜਨ, ਕੋਈ ਕਾਸਟ, ਕੋਈ ਰੰਗ ਨੂੰ ਨਹੀਂ ਪੈਂਦੀ ਹੈ, ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਕਿਸੇ ਨੂੰ ਵੀ ਹੋ ਸਕਦੀ, ਦੈਟਸ ਰਾਈਟ। ਯੰਗ ਐਂਡ 올ਡ ਕਿਸੇ ਨੂੰ ਵੀ ਹੋ ਸਕਦੀ ਹੈ। ਹਾਂ, ਕਿਸੇ ਨੂੰ ਵੀ ਹੋ ਸਕਦੀ ਹੈ, ਦੈਟਸ ਰਾਈਟ, ਯੈਸ, ਐਨੀਬਾਡੀ ਕੈਨ ਗੈਟ ਇਟ। ਪਰ ਤੁਸੀਂ ਹਾਲੇ ਵੀ ਆਪਣਾ ਕੇਅਰਫੁਲ ਥੋੜ੍ਹਾ ਜਿਹਾ ਹੋ ਕੇ ਰਹਿਣਾ। ਤੇ ਮੈਂ ਤਾਂ ਕਹੂੰਗਾ ਵੀ ਮਾਸਕ ਹਲੇ ਪਾਉਣੀ ਚਾਹੀਦੀ ਆ, ਕਿਉਂਕਿ ਇਹ ਕਹਿੰਦੇ ਵੀ ਬੋਡੀ ਫਲੂਇਡਸ ਵਿੱਚ ਟਰਾਂਸਮਿਟ ਹੁੰਦਾ, ਹਾਂਜੀ। ਬੋਡੀ ਫਲੂਇਡ, ਸਲਾਈਵਾ, ਥੁੱਕ ਵੀ ਹੋ ਸਕਦਾ ਹੈ, ਬਲੱਡ ਵੀ ਹੋ ਸਕਦਾ ਹੈ, ਹਾਂਜੀ, ਯੂਰੀਨ, ਟੋਇਲਟ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਬੋਡੀ ਫਲੂਇਡਸ ਵਿੱਚ ਆ ਜਾਂਦੀਆਂ ਸਾਰੀਆਂ। ਸੋ ਜਿੱਥੇ ਕੋਈ ਖੰਘਦਾ ਆ, ਤੇ ਜ਼ਬਰਦਸਤ ਖੰਘ ਆਉਂਦੀ ਆ, ਤੁਹਾਨੂੰ ਪਤਾ ਵੀ ਉਹ ਛੋਟੇ ਛੋਟੇ ਸਲਾਈਵਾ ਦੇ ਡ੍ਰੌਪਲੇਟ ਜਿਹੜੇ ਉਹ ਨਿਕਲਦੇ ਆ ਖੰਘ ਦੇ ਨਾਲ, ਤੇ ਉਹ ਹੁਣ ਤੁਸੀਂ ਉਹਦੇ ਕੋਲ ਖੜੇ ਆ, ਤੁਸੀਂ ਸਾਹ ਲੈਂਦੇ ਆ, ਤੁਹਾਡੇ ਅੰਦਰ ਜਾ ਸਕਦਾ। ਬਿਲਕੁਲ। ਚਲ ਡਾਕਟਰ ਜੀ, ਬੇਸ਼ੱਕ ਦੀ ਤੁਹਾਡੀ ਜਿੱਦਾਂ ਹੁਣ ਨਾ ਬੜਾ ਕੰਟਰਡਿਕਸ਼ਨ ਹੋ ਜਾਂਦੀ ਹੈ, ਮਾਈਲਡ ਹੈਗਾ, ਇੰਨਾ ਡੇਂਜਰ ਨਹੀਂ ਹੈਗਾ,
ਪਰ ਉਸ ਰਸਤੇ ਜਾਣਾ ਹੀ ਕਿਉਂ ਤੁਸੀਂ? ਜਦ ਤੁਸੀਂ ਹੁਣ ਇੱਕ ਤਾਂ ਸਾਰਿਆਂ ਨੂੰ ਵੱਡੀ ਗੱਲ ਫੇਟਲ ਗੱਲ ਹੈਗੀ ਕਿ ਤੁਹਾਡੇ ਦਾਗ ਰਹਿ ਸਕਦੇ ਨੇ। That's right. ਅਗਰ ਤੁਸੀਂ ਯੰਗ ਹੈਗੇ ਹੋ, ਲੜਕਾ ਲੜਕੀ ਹੈਗੇ ਅੱਗੇ, ਤੁਸੀਂ ਬੜੀ ਲਾਈਫ ਪਈ ਹੈ, ਹੁਣੀ ਤਾਂ ਇੱਦਾਂ ਦੀ ਚੀਜ਼ ਹੋ ਜੇ ਤੇ ਲਾਈਫ ਰਿਊਨ ਹੋ ਜਾਂਦੀ ਉਹਦੇ ਨਾਲ। That's right. That's ਸੋ right. ਇਟ ਇਜ਼ ਕੁਆਇਟ ਬੈਡ ਥਿੰਗ। ਪਰ ਆਪਣਾ ਖਿਆਲ ਰੱਖੋ। ਮੈਂ ਕਹਿੰਦਾ ਪੈਨਿਕ ਨਾ ਕਰੋ, ਪਰ ਖਿਆਲ ਵੀ ਰੱਖੋ। ਜੀ ਨੋ ਕੰਟਰਡਿਕਸ਼ਨ ਹੁੰਦੀ ਹੈ, ਹਾਂਜੀ। ਪਰ ਕੋਈ ਵੀ ਬਿਮਾਰੀ ਹੁੰਦੀ ਹੈ ਆਪਣਾ ਖਿਆਲ ਰੱਖੋ। ਉਸ ਰਸਤੇ ਕਿਉਂ ਬਿਮਾਰੀ 'ਚ ਜਾਣਾ ਹੈ, ਹਮੇਸ਼ਾ ਤੰਦਰੁਸਤ ਹੋ ਤਾਂ ਚੰਗੀ ਗੱਲ ਹੈਗੀ। ਹਾਂਜੀ ਬਿਲਕੁਲ, ਹਰੇਕ ਤੰਦਰੁਸਤ ਰਵੇ। ਤੇ ਮੈਂ ਥੋੜਾ ਟੈਲੀਫੋਨ ਨੰਬਰ ਰਿਪੀਟ ਕਰ ਦੇਣਾ, 0121551001। ਪਲੀਜ਼ ਹਮੇਸ਼ਾ ਮੈਂ ਕਹਿੰਦਾ ਹੁੰਦਾ ਸ਼ੋਅ ਤੋਂ ਪਹਿਲਾਂ ਜ਼ਰਾ ਕਾਲ ਕਰਿਆ ਕਰੋ। ਡੋਂਟ ਲਿਵ ਇਟ ਟਿਲ ਦ ਲਾਸਟ ਮਿਨਟ। ਫਿਰ ਇੱਕ ਦਫਾ ਟਾਈਮ ਦੀ ਬੰਦਿਸ਼ ਹੋ ਜਾਂਦੀ ਹੈ ਤੇ ਖੁੱਲ੍ਹ ਕੇ ਗੱਲ ਨਹੀਂ ਹੁੰਦੀ। ਕਈ ਦਫਾ ਤੁਹਾਨੂੰ ਰੋਕਣਾ ਵੀ ਪੈਂਦਾ ਜਦੋਂ ਅਸੀਂ ਬ੍ਰੇਕ 'ਤੇ ਜਾਣਾ ਹੁੰਦਾ ਹੈ। ਸੋ ਜਦੋਂ ਖੁੱਲ੍ਹਾ ਟਾਈਮ ਉਦੋਂ ਕਾਲ ਕਰਿਆ ਕਰੋ, 0121551001। ਡਾਕਟਰ ਜੀ ਅੱਜ ਕੀ ਮੁੱਦਾ ਹੈਗਾ? ਹਾਂਜੀ, ਸੋ ਆਪਾਂ ਥੋੜ੍ਹਾ ਜਿਹਾ ਇਮਿਊਨਿਟੀ ਬਾਰੇ ਕਰਦੇ ਹਾਂ। Immunity ਬਾਰੇ। ਹਾਂਜੀ, ਹੁਣ ਇੱਦਾਂ ਦੀ ਗੱਲ ਤਾਂ ਸ਼ੁਰੂ ਕੀਤੀ ਹੋਈ ਆ ਠੀਕ ਤੇ ਹੈ। ਇੱਥੋਂ ਕੰਟੀਨਿਊ ਕਰ ਲੈਂਦੇ ਹਾਂ। ਤੇ ਅਸੀਂ ਦੇਖਿਆ ਭਈ ਜਦੋਂ ਘਰ ਵਿੱਚ ਇਹ ਕਰੋਨਾ ਦਾ ਇਨਫੈਕਸ਼ਨ ਹੋਇਆ, ਵੀ ਕਿਸੇ ਨੂੰ ਕਿਸੇ ਤਰ੍ਹਾਂ ਦੇ ਸਿੰਪਟਮ ਹੁੰਦੇ, ਕਿਸੇ ਨੂੰ ਕਿਸੇ ਤਰ੍ਹਾਂ ਦੇ ਹੁੰਦਾ, ਇੱਕੋ ਹੀ ਘਰ 'ਚ ਆ। ਹਾਂਜੀ। ਹਾਂ ਹਾਂ। ਤੇ ਡਿਫਰੈਂਟ ਫੈਮਿਲੀ ਮੈਂਬਰਸ ਨੂੰ ਡਿਫਰੈਂਟ ਰਿਐਕਸ਼ਨ ਹੁੰਦਾ ਹੈ। ਸੋ ਤੁਸੀਂ ਦੇਖਿਆ ਹੋਗਾ ਜਿਨ੍ਹਾਂ ਦੇ ਹੋਈ ਆ, ਤੇ ਕਿਸੇ ਨੂੰ ਤਕਰੀਬਨ ਗਲਾ ਦੁਖਿਆ ਹੋਊਗਾ ਤਾਂ ਹੋਰ ਕੁਝ ਨਹੀਂ ਹੋਇਆ, ਖਾਸ ਜ਼ਿਆਦਾ ਪਤਾ ਵੀ ਨਹੀਂ ਲੱਗਿਆ ਉਹਨਾਂ ਨੂੰ ਕਿ ਉਹਨਾਂ ਨੂੰ ਹਾਂ ਪਤਾ ਵੀ ਨਹੀਂ ਲੱਗਿਆ ਵੀ ਇਨਫੈਕਸ਼ਨ ਹੋਇਆ। ਤੇ ਕਿਸੇ ਦਾ ਸਿਰ ਦੁਖਿਆ ਇੱਕ ਦਿਨ ਤੇ ਦੂਸਰੇ ਦਿਨ ਉਹ ਠੀਕ ਸੀਗੇ। ਤੇ ਕਿਸੇ ਨੂੰ ਬੁਖਾਰ ਚੜ੍ਹਿਆ। ਹਾਂਜੀ। ਤੇ ਕਿਸੇ ਨੂੰ ਖੰਘ ਬਹੁਤ ਆਈ ਤੇ ਕਿਸੇ ਦੇ ਕੋਈ ਖਾਸ ਸੀਰੀਅਸ ਸਿੰਪਟਮ ਵੀ ਹੋ ਗਏ। ਸੋ ਇਹ ਸੋਚਣ ਵਾਲੀ ਗੱਲ ਆ ਵੀ ਡਿਫਰੈਂਟ ਫੈਮਿਲੀ ਮੈਂਬਰਸ ਨੂੰ ਕਿਉਂ ਡਿਫਰੈਂਟ ਰਿਐਕਸ਼ਨ ਹੁੰਦਾ ਹੈ। ਪਰ ਇਹ ਬਹੁਤ ਇੰਟਰਸਟਿੰਗ ਹੈ। ਮੈਂ ਤੁਹਾਡੀ ਗੱਲ ਵਿੱਚ ਨਹੀਂ ਰੋਕਦਾ। 2-3 ਦਿਨ ਮੈਨੂੰ ਕੋਈ ਬੰਦਾ ਮਿਲਿਆ, ਉਹਨੂੰ ਸੈਕਿੰਡ ਦਫਾ ਹੋਇਆ ਕੋਵਿਡ ਰੀਸੈਂਟਲੀ, ਬਸ ਮਹੀਨਾ ਕੁ ਹੋਇਆ। ਮੈਂ ਉਹ ਬੰਦੇ ਨੂੰ ਪਛਾਣਿਆ ਨਹੀਂ ਕਿ ਉਹਦਾ ਰੰਗ ਥੋੜਾ ਜਿਹਾ ਡਾਰਕ ਹੋ ਗਿਆ ਐਂਡ ਹੀ ਹੈਡ ਗੋਨ ਸੋ ਵੀਕ ਕਿ ਉਹਨੂੰ ਬਹੁਤ ਜ਼ਿਆਦਾ ਹਿੱਟ ਕੀਤਾ ਉਹ। ਹਾਂਜੀ, ਦੈਟਸ ਰਾਈਟ। ਸੋ ਇਹੀ ਗੱਲ ਸੋਚਣ ਵਾਲੀ ਆ ਭਾਜੀ ਵੀ ਉਹਨੂੰ ਕਿਉਂ ਇੰਨਾ ਜ਼ਬਰਦਸਤ ਹੋਇਆ। ਹਾਂਜੀ। whereas some people they hardly get any reaction. So what's the difference? ਹੈ ਨਾ। ਸੋ ਸੋਚਣ ਵਾਲੀ ਗੱਲ ਆ। ਸੋ ਇਹੀ ਅਸੀਂ ਸੋਚਿਆ ਵੀ ਉਹਨਾਂ ਦੀ ਇਮਿਊਨਿਟੀ ਵਿੱਚ ਫਰਕ ਆ। ਬਿਲਕੁਲ। ਇਕੱਲੇ ਦੀ ਇਮਿਊਨਿਟੀ ਜਿਹੜੀ ਆ ਅਲੱਗ ਆ। ਹਾਂਜੀ। ਕਿਸੇ ਦੀ ਇਮਿਊਨਿਟੀ ਸਟਰੋਂਗ ਆ ਤੇ ਉਹਨਾਂ ਨੂੰ ਫਿਰ ਵਾਇਰਸ ਬਹੁਤਾ ਇਫੈਕਟ ਨਹੀਂ ਕਰ ਸਕਦਾ, ਕਰਕੇ ਉਹਨਾਂ ਦੀ ਬਾਡੀ ਫਾਈਟ ਕਰ ਲੈਂਦੀ ਵਾਇਰਸ ਦੇ ਨਾਲ। ਹਾਂਜੀ। ਤੇ ਜਿਹੜੇ ਇਮਿਊਨਿਟੀ ਵੀਕ ਆ ਤੇ ਉਹਨਾਂ ਦੀ ਬਾਡੀ ਵਾਲੀ ਫਾਈਟ ਨਹੀਂ ਕਰ ਸਕਦੀ, ਫਿਰ ਉਹਨਾਂ ਦੇ ਸਿੰਪਟਮ ਜ਼ਿਆਦਾ ਜ਼ਬਰਦਸਤ ਹੁੰਦੇ ਆ। ਹਾਂਜੀ। ਦੈਟਸ ਰਾਈਟ। ਸੋ ਇਮਿਊਨਿਟੀ ਕਿਉਂ ਕਮਜ਼ੋਰ ਹੁੰਦੀ ਹੈ, ਇਹ ਸੋਚਣ ਵਾਲੀ ਗੱਲ ਆ। ਹਾਂਜੀ। ਸੋ ਨੰਬਰ 1 ਤੁਹਾਡੀ ਜਿਹੜੀ ਵਾਈਟਲ ਐਨਰਜੀ ਆ, ਤੁਹਾਡੀ ਜੀਵਨ ਸ਼ਕਤੀ ਆ, ਉਹ ਕਿਉਂ ਕਮਜ਼ੋਰ ਹੁੰਦੀ ਹੈ, ਕਰਕੇ ਬੇਸ 'ਤੇ ਤਾਂ ਉਹੀ ਆ। ਹਾਂਜੀ। ਜੇ ਤੁਹਾਡੀ ਐਨਰਜੀ ਹੈਗੀ ਆ ਤਾਂ ਤੁਹਾਡਾ ਇਮਿਊਨ ਸਿਸਟਮ ਫਾਈਟ ਕਰ ਸਕਦਾ। ਜੇ ਤੁਹਾਡੀ ਐਨਰਜੀ ਹੈ ਨਹੀਂ ਗੀ ਤਾਂ ਇਮਿਊਨ ਸਿਸਟਮ ਨੇ ਨਹੀਂ ਫਾਈਟ ਕਰਨਾ। ਹਾਂਜੀ। ਕਰਕੇ ਉਹ 'ਚ ਇੰਨੀ ਜਾਨ ਹੀ ਹੈ ਨਹੀਂ ਫਾਈਟ ਕਰਨ ਨੂੰ। ਸੋ ਅਸੀਂ ਇਹ ਲਿਸਟ ਬਣਾਈ ਆ ਵੀ ਜਿਹੜੇ ਸਿਗਰਟ ਪੀਂਦੇ ਆ, ਹਾਂਜੀ, ਉਹ ਸਮੋਕਿੰਗ ਕਰਦੇ ਆ, ਤੇ ਉਹਨਾਂ ਦੀ ਇਮਿਊਨਿਟੀ ਡੈਫੀਨਿਟਲੀ ਲੋ ਹੁੰਦੀ ਆ। ਹਾਂਜੀ। ਤੇ ਜਿਹੜੇ ਡਰਿੰਕ ਸ਼ਰਾਬ ਜ਼ਿਆਦਾ ਪੀਂਦੇ ਆ, ਉਹਦੇ ਨਾਲ ਉਹਨਾਂ ਦੀ ਇਮਿਊਨਿਟੀ ਡਾਊਨ ਹੋ ਜਾਂਦੀ ਹੈ। ਹਾਂਜੀ। ਤੇ ਜਿਹੜੇ ਨੂੰ ਬਹੁਤ ਸਟਰੈਸ ਰਹਿੰਦੀ ਆ, ਹਰ ਵੇਲੇ ਸਟਰੈਸ ਵਿੱਚ ਰਹਿੰਦੇ, ਉਹਨਾਂ ਦੀ ਜਾਂ ਜੋਬ ਇੱਦਾਂ ਦੀ ਆ ਬਹੁਤ ਸਟਰੈਸਫੁੱਲ ਆ, ਤੇ ਦੌੜ ਭੱਜ ਬਹੁਤ ਉਹਨਾਂ ਦੀ ਰਹਿੰਦੀ ਆ, ਜਾਂ ਕੋਈ ਬਿਜ਼ਨਸ ਕਰਦੇ ਉਹਦੀ ਬਿਜ਼ਨਸ ਸਟਰੈਸ ਰਹਿੰਦੀ ਆ, ਤੇ ਜਾਂ ਕੋਈ ਘਰ ਵਿੱਚ ਹਮੇਸ਼ਾ ਕਲੇਸ਼ ਕੋਈ ਰਹਿੰਦਾ ਆ। ਹਾਂਜੀ। ਤੇ ਉਹਦੇ ਨਾਲ ਉਹਨਾਂ ਨੂੰ ਟੈਨਸ਼ਨ ਰਹਿੰਦਾ ਹਰ ਵੇਲੇ, ਤੇ ਇੱਦਾਂ ਦੀਆਂ ਚੀਜ਼ਾਂ ਨਾਲ ਉਹਨਾਂ ਦੀ ਵਾਈਟੈਲਿਟੀ ਡਾਊਨ ਹੋ ਜਾਂਦੀ ਹੈ, ਇਮਿਊਨਿਟੀ ਡਾਊਨ ਹੋ ਜਾਂਦੀ ਹੈ। ਹਾਂਜੀ। ਸੋ ਜਿਨ੍ਹਾਂ ਦੀ ਇਮਿਊਨਿਟੀ ਇੱਦਾਂ ਡਾਊਨ ਹੁੰਦੀ ਆ ਤੇ ਉਹਨਾਂ ਨੂੰ ਵਾਇਰਸ ਜ਼ਿਆਦਾ ਅਟੈਕ ਕਰਦੀ ਆ, ਉਹਨਾਂ ਦੇ ਸਿੰਪਟਮ ਜ਼ਿਆਦਾ ਜ਼ਬਰਦਸਤ ਹੁੰਦੇ ਆ। ਡਾਕਟਰ ਜੀ, ਇਹ ਇਮਿਊਨਿਟੀ ਇੱਕ ਗੱਲ ਮੇਰੇ ਹੁਣ ਤੁਸੀਂ ਗੱਲ ਕਰਕੇ ਮੇਰੇ ਦਿਮਾਗ ਚਾਲੂ ਹੋ ਜਾਂਦਾ ਹੈ। ਇਮਿਊਨਿਟੀ ਇਕੱਲੀ ਸਟਰੋਂਗ ਨਹੀਂ ਹੋ ਸਕਦੀ, ਤੁਸੀਂ ਪਹਿਲਾਂ ਮਾਈਂਡ ਸਟਰੋਂਗ ਕਰਨਾ ਪਏਗਾ ਆਪਣਾ। ਹੈ ਕਿ ਤੁਸੀਂ ਕੁਝ ਤੁਸੀਂ ਆਪਣਾ ਇਮਿਊਨਿਟੀ ਸਟਰੋਂਗ ਕਰਨ ਕੁਛ ਨਾ ਕੁਛ ਲੈ ਜਾਂਦੇ ਹੋ, ਸਪਲੀਮੈਂਟ ਲੈ ਜਾਂਦੇ ਹੋ, ਜਾਂ ਹੋਮਿਓਪੈਥੀ ਮੈਡੀਸਨ ਲੈਂਦੇ ਹੋ, ਤੇ ਅਗਰ ਤੁਸੀਂ ਮਾਈਂਡ ਹੀ ਨੈਗੇਟਿਵ ਲੈ ਕੇ ਬੈਠੇ ਹੋ, ਕੰਮ ਨਹੀਂ ਕਰੇਗੀ ਦਵਾ। ਹਾਂ, ਦੈਟਸ ਰਾਈਟ। ਬਾਡੀ ਤੁਹਾਡੀ ਭਾਵੇਂ ਫਿੱਟ ਹੋਵੇ, ਪਰ ਤੁਹਾਡੇ ਮੈਂਟਲੀ ਟੈਨਸ਼ਨ ਰਹਿੰਦਾ, ਤੇ ਉਹ ਇਮਿਊਨ ਸਿਸਟਮ ਡਾਊਨ ਹੋਣਾ ਹੀ ਹੋਣਾ। ਹਾਂਜੀ। ਤੇ ਜੇ ਤੁਸੀਂ ਇਹ ਵੀ ਵਧੀਆ ਗੱਲ ਕੀਤੀ ਵੀ ਜਿਹੜੇ ਵਿਟਾਮਿਨਸ ਆ, ਮਿਨਰਲਸ ਆ, ਇਹ ਵੀ ਜ਼ਰੂਰੀ ਆ। ਹਾਂਜੀ। ਤੇ ਹੁਣ ਜੇ ਤੁਸੀਂ ਹਰ ਰੋਜ਼ ਦਾਲ ਖਾਈ ਜਾਂਦੇ ਆ, ਹਾਂਜੀ, ਨਾ ਤੁਸੀਂ ਫਰੂਟ ਖਾਂਦੇ ਆ, ਨਾ ਤੁਸੀਂ ਕੋਈ ਸਬਜ਼ੀ ਖਾਂਦੇ, ਨਾ ਤੁਸੀਂ ਕੋਈ ਸੈਲਡ ਖਾਂਦੇ ਆ, ਨਾ ਤੁਸੀਂ ਕੋਈ ਵਿਟਾਮਿਨ ਲੈਂਦੇ ਆ, ਤੇ ਉਹ ਤੁਹਾਡੀ ਬਾਡੀ 'ਚ ਉਹ ਡਿਫੀਸ਼ੀਐਂਸੀ ਪੈ ਜਾਂਦੀ ਆ। ਹਾਂਜੀ। ਕਮੀਆਂ ਪੈ ਜਾਂਦੀਆਂ। ਸੋ ਇਸ ਕਰਕੇ ਤੁਹਾਡਾ ਜਿਹੜਾ ਫਿਰ ਇਮਿਊਨ ਸਿਸਟਮ ਆ ਡਾਊਨ ਹੋ ਜਾਂਦਾ, ਕਿਉਂਕਿ ਇਮਿਊਨ ਸਿਸਟਮ ਨੂੰ, ਸਰੀਰ ਨੂੰ ਹਰੇਕ ਚੀਜ਼ ਚਾਹੀਦੀ ਆ। ਹਾਂਜੀ। ਹਰੇਕ ਤਰ੍ਹਾਂ ਦੀ ਵਿਟਾਮਿਨ ਚਾਹੀਦੀ, ਹਰੇਕ ਤਰ੍ਹਾਂ ਦੀ ਮਿਨਰਲ ਚਾਹੀਦੀ ਆ, ਤੇ ਫਰੈਸ਼ ਚੀਜ਼ਾਂ ਚਾਹੀਦੀਆਂ ਜਿਨ੍ਹਾਂ ਵਿੱਚ ਐਨਰਜੀ ਹੁੰਦੀ ਆ।
ਹਾਂਜੀ ਤੁਹਾਨੂੰ ਪਤਾ ਅੱਜ ਕੱਲ੍ਹ ਬੱਚੇ ਕੀ ਖਾਂਦੇ ਆ ਹਾਂਜੀ 버ਗਰਸ ਫਾਸਟ ਫੂਡ ਵਗੈਰਾ ਚਿਕਨ ਨਗੇਟਸ ਚਿਪਸ ਇੱਦਾਂ ਦੀਆਂ ਚੀਜ਼ਾਂ ਉਹਨਾਂ 'ਚ ਕੋਈ ਐਨਰਜੀ ਤਾਂ ਹੈ ਹੀ ਨਹੀਂ ਗੀ ਹਾਂਜੀ ਉਹ ਹਾਈਲੀ ਪ੍ਰੋਸੈਸਡ ਫੂਡਸ ਆ ਉਹ ਜਿੱਦਾਂ ਉਹਨੇ ਮੈਨੂਫੈਕਚਰ ਕੀਤੇ ਹੋ ਆ ਅਤੇ ਫੈਕਟਰੀਆਂ ਵਿੱਚ ਬਣਾਉਂਦੇ ਪੈਕਟਾਂ ਵਿੱਚ ਪਾ ਕੇ ਭੇਜ ਦਿੰਦੇ ਆ ਅਤੇ ਜਿਹੜੇ 버ਗਰ ਆ ਉਹ ਕਾਹਦੇ ਬਣਦੇ ਆ ਹਾਂਜੀ ਉਹ ਜਿਹੜਾ ਮੀਟ ਜਿਹੜਾ ਰਹਿੰਦ ਖੂੰਹਦ ਹੁੰਦਾ ਨਾ ਬਚਿਆ ਹੁੰਦਾ ਉਹਨੂੰ ਮੈਸ਼ ਕਰਕੇ ਗ੍ਰਾਈਂਡ ਕਰਕੇ ਉਹਦਾ 버ਗਰ ਬਣਾਉਂਦੇ ਆ ਨਾਲੇ ਕੀ ਪਤਾ ਲੱਗਦਾ ਉਹਦੇ 'ਚ ਕੀ ਪਾਇਆ ਕੀ ਹੋਇਆ ਹੁੰਦਾ ਉਹਦੇ ਵਿੱਚ ਦੈਟਸ ਰਾਈਟ ਹੋਰ ਉਹਦੇ ਵਿੱਚ ਕੀ ਕੈਮੀਕਲ ਪਾਉਂਦੇ ਆ ਅਤੇ ਬਾਕੀ ਜਿਹੜੇ ਚਿਕਨ ਨਗੇਟਸ ਆ ਉਹ ਜਿਹੜਾ ਚਿਕਨ ਦਾ ਸਕਿਨ ਹੁੰਦਾ ਨਾ ਚਮੜੀ ਹੁੰਦੀ ਉਹਦੇ ਬਣਾਉਂਦੇ ਆ ਉਹਦੇ ਵਿੱਚ ਚਿਕਨ ਦਾ ਮੀਟ ਤਾਂ ਹੁੰਦਾ ਹੀ ਨਹੀਂ ਕੋਈ ਸਕਿਨ ਦੇ ਚਿਕਨ ਨਗੇਟਸ ਬਣਾਏ ਹੁੰਦੇ ਪਰ ਜੇ ਦੇਖਿਆ ਜਾਵੇ ਡਾਕਟਰ ਜੀ ਹੁਣ ਮੈਂ ਵੀ ਬਿਮਾਰੀਆਂ ਕਰਕੇ ਰਿਲੀਜਨ ਕਰਕੇ ਬੜਾ ਨਾ ਕਿ ਮੈਂ ਸਿਰਫ ਸਿੱਖਾਂ ਦੀ ਨਹੀਂ ਗੱਲ ਕਰਦਾ ਆਪਣੇ ਸਿੱਖ ਕਮਿਊਨਿਟੀ ਗੋਰੇ ਵੀ ਬੜੇ ਹੁਣ ਵੈਜੀਟੇਰੀਅਨ ਬੜੇ ਟਰਨ ਹੋ ਰਹੇ ਨੇ ਹਾਂ ਦੈਟਸ ਰਾਈਟ ਇਹ ਵੱਡਾ ਟ੍ਰੈਂਡ ਹੋ ਰਿਹਾ ਵੱਡਾ ਟ੍ਰੈਂਡ ਹੋ ਰਿਹਾ ਬਹੁਤ ਫਾਸਟ ਟ੍ਰੈਂਡ ਇਹ ਚੱਲ ਰਿਹਾ ਹਰੇਕ ਸਾਲ ਉਹ ਜਿੰਨੇ ਪ੍ਰੋਪੋਰਸ਼ਨ ਆ ਨਾ ਪੋਪੂਲੇਸ਼ਨ ਦੇ ਉਹ ਵੈਜੀਟੇਰੀਅਨ ਹੋਈ ਜਾਂਦੇ ਆ ਇਨਕਰੀਸਿੰਗ ਆਲ ਦ ਟਾਈਮ ਵੈਜੀਟੇਰੀਅਨ ਵੀ ਵੀਗਨ ਵੀ ਹਾਂਜੀ ਜਿਹੜੇ ਡੇਅਰੀ ਪ੍ਰੋਡਕਟਸ ਵੀ ਕਈ ਲੋਕੀ ਛੱਡੀ ਜਾਂਦੇ ਆ ਤੇ ਇਹ ਟ੍ਰੈਂਡ ਹੁਣ ਕਾਫੀ ਵੱਧ ਰਿਹਾ ਜੀ ਡਾਕਟਰ ਜਿਹੜਾ ਹੁਣ ਇਮਿਊਨ ਸਿਸਟਮ ਹੈਗਾ ਮੈਂ ਜਿੱਦਾਂ ਦੱਸਿਆ ਕਿ ਮਾਈਂਡ ਵੀ ਬੜਾ ਸਟਰੋਂਗ ਹੋਣਾ ਚਾਹੀਦਾ ਹੈ ਡਾਕਟਰ ਇਹ ਖੋਜ ਜੋ ਤੁਸੀਂ ਨਾ ਦਵਾ ਲੈਂਦੇ ਹੋ ਕੋਈ ਮੈਡੀਸਨ ਤੁਹਾਨੂੰ ਪ੍ਰਸਕ੍ਰਾਈਬ ਕੀਤੀ ਗਈ ਤੁਸੀਂ ਰੋਜ਼ ਲੈਂਦੇ ਹੋ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਤੁਸੀਂ ਡਾਕਟਰ ਨੇ ਦਿੱਤੀ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਹੋਵੇ ਡਾਇਬੀਟਿਸ ਕੁਝ ਵੀ ਮੈਡੀਸਨ ਹੋਵੇ ਉਹਨੂੰ ਜਦੋਂ ਤੁਸੀਂ ਦਵਾ ਲੈਂਦੇ ਹੋ ਉਹਨੂੰ ਇੱਦਾਂ ਨਾ ਸੋਚੋ ਕਿ ਮੈਂ ਲੈਣੀ ਮੈਂ ਫਟਾਫਟ ਖਾਧੀ ਕਿ ਲੈ ਗਈ ਫਿਰ 2 ਮਿੰਟ ਤੁਸੀਂ ਕਹਿੰਦੇ ਪਤਾ ਨਹੀਂ ਮੈਂ ਖਾਧੀ ਕਿ ਨਹੀਂ ਖਾਧੀ ਜਦੋਂ ਤੁਸੀਂ ਚੀਜ਼ ਲੈਂਦੇ ਹੋ ਤੁਸੀਂ ਬੋਡੀ ਨੂੰ ਤੇ ਮਾਈਂਡ ਨੂੰ ਦੱਸੋ ਕਿ ਮੈਂ ਕੁਝ ਆਪਣੇ ਇਲਾਜ ਲਈ ਲੈ ਰਿਹਾ ਇਹ ਦਰਦ ਹੈਲਪ ਰੀਲੀ ਯੂ نو ਵਾਟ ਆਮ ਟ੍ਰਾਈਂਗ ਟੂ ਸੇ ਦੈਟਸ ਰਾਈਟ ਹਾਂਜੀ ਹਾਂਜੀ ਦੈਟਸ ਰਾਈਟ ਤੇ ਦਵਾਈ ਲੈਣੇ ਪੇ ਉਹ ਪੋਜ਼ਿਟਿਵ ਮਾਈਂਡ ਨਾਲ ਦਵਾਈ ਲੈਣੀ ਜਾਣੀ ਪੋਜ਼ਿਟਿਵ ਮਾਈਂਡ ਦੇ ਕਹਿਣ ਦਾ ਮਤਲਬ ਇਹ ਆ ਦੈਟਸ ਰਾਈਟ ਜੇ ਤੁਸੀਂ ਸੋਚੀ ਜਾਂਦੇ ਚਲੋ ਮੈਂ ਖਾ ਤਾਂ ਲੈਣਾ ਪੈਣੇ ਮੈਨੂੰ ਕੋਈ ਫਰਕ ਤਾਂ ਪੈਣਾ ਨਹੀਂ ਹੈਗਾ ਡਾਕਟਰ ਨੇ ਦਿੱਤੀ ਹੋਈ ਹੈ ਨੈਗੇਟਿਵ ਪਾਈ ਜਾਂਦੇ ਆ ਤੇ ਉਹ ਕਿਉਂਕਿ ਮਾਈਂਡ ਇੱਕ ਬੜੀ ਸਟਰੋਂਗ ਚੀਜ਼ ਆ ਤੁਹਾਡਾ ਮਾਈਂਡ ਜਿਹੜੇ ਥੋਟਸ ਆ ਉਹ ਬੋਡੀ 'ਤੇ ਡੈਫੀਨੇਟਲੀ ਇਫੈਕਟ ਕਰਦਾ ਆ ਹਾਂਜੀ ਅਤੇ ਮਾਈਂਡ ਇਜ਼ ਮੱਚ ਸਟਰੋਂਗਰ ਦੈਨ ਦਾ ਬੋਡੀ ਨੋ ਡਾਊਟ ਹਾਂਜੀ ਸੋ ਜੇ ਜੋ ਕੁਛ ਤੁਹਾਡੀ ਸੋਚ ਆ ਉਹੀ ਕੁਛ ਤੁਸੀਂ ਹੋਣਾ ਅੰਦਰੋਂ ਰਾਈਟ ਜੇ ਤੁਸੀਂ ਕਹੀ ਜਾਂਦੇ ਆ ਮੈਂ ਤਾਂ ਗਰੀਬ ਆ ਮੇਰੇ ਕੋਲ ਕੁਛ ਹੈ ਨਹੀਂ ਗਾ ਉਹ ਤੁਹਾਡਾ ਲਾਈਫ ਉੱਦਾਂ ਹੀ ਬਣ ਜਾਂਦਾ ਹੈ ਫਿਰ ਤਾਂ ਤੁਹਾਡੇ ਚੀਜ਼ਾਂ ਆਉਂਦੀਆਂ ਨਹੀਂ ਤੁਹਾਡੇ ਲਾਈਫ ਵਿੱਚ ਜੇ ਤੁਸੀਂ ਪੋਜ਼ੀਟਿਵ ਰਹਿੰਦੇ ਆ ਕਦੇ ਇੱਦਾਂ ਦਾ ਥੋਟ ਨਹੀਂ ਲਿਆਉਂਦੇ ਹੈਗੇ ਯੂ ਥਿੰਕਿੰਗ ਅਬੰਡੈਂਸ ਹੈ ਨਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਵੀ ਅਬੰਡੈਂਸ ਆਏਗਾ ਸਭ ਕੁਝ ਤੁਹਾਨੂੰ ਮਿਲੀ ਜਾਣਾ ਡਾਕਟਰ ਸਾਰਿਆਂ ਨੂੰ ਵੱਡੀ ਬਿਮਾਰੀ ਨਾ ਮੇਰੇ ਹਿਸਾਬ ਦੇ ਨਾਲ ਨਾ ਥੋੜ੍ਹਾ ਮਾਈਂਡ ਕ੍ਰੀਏਟ ਕਰਦਾ ਹੈਗਾ ਅਗਰ ਤੁਸੀਂ ਬੈਸਟ ਟਾਈਮ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਅਗਰ ਉਹ ਟਾਈਮ ਦਾ ਤੁਸੀਂ ਫਾਇਦਾ ਉਠਾ ਸਕੋ ਕਿ ਨੈਗੇਟਿਵ ਥੋਟ ਤੁਹਾਡੇ ਜਿਸਮ ਤੁਹਾਡੇ ਦਿਮਾਗ 'ਚ ਨਾ ਜਾਵੇ ਨਾ ਮੈਨੂੰ ਲੱਗਦਾ ਬਿਮਾਰੀ ਬਹੁਤ ਘੱਟ ਹੈਗੀ ਤੁਹਾਡੇ ਪਾਸ ਅਗਰ ਤੁਸੀਂ ਡਾਊਨ ਫੀਲ ਕਰਦੇ ਹੋ ਮੈਂ ਇਕੱਲਾ ਰਹਿ ਗਿਆ ਮੈਨੂੰ ਕੋਈ ਪੁੱਛਦਾ ਨਹੀਂ ਹੈ ਮੇਰੇ ਹੁਣ ਦਾ ਲੱਤਾਂ ਬਾਹਾਂ ਬਹੁਤੇ ਕੰਮ ਨਹੀਂ ਕਰਦੀਆਂ ਤੁਸੀਂ ਆਪਣੇ ਆਪ ਨੂੰ ਲੋਅ ਕਰੀ ਜਾਂਦੇ ਹੋ ਇਮਿਊਨ ਸਿਸਟਮ ਲੋਅ ਹੋ ਗਿਆ ਤੁਹਾਡੀ ਥਿੰਕਿੰਗ ਲੋਅ ਹੋ ਗਈ ਸਾਰਾ ਕੁਝ ਬਿਲਕੁਲ ਥਿੰਕਿੰਗ ਇਫੈਕਟ ਕਰਦੀ ਬੋਡੀ ਨੂੰ ਬਹੁਤ ਸਟਰੋਂਗਲੀ ਹਾਂਜੀ ਇਸੇ ਕਰਕੇ ਸਾਨੂੰ ਦੱਸਿਆ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਆ ਕਰਕੇ ਇਹ ਸਾਰੇ ਨੈਗੇਟਿਵ ਚੀਜ਼ਾਂ ਨੈਗੇਟਿਵ ਥੋਟਸ ਆ ਅਤੇ ਇਹ ਜੇ ਤੁਹਾਡੇ ਮਨ ਵਿੱਚ ਜੈਲਸੀ ਆ ਜਾਂਦੀ ਫੋਰ ਐਗਜ਼ਾਮਪਲ ਜਾਂ ਨਫ਼ਰਤ ਆ ਜਾਂਦੀ ਹੈ ਹਾਂਜੀ ਉਹ ਕਿਸੇ ਨੂੰ ਜੈਲਸੀ ਕਰੀ ਜਾਣੀ ਹਰ ਵੇਲੇ ਕਿਸੇ ਨੂੰ ਨਫ਼ਰਤ ਕਰੀ ਜਾਣੀ ਉਹ ਜਿਹੜਾ ਨੈਗੇਟਿਵ ਇਫੈਕਟ ਆ ਉਹਦਾ ਬੋਡੀ 'ਤੇ ਜਾਣਾ ਆ ਹਾਂਜੀ ਕੋਈ ਨਾ ਕੋਈ ਔਰਗਨ ਨੂੰ ਇਫੈਕਟ ਕਰਦਾ ਆ ਇਹ ਕਿਉਂਕਿ ਜਿਹੜੀ ਬੋਡੀ ਆ ਇਹ ਸਿਰਫ ਫਿਜ਼ੀਕਲ ਨਹੀਂ ਹੈਗੀ ਐਨਰਜੀ ਬੋਡੀ ਵੀ ਨਾਲ ਆ ਇਹਦੇ ਹਾਂਜੀ ਦੋਨਾਂ ਦਾ ਲਿੰਕ ਆ ਅਤੇ ਜਿਹੜੇ ਮੈਂਟਲ ਥੋਟਸ ਆ ਉਹ ਐਨਰਜੀ ਬਣ ਜਾਂਦੀ ਥੋਟਸ ਦੀ ਹਾਂਜੀ ਸੋ ਉਹ ਜਿਹੜੀ ਐਨਰਜੀ ਥੋਟਸ ਦੀ ਨੈਗੇਟਿਵ ਵੀ ਹੋ ਸਕਦੀ ਹੈ ਪੋਜ਼ੀਟਿਵ ਵੀ ਹੋ ਸਕਦੀ ਹੈ ਜਦੋਂ ਤੁਸੀਂ ਇੱਕ ਵਾਰੀ ਸੋਚ ਲਈ ਉਹ ਫਿਰ ਤੁਹਾਡੀ ਐਨਰਜੀ ਬੋਡੀ ਵਿੱਚ ਚਲੇ ਜਾਂਦੇ ਥੋਟਸ ਉਹ ਵਾਈਬ੍ਰੇਸ਼ਨ ਜਿਹੜਾ ਉਹਦਾ ਹਾਂਜੀ ਸੋ ਉਹਦਾ ਇਫੈਕਟ ਐਨਰਜੀ ਬੋਡੀ 'ਤੇ ਹੁੰਦਾ ਕਿਉਂਕਿ ਹੁਣ ਫਿਜ਼ੀਕਲ ਬੋਡੀ ਨਾਲ ਲਿੰਕਡ ਆ ਉਹ ਫਿਰ ਫਿਜ਼ੀਕਲ ਬੋਡੀ 'ਤੇ ਵੀ ਚਲੇ ਜਾਂਦਾ ਡੈਫੀਨੇਟ ਇਫੈਕਟ ਆ ਹਾਂਜੀ ਪਰ ਡਾਕਟਰ ਫਿਰ ਪਤਾ ਥਿੰਕਿੰਗ ਦੀ ਗੱਲ ਆ ਜਾਂਦੀ ਆਪਾਂ ਬਿਮਾਰੀ ਦੀ ਵੀ ਗੱਲ ਕਰਾਂਗੇ ਇਹ ਵੀ ਇੱਕ ਤਰ੍ਹਾਂ ਬਿਮਾਰੀ ਦਾ ਇਲਾਜ ਆ ਤੁਹਾਡੀ ਥਿੰਕਿੰਗ ਵੀ ਇੱਕ ਤਰ੍ਹਾਂ ਦਾ ਇਲਾਜ ਹੀ ਹੈ ਜਿੱਦਾਂ ਅਸੀਂ ਨਾ ਕੋਈ ਬੰਦੇ ਬੈਠੇ ਹੁੰਦੇ ਨੇ ਗੱਲਾਂ ਕਰਦੇ ਨੇ ਕਿ ਤੁਸੀਂ ਨਾ ਜਦੋਂ ਹੁਣ ਆਪਾਂ ਵੀ ਗੱਲਾਂ ਕਰ ਰਹੇ ਹਾਂ ਜਿਸ ਚੈਟ ਸ਼ੋ ਹੋ ਰਿਹਾ ਆਪਣਾ ਕਿ ਤੁਸੀਂ ਨਾ ਆਪਣਾ ਬੁਢਾਪਾ ਥੋੜ੍ਹਾ ਉਹਨੂੰ ਇੰਜੋਏ ਕਰੋ ਇੰਜੋਏ ਯੋਰ ਓਲਡ ਏਜ ਜਦੋਂ ਤੁਸੀਂ ਹੋ ਰਹੇ ਹੋ ਗ੍ਰੇਸਫੁਲੀ ਹਾਂਜੀ ਉਹ ਇੱਕ ਦੂਜਾ ਬੰਦਾ ਬੈਠਾ ਸੀ ਉਹ ਕਹਿੰਦਾ ਅੱਖਾਂ 'ਚੋਂ ਮੈਨੂੰ ਨਹੀਂ ਦਿਸਦਾ ਦੰਦ ਮੇਰੇ ਨਹੀਂ ਹੈਗੇ ਬਾਲ ਮੇਰੇ ਉੱਤਰ ਗਏ ਗੋਡੇ ਮੇਰੇ ਦੁਖਦੇ ਨੇ ਤੁਰਿਆ ਮੇਰੇ ਕੋਲੋਂ ਨਹੀਂ ਜਾਂਦਾ ਤੂੰ ਦੱਸ ਮੈਂ ਕੀ ਇੰਜੋਏ ਕਰਾਂ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਤਾਂ ਲੱਭ ਸਕਦਾ ਹੈ ਨਾ ਉਹਦੇ ਵਿੱਚੋਂ ਕੋਈ ਨਾ ਕੋਈ ਪੋਜ਼ੀਟਿਵ ਤਾਂ ਲੱਭਣੀ ਪੈਂਦੀ ਆ ਨਹੀਂ ਉਹ ਆਪਣੀ ਢੇਰੀ ਹਾਰ ਕੇ ਬੈਠਾ ਹੋਇਆ ਨਾ ਸਾਰਾ ਕੁਝ ਹੁਣ ਦੂਜੀ ਗੱਲ ਹੈਗੀ ਆ ਦੇਖੋ ਡਾਕਟਰ ਜੀ ਬੜੇ ਮੈਂ ਨਾ ਬੜੇ ਪੋਜ਼ੀਟਿਵ ਗੱਲਾਂ ਕਰਾਂਗੇ ਤਾਂ ਕਿ ਤੁਹਾਡਾ ਵੀ ਦਿਲ ਲੱਗਿਆ ਰਹੇ ਇਹਦੀ ਚੀਜ਼ਾਂ ਦੇ ਵਿੱਚ
ਤੁਹਾਨੂੰ ਪਤਾ ਕਿ ਤੁਹਾਡੇ ਦੰਦ ਲੂਜ਼ ਹੋਣੇ ਨੇ, ਤੁਹਾਨੂੰ ਪਤਾ ਤੁਹਾਡੇ ਕਾਫੀ ਚੀਜ਼ਾਂ ਕਮਜ਼ੋਰ ਹੋ ਜਾਂਦੀਆਂ, ਹੱਡੀਆਂ ਕਮਜ਼ੋਰ, ਜਿਹੜੀਆਂ ਹੱਡੀਆਂ ਨੇ ਜਿੱਦਾਂ ਬੱਚਿਆਂ ਦੀ ਹੁੰਦੀਆਂ ਨੇ ਬਜ਼ੁਰਗਾਂ ਦੀ ਉਸ ਤਰ੍ਹਾਂ ਦੀ ਹੋ ਜਾਂਦੀਆਂ, ਡੈਲੀਕੇਟ, ਸੱਟ ਲੱਗੇ ਉਹ 'ਚ ਡੈਮੇਜ ਹੋ ਜਾਂਦੀ ਆ, ਥੋੜ੍ਹੀ ਜਿਹਾ ਤੁਸੀਂ ਜ਼ੋਰ ਤੇ ਉਹਨੂੰ ਦਬਾਓ ਉੱਥੇ ਬਰੂਜ਼ ਪੈ ਜਾਂਦਾ ਉਹਦੇ ਉੱਪਰ, ਫਿਰ ਉਹ ਬੜੇ ਨਾਜ਼ੁਕ ਬਣ ਜਾਂਦੇ ਨੇ। ਸੋ ਦਿਸ ਇਜ਼ ਸਮਥਿੰਗ ਯੂ ਨੀਡ ਟੂ ਐਕਸੈਪਟ ਕਿ ਹਾਂ, ਪਰ ਇੱਕ ਗੱਲ ਹੈਗੀ ਹੈ, ਓਲਡ ਏਜ ਐਕਸੈਪਟ ਨਾ ਕਰਕੇ ਮੈਂ ਬੁੜਾ ਹੋ ਰਿਹਾ ਉਹਨੂੰ, ਫਿਰ ਵੀ ਆਪਾਂ ਪਹਿਲਾਂ ਕਾਲ ਲੈ ਲਈਏ ਫਿਰ ਗੱਲ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਰ ਜੀ, ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ? ਹਾਂਜੀ, ਮੇਰਾ ਨਾਮ ਅਕਵਿੰਦਰ ਹੈ ਜੀ। ਅਕਵਿੰਦਰ ਜੀ? ਹਾਂਜੀ ਭਾਜੀ, ਬਹੁਤ ਅੱਛਾ ਪਿਆਰਾ ਨਾਮ ਹੈ। ਕਿੱਥੋਂ ਬੋਲਦੇ ਹੋ? ਅਸੀਂ ਫਲੀਟ ਤੋਂ ਬੋਲਦੇ ਜੀ। ਹਾਂਜੀ ਭਾਜੀ, ਸਵਾਗਤ। ਹੁਣ ਤੁਸੀਂ ਗੱਲ ਕਰੋ ਤੇ ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ। ਮੈਂ ਡਾਕਟਰ ਸਾਹਿਬ ਨੂੰ, ਹਾਂਜੀ ਬੋਲੋ। ਹਾਂਜੀ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਮੇਰੇ ਜਿਹੜੇ ਪੈਰਾਂ ਦੇ ਨਹੁੰ ਆ ਨਾ, ਇਹ ਬਹੁਤ ਜ਼ਿਆਦਾ ਡਰਾਈ ਹੋ ਰਹੇ ਆ। ਹਾਂ। ਤੇ ਉਹਦੇ ਲਈ ਆਪਾਂ ਡਾਕਟਰ ਤੇ ਮੈਂ ਜੀਪੀ ਕੋਲ ਗਏ ਸੀ, ਉਹਨਾਂ ਨੇ ਮੇਰੇ ਨੇਲਸ ਦੇ ਲੈ ਕੇ ਸੈਂਪਲ ਤੇ ਭੇਜੇ ਸੀ ਹਸਪੀਟਲ। ਅੱਛਾ। ਉਹਨਾਂ ਨੇ ਕਿਹਾ ਕਿ ਫੰਗਲ ਇਨਫੈਕਸ਼ਨ ਹੈਗੀ ਆ। ਹਾਂ। ਤੇ ਇਨਫੈਕਸ਼ਨ ਤੋਂ ਬਾਅਦ ਫਿਰ ਡਾਕਟਰ ਦੇ ਕੋਲੇ ਰਿਜ਼ਲਟ ਆ ਗਏ ਸੀ, ਤੇ ਰਿਜ਼ਲਟ ਦੇ ਨਾਲ ਡਾਕਟਰ ਕਹਿੰਦੇ ਕਿ ਮੇਰੀ ਗੱਲ ਦੁਬਾਰਾ ਵਾਪਸ ਹੋਈ ਸੀ ਜੀਪੀ ਦੇ ਨਾਲ। ਉਹ ਕਹਿੰਦੇ ਹਾਂਜੀ, ਉਹ ਕਹਿੰਦੇ ਕਿ ਤੁਹਾਨੂੰ ਮੈਂ ਕੋਈ ਮੈਡੀਸਨ ਨਹੀਂ ਦੇ ਸਕਦਾ, ਤੁਸੀਂ ਜਿਹੜਾ ਵਿਕਸ ਵੈਪੋਰਸ ਜਿਹੜੀ ਆ ਉਹ ਲਗਾ ਸਕਦੇ ਆ, ਕਿਉਂਕਿ ਮੈਡੀਸਨ ਜਿਹੜੀ ਆ ਉਹ ਲੀਵਰ ਤੇ ਇਫੈਕਟ ਕਰ ਸਕਦੀ ਆ। ਹਾਂਜੀ, ਸਹੀ ਗੱਲ ਹੈ ਭੈਣ ਜੀ। ਸੋ ਜੀਪੀ ਇੱਕ ਟੈਬਲੇਟਸ ਹੈਗੀਆਂ ਉਹਨਾਂ ਕੋਲ, ਉਹ ਜਿਹੜੀ ਫੰਗਲ ਇਨਫੈਕਸ਼ਨਸ ਨੂੰ ਮਾਰਦੀਆਂ, ਤੇ ਪਰ ਜਿੱਦਾਂ ਉਹ ਕਹਿੰਦੇ ਪਏ ਉਹਦਾ ਸਾਈਡ ਇਫੈਕਟ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈਗਾ ਪਰ ਹਰੇਕ ਨੂੰ ਹੋਊਗਾ, ਪਰ ਉਹਦਾ ਪੋਸੀਬਿਲਿਟੀ ਹੈਗੀ ਆ, ਚਾਂਸ ਹੈਗਾ ਵੀ ਉਹ ਲਿਵਰ ਨੂੰ ਇਫੈਕਟ ਕਰਦਾ, ਸਾਈਡ ਇਫੈਕਟ ਉਹਦਾ ਹੁੰਦਾ। ਹਾਂਜੀ, ਤੇ ਸੋ ਮੋਸਟਲੀ ਤਾਂ ਜੀਪੀ ਉੱਦਾਂ ਦੇ ਦਿੰਦੇ ਲਿਖ ਕੇ ਪ੍ਰਿਸਕ੍ਰਿਪਸ਼ਨ ਤੇ ਜੇ ਤੁਹਾਡੇ ਪਹਿਲਾਂ ਲਿਵਰ ਵਿੱਚ ਕੋਈ ਪ੍ਰੋਬਲਮ ਹੈਗਾ ਫਿਰ ਨਹੀਂ ਦੇਣਗੇ। ਹਾਂਜੀ, ਤੇ ਬਾਕੀ ਹੈਗਾ ਇੱਕ ਥੋੜਾ, ਹਾਂਜੀ, ਇੱਕ ਲੋਸ਼ਨ ਹੁੰਦਾ ਹੈ, ਪੇਂਟ ਹੁੰਦਾ ਹੈ, ਉਹ ਵੀ ਉੱਤੇ ਉਹ ਦੇ ਸਕਦੇ ਤੁਹਾਨੂੰ ਪ੍ਰਿਸਕ੍ਰਿਪਸ਼ਨ ਤੇ ਉਹ ਤੁਸੀਂ ਹਫ਼ਤੇ ਬਾਅਦ ਉੱਤੇ ਪੇਂਟ ਲਾ ਦੇਣਾ, ਤੇ ਨਹੁੰ ਤੇ ਉਹਦੇ ਨਾਲ ਵੀ ਫੰਗਸ ਕਈ ਵਾਰੀ ਮਰ ਜਾਂਦੀ ਹੈ। ਹਾਂਜੀ, ਤੇ ਬਾਕੀ ਜੇ ਹੋਮ ਰੈਮਡੀ ਟਰਾਈ ਕਰਨੀ ਆ ਤੇ ਫਿਰ ਹੈਗਾ ਜੀ ਇੱਕ ਮਾਊਥ ਵਾਸ਼ ਹੈਗਾ, ਮੈਂ ਉਹ ਰਿਵਾਈਟਾ ਜੈਲ ਜਿਹੜੀ ਮੈਂ ਉਹ ਵੈਸੇ ਹੀ ਹਾਂਜੀ ਲਿਸਟਰੀਨ ਮਾਊਥ ਵਾਸ਼ ਜਿਹੜਾ ਆ, ਤੇ ਉਹਦੇ ਵਿੱਚ ਤੁਸੀਂ ਨਹੁੰ ਡੁੱਬ ਕੇ ਰੱਖੋ ਹਰ ਰੋਜ਼, ਤੇ ਹੌਲੀ ਹੌਲੀ ਉਹਦੇ ਨਾਲ ਵੀ ਫੰਗਸ ਮਰ ਜਾਂਦੀ ਹੈ ਜੀ। ਠੀਕ ਹੈ ਜੀ, ਥੈਂਕ ਯੂ ਭਾਜੀ, ਥੈਂਕ ਯੂ ਕਾਲ ਕਰਨ ਦਾ। ਪਲੀਜ਼ ਸ਼ੋਅ ਵਾਚ ਕਰਦੇ ਰਹੋ। ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਕਾਲ ਕਰਦਾ ਨਾ, ਤੇ ਉਹ ਜਦੋਂ ਤੁਸੀਂ ਸਵਾਲ ਪੁੱਛਦੇ, ਮੇਰੇ ਦਿਮਾਗ 'ਚ ਕੁਝ ਸਵਾਲ ਆਏ ਨੇ, ਉਹ ਤੁਹਾਡੇ ਬਿਹਾਫ ਮੈਂ ਡਾਕਟਰ ਜੀ ਨੂੰ ਪੁੱਛਾਂਗਾ ਤੇ ਤੁਹਾਡੇ ਵੀ ਫਾਇਦੇਮੰਦ ਹੋਣਗੇ। ਪਲੀਜ਼ ਕੀਪ ਵਾਚਿੰਗ, ਆਪਣਾ ਟਿਊਨ ਕਰਕੇ ਬੈਠੋ, ਸਾਡੇ ਪ੍ਰੋਗਰਾਮ ਦੇਖਦੇ ਰਹੋ। ਡਾਕਟਰ ਜੀ, ਇੱਕ ਪਹਿਲਾਂ ਮੈਂ ਤੁਹਾਨੂੰ ਦੱਸਿਆ, ਕਾਫੀ ਅਸੀਂ ਦੇਰ ਹੋ ਗਈ ਆਪਾਂ ਗੱਲ ਕੀਤੀ ਸੀ ਇਹਦੇ ਬਾਰੇ। ਕਿਸੇ ਇਨਸਾਨ ਦੇ ਸੀਗੀ ਉਹ ਕਾਲਾ, ਉਹਦੇ ਫੰਗਸ ਨਹੀਂ ਸੀਗੀ ਕੋਈ, ਉਹਦੇ ਨਾਲ ਇੱਦਾਂ ਨਹੁੰ ਦੇ ਉੱਪਰ ਲਾਈਨ ਸੀ ਬਲੈਕ। ਹਾਂਜੀ, ਉਹਨੇ ਉਹ ਮਾਊਥ ਵਾਸ਼ ਯੂਜ਼ ਕੀਤਾ, ਉਹਦੇ ਮਹੀਨੇ ਕਿ 2-4 ਵੀਕਾਂ ਇੱਕ ਮਹੀਨੇ 'ਚ ਫਰਕ ਪੈ ਗਿਆ ਸੀ। ਉਹ ਹੁਣ ਬਿਲਕੁਲ ਬੰਦ ਹੋ ਗਈ, ਉਹਦੇ ਲਾਈਨ ਆ ਨਹੀਂ ਰਹੀ। ਕੀ ਬਾਤ ਜੀ, ਹੈ ਬੜਾ ਫਰਕ ਪਿਆ ਉਹਦੇ ਨਾਲ। ਸੋ ਇੱਕ ਦੂਜੀ ਗੱਲਾਂ, ਜੇ ਡਾਕਟਰ ਹਮੇਸ਼ਾ ਗੱਲ ਕਰਦੇ ਆ, ਪਹਿਲਾਂ ਮੈਂ ਤੁਹਾਡਾ ਦੀ ਮੈਡੀਸਨ ਦੀ ਗੱਲ ਕਰਾਂਗਾ। ਜਿਹੜਾ ਭੈਣ ਜੀ ਅਕਵਿੰਦਰ ਨੇ ਗੱਲ ਕੀਤੀ ਕਿ ਡਾਕਟਰ ਨੇ ਉਹਨਾਂ ਮੈਡੀਸਨ ਦਿੱਤੀ ਕਿ ਉਹਦੇ ਲਿਵਰ ਨੂੰ ਇਫੈਕਟ ਕਰਦਾ। ਭਾਜੀ, ਜੇ ਦੇਖਿਆ ਜਾਏ ਤਾਂ ਬੇਸ਼ੁਮਾਰ ਦਵਾ ਨੇ ਜਿਹੜੇ ਲਿਵਰ ਨੂੰ ਇਫੈਕਟ ਕਰ ਰਹੀਆਂ, ਇਕੱਲੀ ਇਹ ਨਹੀਂ ਨਾ ਹੈਗੀ। ਹਾਂਜੀ, ਬਹੁਤ ਦਵਾਈਆਂ, ਦੈਟਸ ਰਾਈਟ, ਜਿਹੜੀ ਐਲੋਪੈਥਿਕ ਦਵਾਈਆਂ ਜਿਹੜੇ ਸਾਈਡ ਇਫੈਕਟ ਹੈਗੇ ਨੇ ਕਿਤੇ ਨਾ ਕਿਤੇ, ਤੇ ਖਾਸ ਕਰਕੇ ਲਿਵਰ ਤੇ ਕਰਦੀਆਂ ਉਹ ਪ੍ਰੋਬਲਮ। ਤੇ ਵਜ੍ਹਾ ਇਹ ਹੈਗੀ ਭਾਜੀ ਭਈ ਜਦੋਂ ਉਹਨੂੰ ਬੋਡੀ ਪ੍ਰੋਸੈਸ ਕਰਦੀ ਹੈ ਨਾ, ਦਵਾਈ ਨੂੰ ਤੁਹਾਡੇ ਅੰਦਰ ਜਾਂਦੀ, ਖੂਨ ਵਿੱਚ ਜਾਂਦੀ ਆ, ਤੇ ਉਹਨੂੰ ਫਿਰ ਜਦੋਂ ਡੀਟੌਕਸੀਫਾਈ ਕਰਕੇ ਸਰੀਰ ਚੋਂ ਕੱਢਣਾ ਹੁੰਦਾ, ਲਿਵਰ ਨੂੰ ਕਰਨਾ ਪੈਂਦਾ ਆ। ਹਾਂਜੀ, ਲਿਵਰ ਬ੍ਰੇਕ ਡਾਊਨ ਕਰਦਾ ਉਹਨੂੰ ਕੰਪਾਊਂਡ ਨੂੰ। ਹਾਂਜੀ, ਤੇ ਇਸ ਕਰਕੇ ਉਹ ਜੇ ਹੁਣ ਥੋੜ੍ਹਾ ਜਿਹਾ ਕੈਮੀਕਲ ਜ਼ਹਿਰੀਲਾ ਹੈਗਾ ਆ, ਉਹ ਫਿਰ ਲਿਵਰ ਤੇ ਬੁਰਾ ਅਸਰ ਹੋ ਸਕਦਾ ਹੈ। ਦੈਟਸ ਦਾ ਰੀਜ਼ਨ। ਤੇ ਇਹਦਾ ਹੁਣ ਹੋਮਿਓਪੈਥ ਦੇ ਕੁਝ ਹੈ ਇਲਾਜ? ਹਾਂ, ਹੋਮਿਓਪੈਥਿਕ ਲੰਮਾ ਇਲਾਜ ਆ। ਹਾਂਜੀ ਭਾਜੀ, ਕਰਕੇ ਜਿਹੜਾ ਫੰਗਲ ਇਨਫੈਕਸ਼ਨ ਆ, ਤੇ ਇਹ 'ਤੇ ਅਸੀਂ ਉੱਤੇ ਲਾਉਣ ਨੂੰ ਤਾਂ ਕੁਛ ਨਹੀਂ ਦੇ ਸਕਦੇ, ਸਿਰਫ ਮਾਊਥ ਵਾਸ਼ ਆ। ਹਾਂਜੀ, ਮਾਊਥ ਵਾਸ਼ ਜਿਹੜਾ ਕੰਮ ਕਰਦਾ ਆ। ਤੇ ਅਸੀਂ ਉਹ ਕੋਸ਼ਿਸ਼ ਕਰੀਦੀ ਵੀ ਜਿਹੜੀ ਇਮਿਊਨਿਟੀ ਆ ਜਾਂ ਵਾਈਟੈਲਿਟੀ ਆ ਰੇਜ਼ ਕਰਨ ਦੀ, ਹਾਂਜੀ, ਬੋਡੀ ਦੀ ਐਨਰਜੀ ਅਪ ਕਰਨ ਲਈ, ਵੀ ਉਹ ਬੋਡੀ ਆਪ ਫਾਈਟ ਕਰ ਸਕੇ ਇਨਫੈਕਸ਼ਨ ਦੇ ਨਾਲ। ਹਾਂਜੀ, ਇਹ ਤਰੀਕਾ ਹੋਮਿਓਪੈਥਿਕ, ਪਰ ਉਹ ਲੰਬਾ ਇਲਾਜ ਆ। ਡਾਕਟਰ ਜੀ, ਇਹਦੇ ਕਾਰਨ ਕੀ ਹੈ? ਇਹਦੇ ਫੰਗਸ ਦੇ ਕਾਰਨ ਇਹੀ ਆ ਕਿਉਂਕਿ ਇਹ ਪੈਰਾਂ ਦੇ ਨਹੁੰ ਵਿੱਚ ਜ਼ਿਆਦਾ ਹੁੰਦੀ ਆ, ਕਿਉਂਕਿ ਅਸੀਂ ਹਮੇਸ਼ਾ ਜਰਾਬਾਂ ਪਾ ਰੱਖਦੇ ਹਾਂ ਤੇ ਸ਼ੂ ਪਾ ਰੱਖਦੇ ਹਾਂ। ਹਾਂਜੀ,
ਤੇ ਫਿਰ ਤੁਹਾਡੇ ਪਸੀਨਾ ਆਉਂਦਾ ਪੈਰਾਂ ਨੂੰ ਤਾਂ ਉਹ ਪੈਰ ਥੋੜ੍ਹੇ ਜਿਹੇ ਗਿੱਲੇ ਹੋ ਜਾਂਦੇ, ਗਿੱਲੇ ਰਹਿੰਦੇ ਆ। ਤੇ ਉਹ ਜਿਹੜਾ ਫੰਗਸ ਆ ਉਹਨੂੰ ਇਹੀ ਇਨਵਾਇਰਨਮੈਂਟ ਚਾਹੀਦੀ ਹੁੰਦੀ ਆ, ਉਹਨੂੰ ਵਾਰਮਥ ਚਾਹੀਦੀ ਆ ਤੇ ਮੋਇਸਚਰ ਚਾਹੀਦਾ। ਮੈਂ ਭੈਣ ਜੀ ਕਵਿੰਦਰ, ਮੈਂ ਉਮੀਦ ਰੱਖਦਾ ਕਿ ਤੁਹਾਨੂੰ ਅੱਛਾ ਲੱਗਿਆ ਹੋਗਾ, ਤੁਹਾਨੂੰ ਜਵਾਬ ਦੇ ਦਿੱਤੇ ਡਾਕਟਰ ਸਾਹਿਬ ਨੇ। ਅਗਰ ਫਿਰ ਵੀ ਤੁਸੀਂ ਡਾਕਟਰ ਨਾਲ ਗੱਲ ਕਰਨੀ ਹੈ, ਤੁਸੀਂ ਸਾਡੇ ਕਾਲ ਸੈਂਟਰ ਤੋਂ ਕਾਲ ਕਰਕੇ ਵਾਪਸ ਡਾਕਟਰ ਨਾਲ ਗੱਲ ਕਰ ਸਕਦੇ ਹੋ। ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਕੋਈ ਸਪੈਸ਼ਲ ਨੰਬਰ ਹੈਗਾ। ਪਲੀਜ਼ ਸਾਡਾ ਸ਼ੋਅ ਦੇਖਦੇ ਰਹੋ। ਅਸੀਂ ਥੋੜ੍ਹੀ ਜਿਹੀ ਬ੍ਰੇਕ ਲਵਾਂਗੇ, ਅੱਧਾ ਟਾਈਮ ਹੋਰ ਪਿਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਲੀਜ਼ ਤੁਸੀਂ ਸ਼ੋਅ ਦੇ ਪਹਿਲਾਂ ਕਾਲ ਕਰੋ ਤਾਂ ਕਿ ਤੁਹਾਡਾ ਕਾਲ ਸਾਨੂੰ ਕੱਟ ਨਾ ਕਰਨਾ ਪਵੇ। ਪੂਰੀ ਤੁਹਾਡੀ ਗੱਲ ਸੁਣ ਕੇ ਔਰ ਪ੍ਰੋਪਰ ਡਾਕਟਰ ਜੀ ਕੋਲੋਂ ਤੁਸੀਂ ਇਲਾਜ ਪੁੱਛ ਸਕਦੇ ਹੋ। ਤੇ ਅਸੀਂ ਛੋਟੇ ਜਿਹੇ ਬ੍ਰੇਕ ਲੈ ਕੇ ਆਉਂਦੇ ਹਾਂ, ਹੁਣੇ ਵਾਪਸ ਆਉਂਦੇ ਹਾਂ। ਪਲੀਜ਼ ਕੀਪ ਵਾਚਿੰਗ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਫਿਰ ਟੈਲੀਫੋਨ ਰਿਪੀਟ ਕਰ ਦੇਣਾ ਮੈਨੂੰ। ਮੈਂ ਕਰੀ ਮੁੜੀ ਤਾਂ ਕਈ ਵਾਰ ਲੋਕ ਕਹਿੰਦੇ ਤੂੰ ਬਹੁਤ ਦਫਾ ਬੋਲਦਾ ਟੈਲੀਫੋਨ ਨੰਬਰ, ਕਈ ਲੋਕ ਕਹਿੰਦੇ ਪਲੀਜ਼ ਤੂੰ ਰਿਪੀਟ ਕਰਿਆ ਕਰ ਕਿ ਸਾਨੂੰ ਪਤਾ ਨਹੀਂ ਲੱਗਦਾ ਕੀ ਨੰਬਰ ਹੈ। ਸੋ ਮੈਨੂੰ ਮੈਂ ਫਿਰ ਵੀ ਰਿਪੀਟ ਕਰ ਦੇਣਾ 0121551101 ਜੋ ਸਕਰੀਨ 'ਤੇ ਥੱਲੇ ਆ ਰਿਹਾ। ਪਲੀਜ਼ ਕਾਲ ਕਰੋ। ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ, ਤੁਸੀਂ ਨਾਮ ਦੱਸਣਾ ਨਹੀਂ ਦੱਸਣਾ, ਆਪਣਾ ਕਾਲ ਕਰਕੇ ਐਲਿਸ ਡਾਕਟਰ ਜੀ ਆਪਾਂ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕਰਦਾ ਕਿ ਨਾ ਕਈ ਦਫਾ ਬੜੇ ਮੈਸੇਜ ਵਗੈਰਾ ਆਉਂਦੇ ਨੇ ਕਿ ਜਿਹੜਾ ਨਾ ਸਟ੍ਰੋਕ ਵਗੈਰਾ ਹੁੰਦਾ, ਇਹ ਜ਼ਰੂਰੀ ਨਹੀਂ ਕਿ ਹਰ ਨੂੰ ਬੰਦੇ ਨੂੰ ਕਰਦਾ ਹੈਗਾ। ਕਿ ਕਈ ਦਫਾ ਤੁਸੀਂ ਨਾ ਜਿੱਦਾਂ ਹੁਣ ਹੈਗਾ ਤੁਹਾਨੂੰ ਤੁਸੀਂ ਨੀਂਦਰ ਘੱਟ ਹੈਗੀ ਹੈ ਤੁਹਾਨੂੰ, ਅਤੇ ਜਾਂ ਤੁਹਾਡੇ ਪਾਸ ਹਾਈ ਸ਼ੂਗਰ ਕੰਜ਼ਪਸ਼ਨ ਹੈਗੀ ਹੈ, ਜਾਂ ਤੁਸੀਂ ਨਾ ਰਾਤ ਨੂੰ ਸਕਾਰਫ ਵਗੈਰਾ 'ਤੇ ਉਹ ਆਪਣਾ ਜਰਾਬਾ ਪਾ ਕੇ ਸੌਂਦੇ ਹੋ, ਇਹਦਾ ਕੋਈ ਫਰਕ ਪੈਂਦਾ? ਫਿਰ ਉਹ ਇਮੋਸ਼ਨ ਦੀ ਗੱਲ ਹੈਗੀ ਨਾ ਵਾਪਸ ਸਾਰਾ ਕੁਛ। ਸਟ੍ਰੋਕ ਰਿਸਕ? ਹਾਂ ਹਾਂਜੀ ਓਕੇ। ਦੇ ਆਰ 6 or 7 ਹਾਈ ਰਿਸਕ ਕੰਟਰੀਬਿਊਟ ਕਰਦੇ ਨੇ, ਲੇਕਿਨ ਇਹ ਨਹੀਂ ਕਿ ਹਰ ਨੂੰ ਇੱਦਾਂ ਹੋ ਸਕਦਾ ਹੈ, ਪਰ ਉਹਨਾਂ ਦੇ ਕਾਮਨ ਥੋੜ੍ਹੇ ਜਿਹੇ ਪਿਕ ਕਰਕੇ ਜਿੱਦਾਂ ਬਣਾ ਲੈਂਦੇ ਨੇ ਆਪਣਾ। ਆਈ ਥਿੰਕ ਜਨਰਲਾਈਜ਼ ਜ਼ਿਆਦਾ ਜਨਰਲਾਈਜ਼ ਕਰਦੇ ਨੇ ਨਾ, ਜਨਰਲਾਈਜ਼ ਵੈਰੀ ਬਿਗ ਜਨਰਲਾਈਜੇਸ਼ਨ ਕੀਤਾ ਆ। ਤੇ ਇੰਨੇ ਇੰਪੋਰਟੈਂਟ ਰਿਸਕ ਫੈਕਟਰ ਨਹੀਂ ਹੈਗੇ ਇਹ। ਯਾ ਇਟਸ ਆਈ ਡੋਂਟ ਥਿੰਕ ਦੈਟ ਇੰਪੋਰਟੈਂਟ। ਨਹੀਂ, ਪਰ ਜਿੱਦਾਂ ਹੁਣ ਕਮਿੰਗ ਬੈਕ ਟੂ ਫੰਗਸ ਵਗੈਰਾ ਪੈਰਾਂ ਦੇ ਉੱਪਰ, ਅਗਰ ਤੁਸੀਂ ਦਿਨੇ ਵੀ ਜਰਾਬਾਂ ਪਾਈਆਂ ਰਾਤ ਨੂੰ ਵੀ ਪਾਈਆਂ ਤੇ ਉਹਨੂੰ ਤਾਂ ਫਿਰ ਹਵਾ ਲੱਗੀ ਨਹੀਂ, ਕੋਈ ਤਾਂ ਸ਼ੌਕ ਵੱਲ ਨਹੀਂ ਜਾਂਦੇ ਪਏ ਸੀ, ਉਹਦਾ ਜਨਰਲੀ ਗੱਲ ਕਰਦੇ। ਹਾਂਜੀ ਨਹੀਂ ਉਹ ਤਾਂ ਹੈਗਾ ਹੀ ਆਪੇ ਤੁਹਾਡੇ ਪੈਰਾਂ ਨੂੰ ਹਵਾ ਵੀ ਲੱਗਣੀ ਚਾਹੀਦੀ ਆ। ਹਾਂਜੀ, ਸੋ ਜਿੱਥੇ ਮੋਇਸਚਰ ਜਮ੍ਹਾਂ ਹੁੰਦਾ, ਪਸੀਨਾ ਜਮ੍ਹਾਂ ਹੁੰਦੀ ਆ ਅਤੇ ਉੱਥੇ ਥੋੜ੍ਹਾ ਜਿਹਾ ਗਰਮ ਰਹਿੰਦਾ ਆ ਅਤੇ ਉੱਥੇ ਫੰਗਸ ਉੱਥੇ ਪਸੰਦ ਕਰਦੀ ਹੈ। ਹਾਂਜੀ, ਅਤੇ ਜਿਹੜੇ ਡਾਇਬੈਟਿਕਸ ਆ ਤੁਹਾਨੂੰ ਪਤਾ ਉਹ ਸ਼ੂਗਰ ਉਹਨਾਂ ਦੀ ਥੋੜ੍ਹੀ ਜਿਹੀ ਹਾਈ ਰਹਿੰਦੀ ਹੈ ਬਲੱਡ ਵਿੱਚ, ਜਾਂ ਜਿਹੜਾ ਕੋਈ ਸ਼ੂਗਰ ਜ਼ਿਆਦਾ ਖਾਂਦਾ ਆ ਅਤੇ ਫੰਗਸ ਉਹ 'ਤੇ ਫੀਡ ਕਰਦੀ ਹੈ। ਹਾਂਜੀ, ਫੰਗਸ ਪਸੰਦ ਕਰਦੀ ਹੈ ਸ਼ੂਗਰ 'ਤੇ ਜੀਣਾ, ਅਤੇ ਉੱਥੇ ਫਿਰ ਫੰਗਸ ਲੱਗਣੀ ਆ। ਡਾਕਟਰ ਜੀ ਕਈ ਗੱਲਾਂ ਨੇ ਜਿੱਦਾਂ ਮੈਂ ਕਹਿੰਦਾ ਤੁਸੀਂ ਜਨਰਲਾਈਜ਼ ਕਰੋ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਣਾ ਬੋਡੀ ਨੂੰ ਹਵਾ ਲੱਗਣ ਦਿਓ, ਧੁੱਪੇ ਬੈਠੋ, ਸਨਸ਼ਾਈਨ, ਤੁਹਾਨੂੰ ਵਿਟਾਮਿਨ ਡੀ ਮਿਲਣੀ ਚਾਹੀਦੀ ਹੈ। ਅਸੀਂ ਜਦ ਧੁੱਪ ਹੁੰਦੀ, ਗਰਮੀ ਹੁੰਦੀ ਹੈ, ਦਰਖਤ ਦੇ ਥੱਲੇ ਬੈਠ ਜਿੱਦਾਂ ਜੇ ਗਾਰਡਨ 'ਚ ਵੀ ਬੈਠੀਏ, ਇਹ ਸਿੱਧੀ ਧੁੱਪ 'ਚ ਨਹੀਂ ਆਦਤ ਨਹੀਂ ਨਾ ਪਈ ਹੋਈ। ਆਦਤ ਨਹੀਂ ਪਈ, ਹਾਂਜੀ, ਪਰ ਥੋੜ੍ਹਾ ਜਿਹਾ ਟਾਈਮ ਧੁੱਪ 'ਚ ਬੈਠਣਾ ਚਾਹੀਦਾ ਜਦੋਂ ਧੁੱਪ ਸੋਹਣੀ ਹੋਵੇ, ਕਿਉਂਕਿ ਉਹ ਅਲਟਰਾ ਵਾਇਲਟ ਲਾਈਟ ਮਿਲਦੀ ਆ। ਅਲਟਰਾ ਵਾਇਲਟ ਦੇ ਨਾਲ ਬਹੁਤ ਹੀ ਫਾਇਦਾ ਹੈ ਸਰੀਰ ਨੂੰ। ਹਾਂਜੀ, ਜੇ ਕਿਸੇ ਦੇ ਰੈਸ਼ ਵੀ ਕਿਤੇ ਹੋਇਆ ਹੈ ਨਾ, ਉਹ ਬੇਸ਼ੱਕ ਉਹਨੂੰ ਦੇਖਿਆ ਹੋਣਾ ਵੀ ਜਦੋਂ ਇੰਡੀਆ ਜਾਂਦੇ ਆ ਨਾ ਧੁੱਪੇ ਬੈਠਦੇ, ਉਹ ਰੈਸ਼ ਹਟ ਜਾਂਦਾ ਆਪਣੇ ਆਪ, ਸਕਿਨ ਦਾ ਕਾਫੀ ਇੰਪਰੂਵਮੈਂਟ ਹੋ ਜਾਂਦਾ ਉਹਨਾਂ ਦਾ। ਇੱਕ ਕੋਈ ਪਰਟੀਕੂਲਰ ਬਿਮਾਰੀ ਦੀ ਨਹੀਂ ਗੱਲ ਕਰਦਾ, ਉੱਦਾਂ ਮੈਂ ਡਾਕਟਰ ਜੀ ਨਾਲ ਗੱਲ ਕਰਾਂਗਾ। ਉਮੀਦ ਰੱਖਦਾ ਕਿ ਤੁਸੀਂ ਵੀ ਲਾਈਕ ਕਰੋਗੇ ਮੇਰੇ ਸਵਾਲ। ਡਾਕਟਰ ਜੀ, ਜਾਸਤੀ ਸੌਣਾ ਜਾਂ ਘੱਟ ਸੌਣਾ ਹੈ, ਇੱਦਾਂ ਦੀ ਗੱਲਾਂ 'ਤੇ ਜਾਂ ਨਾ ਤੁਸੀਂ ਆਪਣਾ ਜਦੋਂ ਬਾਥਰੂਮ ਜਾਣਾ, ਪਿਸ਼ਾਬ ਕਰਨ ਲਈ ਤੁਸੀਂ ਰੋਕਦੇ ਹੋ, ਉਹਦਾ ਕੁਛ ਨਾ ਕੁਛ ਤਾਂ ਡਿਫੈਕਟ ਹੁੰਦਾ ਹੀ ਹੈ ਬੋਡੀ ਦੇ ਉੱਪਰ। ਹਾਂਜੀ, ਸੋ ਨੀਂਦ ਦਾ ਤਾਂ ਜਿੰਨੀ ਸਰੀਰ ਨੂੰ ਚਾਹੀਦੀ ਨੀਂਦ ਉਨੀ ਠੀਕ ਆ। ਹਾਂਜੀ, ਅਤੇ ਜੇ ਤੁਸੀਂ ਘੱਟ ਸੌਂਦੇ ਆ, ਲੋੜ ਤੋਂ ਘੱਟ ਸੌਂਦੇ, ਕਿਉਂਕਿ 7-8 ਘੰਟੇ ਚਾਹੀਦੇ ਜੀ। ਹਾਂਜੀ, ਨੀਂਦ ਦੇ 7-8 ਘੰਟੇ ਤੋਂ ਤੁਸੀਂ ਘੱਟ ਜਾਣ ਕੇ ਤੁਸੀਂ ਘੱਟ ਸੌਂਦੇ, ਕਈ ਕੰਮ 'ਤੇ ਜਾਣਾ ਹੁੰਦਾ ਅਰਲੀ ਜਾਂ ਵਟਐਵਰ। ਹਾਂਜੀ, ਬਿਜ਼ਨਸ ਕਰਨੀ ਹੁੰਦੀ ਆ, ਅਤੇ ਉਹ ਤੁਸੀਂ ਆਪਣੀ ਇਮਿਊਨਿਟੀ ਨੂੰ ਡਾਊਨ ਕਰ ਰਹੇ ਆ, ਤੁਸੀਂ ਆਪਣੀ ਐਨਰਜੀ ਨੂੰ ਡਾਊਨ ਕਰ ਰਹੇ ਹੋ। ਹਾਂਜੀ, ਜੇ ਤੁਸੀਂ ਲੇਜ਼ੀਪਣਾ ਚਾਹੇ ਹੋ ਵੀ ਉੱਦਾਂ ਹੀ ਬੈੱਡ 'ਚ ਪਏ ਰਹਿਣਾ ਜ਼ਿਆਦਾ ਟਾਈਮ, ਉਹ ਵੀ ਗਲਤ ਆ। ਹਾਂਜੀ, ਕਿਉਂਕਿ ਸਰੀਰ ਨੂੰ ਇੰਨੀ ਲੋੜ ਨਹੀਂ ਹੈਗੀ ਬੈੱਡ 'ਚ ਪੈਣ ਦੀ। ਹਾਂਜੀ, ਜਦੋਂ ਤੋਂ ਜਾਗ ਆਉਂਦੀ ਫਿਰ ਉੱਠ ਜਾਣਾ ਚਾਹੀਦਾ ਹੈ। ਸੋ ਇਹਦੇ ਨੇ ਚੀਜ਼ਾਂ ਡਿਫੈਕਟ ਕਰਦੀਆਂ ਆ ਬੋਡੀ ਨੂੰ, ਨੋ ਪ੍ਰੋਬਲਮ। ਅਤੇ ਯੂਰੀਨ ਰੋਕਣਾ, ਆਪਣਾ ਯੂਰੀਨ ਰੋਕਣਾ ਜਿਹੜਾ ਆ, ਅਤੇ ਉਹ ਜਦੋਂ ਤੁਹਾਨੂੰ ਡਿਜ਼ਾਇਰ ਆਉਂਦਾ ਹੈ, ਤੁਹਾਨੂੰ ਸਰੀਰ ਦੱਸਦਾ ਹੈ ਵੀ ਤੁਸੀਂ ਬਲੈਡਰ ਐਮਪਟੀ ਕਰੋ, ਉਦੋਂ ਤੁਹਾਨੂੰ ਜਾਣਾ ਚਾਹੀਦਾ ਹੈ। ਹਾਂਜੀ, ਥੋੜ੍ਹਾ ਚਿਰ ਤਾਂ ਤੁਸੀਂ ਰੋਕ ਸਕਦੇ ਆ, ਪਰ ਜਿਹੜਾ ਜ਼ਿਆਦਾ ਟਾਈਮ ਰੋਕੀ ਜਾਣਾ ਉਹ ਫਿਰ ਜਿਹੜਾ ਇੱਕ ਸਫਿੰਕਟਰ ਮਸਲ ਹੁੰਦਾ ਕੰਟਰੋਲ ਕਰਦਾ ਆ,
ਤੁਸੀਂ ਉਹਨੂੰ ਓਵਰਲੋਡ ਕਰ ਰਹੇ ਆ ਹਾਂਜੀ ਉਹ ਤੇ ਓਵਰ ਪ੍ਰੈਸ਼ਰ ਜ਼ਿਆਦਾ ਪਾ ਰਹੇ ਆ ਤੇ ਉਹ ਕਮਜ਼ੋਰ ਹੋ ਸਕਦਾ ਹੈ ਜੇ ਤੁਸੀਂ ਜ਼ਿਆਦਾ ਟਾਈਮ ਹੋਲਡ ਕਰੀ ਜਾਓ ਘੁੱਟੀ ਜਾਓ ਪਿਸ਼ਾਬ ਨੂੰ। ਜਿਹਨੇ ਵੀ ਤੁਸੀਂ ਬੈਠੇ ਹੋ ਘਰ ਆਮ ਸ਼ੋਰ ਤੁਸੀਂ ਕਹੋਗੇ ਵੀ ਇਹ ਮੇਰੀ ਵੀ ਆਦਤ ਹੈ ਬੰਦਾ ਨਾ ਲਾਸਟ ਮਿੰਟ ਤੱਕ ਰੋਕ ਕੇ ਰੱਖਦਾ ਹੈ ਲੇਜ਼ੀ ਹੋ ਜਾਂਦਾ ਹੈ ਕਿ ਮੈਂ ਉੱਠਦਾ ਹੈ ਕਿ ਮੈਨੂੰ ਉੱਪਰ ਜਾਣਾ ਪਏਗਾ ਜਾਂ ਉੱਥੇ ਜਾਣਾ ਪਏਗਾ ਨਾ ਉਹਦੀ ਘੋਲ ਦੇ ਵਿੱਚ ਨਾ ਫਿਰ ਉਹਨੂੰ ਦੇਖੋ ਉਹਦਾ ਕਿੰਨਾ ਨੁਕਸਾਨ ਹੋਇਆ ਚੀਜ਼ ਰੋਕਣ ਨਾਲ। ਦੈਟਸ ਰਾਈਟ ਕਮਜ਼ੋਰ ਹੋ ਜਾਂਦਾ ਉਹ ਏਰੀਆ ਕਮਜ਼ੋਰ ਹੋ ਜਾਂਦਾ ਨਾ ਸਾਰਾ ਕੁਛ। ਜ਼ਿਆਦਾ ਟਾਈਮ ਹੋਲਡ ਕਰੀ ਜਾਓ ਘੁੱਟੀ ਜਾਓ ਇੰਨਾ ਚਿਰ ਨਹੀਂ ਹੋਲਡ ਕਰਨਾ ਚਾਹੀਦਾ। ਦੇਖੋ ਰੱਬ ਨੇ ਕੀ ਚੀਜ਼ ਬਣਾਈ ਹੈ ਤੁਹਾਨੂੰ ਹਰ ਚੀਜ਼ ਦਾ ਮੈਸੇਜ ਉਹ ਟ੍ਰਿਗਰ ਹੁੰਦਾ ਤੁਹਾਡੀ ਬੋਡੀ 'ਚ ਔਰ ਤੁਸੀਂ ਉਹਨੂੰ ਨਾ ਕੁਝ ਉਹਦੇ ਕਰਦੇ ਨਹੀਂ ਉਹਦੇ ਬਾਅਦ ਓਵਰਰਾਈਡ ਕਰ ਦਿੰਦੇ ਹਾਂ ਦੈਟਸ ਰਾਈਟ ਓਵਰਰਾਈਡ ਇੰਨਾ ਨਹੀਂ ਕਰਨਾ ਚਾਹੀਦਾ। ਚਲੋ ਕਿਤੇ ਹੋਇਆ ਵੀ ਤੁਸੀਂ ਕੋਈ ਕੰਮ ਕਰਦੇ ਜਾਂ ਤੁਸੀਂ ਬਾਹਰ ਗਏ ਹੋ ਵਟਐਵਰ ਤੇ ਉਹ ਚੱਲਦਾ ਹੈ ਉਹੀ ਤਾਂ ਤੁਹਾਨੂੰ ਇਹ ਵੀ ਸ਼ਕਤੀ ਦਿੱਤੀ ਉਹ ਆਪ ਇਹਨੂੰ ਕੰਟਰੋਲ ਕਰਨ ਦੀ। ਦੈਟਸ ਰਾਈਟ ਹੁਣ ਜਾਨਵਰਾਂ ਦਾ ਇਦਾਂ ਦਾ ਕੋਈ ਕੰਟਰੋਲ ਨਹੀਂ ਹੈ। ਸੈਂਸਰ ਲੱਗਿਆ ਆਪਾਂ ਕਾਲ ਲੈ ਲਿਆ ਫਿਰ ਗੱਲ ਕਰਦੇ ਹਾਂ। ਹੈਲੋ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸੋ ਕਿ ਕਿੱਥੋਂ ਬੋਲਦੇ ਹੋ? ਮੈਂ ਬਲਵਿੰਦਰ ਕੌਰ ਬੋਲਦੀ ਸਮੈਰਿਕ ਤੋਂ। ਸੌਰੀ ਕੌਣ ਨਾਮ ਕੀ ਨਾਮ ਦੱਸਿਆ? ਬਲਵਿੰਦਰ ਕੌਰ। ਬਲਵਿੰਦਰ ਕੌਰ ਭੈਣ ਜੀ ਸਵਾਗਤ ਤੁਹਾਡਾ। ਹਾਂਜੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ। ਬੋਲੋ। ਤੇ ਮੇਰੇ ਸੱਜੇ ਹੱਥ ਦੇ ਵਿੱਚ ਜਿੱਦਾਂ ਦਰਦ ਬਹੁਤ ਹੁੰਦੀ ਹੈ ਤੇ ਸੌ ਜਾਂਦਾ ਆ। ਅੱਛਾ ਸੌ ਜਾਂਦਾ ਹੈ? ਹਾਂਜੀ। ਅੱਛਾ ਜੀ ਹਾਂਜੀ ਠੀਕ ਤੇ ਹੈ। ਅੰਗੂਠਾ ਵੀ ਤਾਂ ਮੈਂ ਉਂਗਲਾਂ ਵੀ ਸੌ ਜਾਂਦੀਆਂ ਤਾਂ ਮੈਂ ਗੁੱਟ ਤੋਂ ਲਾ ਕੇ ਤਾਂ ਕਿਉਂ ਤੀਕਰ ਦਰਦ ਹੁੰਦਾ ਆ। ਹਾਂਜੀ ਭੈਣ ਜੀ ਸੋ ਇਹ ਹੈਗਾ ਵੀ ਜਿਹੜੀ ਤੁਹਾਨੂੰ ਹੱਥ ਨੂੰ ਨਰਵ ਸਪਲਾਈ ਆ ਹਾਂਜੀ ਤੇ ਉਹਦੇ ਉੱਤੇ ਪ੍ਰੈਸ਼ਰ ਪੈ ਰਿਹਾ ਨਰਵ ਦੇ ਹਾਂਜੀ ਤੇ ਉਹ ਪ੍ਰੈਸ਼ਰ ਪੈਣ ਦੇ ਨਾਲ ਫਿਰ ਉਹ ਹੱਥ ਸੁੰਨਾ ਹੋ ਜਾਂਦਾ ਆ। ਹਾਂਜੀ ਸੋ ਹਾਂਜੀ ਇਹਦਾ ਨੋਰਮਲੀ ਤਾਂ ਆਪਰੇਸ਼ਨ ਕਰਦੇ ਹੁੰਦੇ ਆ ਤੇ ਉਹ ਗੁੱਟ ਦੇ ਵਿੱਚ ਇੱਕ ਨਾੜ ਆ ਉਹਨੂੰ ਖੋਲ ਕੇ ਉੱਥੇ ਸਫਾਈ ਕਰ ਦਿੰਦੇ ਆ ਤੇ ਉਹ ਫਿਰ ਪ੍ਰੈਸ਼ਰ ਨਹੀਂ ਪੈਂਦਾ ਨਾੜ ਦੇ ਉੱਤੇ ਤੇ ਹੱਥ ਠੀਕ ਹੋ ਜਾਂਦਾ ਹੈ। ਤੇ ਅਸੀਂ ਇਹਦਾ ਨੈਚੁਰਲ ਸਪਲੀਮੈਂਟਸ ਦੇ ਨਾਲ ਇਲਾਜ ਕਰੀਦਾ ਜੀ। ਅੱਛਾ ਮੈਂ ਤੁਹਾਨੂੰ ਕਈ ਵਾਰੀ ਟੈਲੀਫੋਨ ਕੀਤਾ ਹੈ ਤੁਹਾਡਾ ਅਟੈਂਡ ਨਹੀਂ ਹੋਇਆ ਟੈਲੀਫੋਨ। ਹਾਂਜੀ ਕੋਈ ਟੈਕਸਟ ਭੇਜ ਦਿਓ ਜੀ। ਹੋਰ ਵੀ ਪ੍ਰੋਬਲਮ ਸੀਗਾ ਮੈਨੂੰ ਤਾਂ ਮੈਂ ਪੁੱਛਣਾ ਸੀਗਾ। ਹਾਂਜੀ ਟੈਕਸਟ ਕਰ ਦਿਓ ਭੈਣ ਜੀ ਕਿਉਂਕਿ ਕਾਲ ਬਹੁਤ ਆਉਂਦੇ ਸਾਨੂੰ ਦਰਸ਼ਕਾਂ ਦੇ ਤੇ ਨਹੀਂ ਕਾਲ ਲੈ ਹੁੰਦੇ ਸੋ ਇਹ ਅਸੀਂ ਮਾਫੀ ਚਾਹੁੰਦੇ ਹਰੇਕ ਤੋਂ ਜਿਨ੍ਹਾਂ ਦੇ ਨਹੀਂ ਕਾਲ ਲੈ ਹੁੰਦੇ ਜੀ। ਭੈਣ ਜੀ ਇੱਕ ਸਵਾਲ ਮੈਂ ਪੁੱਛ ਸਕਦਾ ਤੁਹਾਨੂੰ? ਹਾਂਜੀ ਜਦੋਂ ਤੁਸੀਂ ਕਹਿੰਦੇ ਤੁਹਾਡੇ ਹੱਥ ਸੌਂਦਾ ਜਦੋਂ ਤੁਸੀਂ ਸੌਂਦੇ ਹੋ ਰਾਤ ਨੂੰ ਉਦੋਂ ਹੁੰਦਾ ਕਿ ਡੇ ਟਾਈਮ ਤੇ ਵੀ ਹੁੰਦਾ ਹੈ? ਨਹੀਂ ਡੇ ਟਾਈਮ ਤੇ ਵੀ ਹੁੰਦਾ ਆ। ਥੈਂਕ ਯੂ ਭੈਣ ਜੀ ਥੈਂਕ ਯੂ। ਤੁਹਾਨੂੰ ਜਿੱਦਾਂ ਡਾਕਟਰ ਨੇ ਕਿਹਾ ਤੁਸੀਂ ਕਾਲ ਕਰ ਲਿਓ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਮੰਡੇ ਵੈਨਸਡੇ ਫਰਾਈਡੇ 10 ਤੋਂ 11 ਕਾਲ ਕਰਿਓ। ਓਕੇ ਭੈਣ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਡਾਕਟਰ ਜੀ ਮੈਂ ਸਵਾਲ ਤਾਂ ਪੁੱਛਿਆ ਸੀ ਇਹਦਾ ਕਿਸੇ ਹੋਰ ਨੂੰ ਵੀ ਸੀਗਾ ਆਪਾਂ ਕਈ ਮਹੀਨੇ ਹੋ ਗਏ ਕਾਫੀ ਸਬਜੈਕਟ ਟੱਚ ਡਾਊਨ ਕੀਤਾ ਹੋਇਆ ਆਪਾਂ ਲੇਕਿਨ ਫਿਰ ਗੱਲਾਂ ਬਾਹਰ ਨਿਕਲ ਆਉਂਦੀਆਂ ਨੇ। ਉਹਨੂੰ ਇਨਸਾਨ ਨੂੰ ਨਾ ਉਹਦੇ ਰਿਸ਼ਟ ਤੋਂ ਥੱਲੇ ਹੱਥ ਸੌਂ ਜਾਂਦੇ ਨੇ ਉਹ ਉਦੋਂ ਹੁੰਦਾ ਜਦੋਂ ਰਾਤੀ ਸੌਂਦਾ ਉਹ। ਅੱਛਾ ਉਹਦੀ ਰਾਤ ਨੂੰ ਤੇ ਉਹ ਇੰਨੀ ਜਾਸਤੀ ਉਹ ਨਾ ਏਦਾਂ ਲੱਗਦਾ ਕਿ ਉਹਦੇ ਨਾਲ ਅੰਦਰ ਕਿ ਉਹਨੂੰ ਬਲੱਡ ਇੱਕਦਮ ਨਾ ਏਦਾਂ ਕਿ ਉਂਗਲਾਂ ਫਟ ਜਾਣੀਆਂ ਨੇ ਕਿ ਖੂਨ ਏਦਾਂ ਸੌਂ ਹੀ ਜਾਂਦਾ ਟੋਟਲੀ ਕੋਈ ਚੀਜ਼ ਨਹੀਂ ਪਕੜ ਸਕਦਾ ਕੋਈ ਗਲਾਸ ਨਹੀਂ ਚੱਕ ਸਕਦਾ ਥੋੜੀ ਦੇਰ ਬਾਅਦ ਉਹਨੂੰ ਏਦਾਂ ਮਾਰ ਕੇ ਹੱਥ ਉਹਦਾ ਠੀਕ ਹੋ ਜਾਂਦਾ। ਇਹ ਕੋਈ ਸਿਮਿਲਰ ਚੀਜ਼ ਹੈ? ਉਹੀ ਚੀਜ਼ ਆ ਭਾਜੀ ਉਹੀ ਆ। ਇਹ ਇੱਦਾਂ ਵੀ ਰਾਤ ਨੂੰ ਤੁਸੀਂ ਹੱਥ ਵਰਤਦੇ ਨਹੀਂ ਹੈਗੇ ਹੈ ਨਾ ਤੇ ਦਿਨੇ ਤਾਂ ਤੁਸੀਂ ਕੁਝ ਨਾ ਕੁਝ ਕਰਦੇ ਰਹਿੰਦੇ ਉਹ ਫਿਰ ਸਰਕੂਲੇਸ਼ਨ ਥੋੜ੍ਹਾ ਬਹੁਤਾ ਹੁੰਦਾ ਰਹਿੰਦਾ ਆ ਰਾਈਟ ਤੇ ਰਾਤ ਨੂੰ ਤੁਸੀਂ ਵਰਤਦੇ ਨਹੀਂ ਹੈਗੇ ਹੱਥਾਂ ਨੂੰ ਉਹ ਫਿਰ ਸਰਕੂਲੇਸ਼ਨ ਪੂਰ ਹੋ ਜਾਂਦਾ ਹੈ ਹਾਂਜੀ ਉਹਦੇ ਨਾਲ ਫਿਰ ਉਹ ਜ਼ਿਆਦਾ ਸੁੰਨੇ ਹੋ ਜਾਂਦੇ। ਡਾਕਟਰ ਕੁਝ ਫਰਕ ਪੈਂਦਾ ਜਦੋਂ ਤੁਹਾਡਾ ਹੱਥ ਹੈਗਾ ਜਿਹੜਾ ਤੁਸੀਂ ਅਗਰ ਸਾਈਡ ਤੇ ਸੋਨੇ ਥੱਲੇ ਆਇਆ ਹੋਵੇ ਤੇ ਉਹਨੂੰ ਜ਼ਿਆਦਾ ਇਫੈਕਟ ਹੋਏਗਾ ਕਿ ਨਹੀਂ? ਹਾਂ ਇਦਾਂ ਵੀ ਹੋ ਸਕਦਾ ਕਿ ਜੇ ਤੇ ਤੁਸੀਂ ਪ੍ਰੈਸ਼ਰ ਪਾਇਆ ਉੱਥੇ ਸਰਕੂਲੇਸ਼ਨ ਘਟ ਜਾਂਦੀ ਆ ਜੀ ਸੋ ਦੈਟ ਕੁਡ। ਡਾਕਟਰ ਜੀ ਜਦੋਂ ਵੀ ਮੈਨੂੰ ਮੇਰੇ ਫਰੈਂਡ ਵਗੈਰਾ ਕੋਈ ਇੱਦਾਂ ਬਾਹਰ ਕੋਈ ਵੀ ਮਿਲਦਾ ਆਪਣੀ ਸੰਗਤ ਮਿਲਦੀ ਮੈਨੂੰ ਗੱਲਬਾਤ ਕਰਦੇ ਨਾ ਥੋੜ੍ਹਾ ਬਹੁਤਾ ਮੈਨੂੰ ਸਵਾਲ ਪੁੱਛ ਲੈਣਾ ਹੁੰਦਾ ਤਾਂ ਕਿ ਮੈਂ ਤੁਹਾਨੂੰ ਉਸੇ ਤਰੀਕੇ ਨਾਲ ਪੁੱਛਾਂ ਨਾ ਕਿਉਂਕਿ ਅੱਧੀ ਗੱਲ ਸੁਣ ਕੇ ਮੈਂ ਤੁਹਾਨੂੰ ਪੁੱਛਾਂ ਫਿਰ ਉਹਦਾ ਸਵਾਦ ਹੀ ਨਹੀਂ ਕੋਈ ਜਵਾਬ ਹੀ ਨਹੀਂ ਹੋਣਾ ਉਹਦਾ ਯੂ ਨੋ। ਤੇ ਇਹ ਗੱਲਾਂ ਉਹ ਬੰਦੇ ਦੀਆਂ ਹੁਣ ਦਵਾ ਵਗੈਰਾ ਨਹੀਂ ਉਹਨੇ ਲਿੱਤੀ ਪਤਾ ਨਹੀਂ ਲਿੱਤੀ ਕਿ ਨਹੀਂ ਆਮ ਨੋਟ ਟੂ ਸ਼ੋਰ ਪਰ ਉਹਨੂੰ ਨਾ ਹੁਣ ਹੁੰਦਾ ਨਹੀਂ ਆ ਰਾਈਟ ਆਪੇ ਹਟ ਗਿਆ ਕਿ ਕੁਝ ਖਾਧਾ ਉਹਨੇ ਆਈ ਡੋਨਟ ਨੋ ਕੁਝ ਨਾ ਕੁਝ ਤਾਂ ਹਿੱਲਾ ਕੀਤਾ ਹੋਣਾ ਉਹਨੇ। ਅੱਛਾ ਦੱਸ ਕੋਈ ਆਪਣੀ ਡਾਈਟ ਚੇਂਜ ਕੀਤੀ ਹੋਗੀ ਜਾਂ ਕੋਈ ਐਕਸਰਸਾਈਜ਼ ਸ਼ੁਰੂ ਕੀਤੀ ਹੋਈ ਕੁਝ ਨਾ ਕੁਝ ਜਿੰਨਾ ਉਹਦਾ ਸਰਕੂਲੇਸ਼ਨ ਇੰਪਰੂਵਮੈਂਟ ਹੋ ਗਿਆ। ਹੁਣ ਤੁਸੀਂ ਡਾਈਟ ਦੀ ਗੱਲ ਸ਼ੁਰੂ ਕੀਤੀ ਮੇਰੇ ਦਿਮਾਗ 'ਚ ਤੁਸੀਂ ਵੀ ਗੱਲ ਫੜ ਲੈਂਦੇ ਹੋ ਮੈਂ ਹੁਣ ਵਾਪਸ ਆਪਾਂ ਇਮਿਊਨ ਸਿਸਟਮ ਦੀ ਗੱਲ ਕਰਨੀ ਹੈ। ਡਾਕਟਰ ਜੀ ਇਹਨੂੰ ਹੁਣ ਪਹਿਲਾਂ ਤਾਂ ਪੋਜ਼ਿਟਿਵ ਮਾਈਂਡ ਉਹ ਤਾਂ ਹੈਗਾ ਤੁਸੀਂ ਸਟਰੋਂਗ ਰੱਖੋ ਕੀ ਕਰ ਸਕਦੇ ਹੋ ਤੁਸੀਂ ਇਹਨੂੰ ਨਾ ਹਮੇਸ਼ਾ ਇਹਨੂੰ ਇਮਿਊਨ ਸਿਸਟਮ ਤੁਹਾਡਾ ਕੋਈ ਵੀ ਬਿਮਾਰੀ ਹੋਵੇ ਉਹਨੂੰ ਫਾਈਟ ਕਰ ਸਕੇ ਤਕਰੀਬਨ ਥੋੜੀ ਬਹੁਤੀ ਜੋ ਵੀ ਹੈਗੀ ਛੋਟੀ ਮੋਟੀ ਬਿਮਾਰੀਆਂ।
ਰਾਈਟ ਸੋ ਇਹ ਹੈਗਾ ਪਈ ਅਸੀਂ ਹਰੇਕ ਨੂੰ ਐਡਵਾਈਜ਼ ਕਰੀਦਾ ਪਈ ਤੁਸੀਂ ਮਲਟੀ ਵਿਟਾਮਿਨ ਲਓ ਜਿਹ 'ਚ ਸਾਰੇ ਵਿਟਾਮਿਨ ਹੁੰਦੇ ਆ ਮਲਟੀ ਮਿਨਰਲ ਵੀ ਚਾਹੀਦਾ ਹੈ ਸੇ ਸਾਰੇ ਮਿਨਰਲ ਹੋਣ ਤੇ ਐਕਸਟਰਾ ਵਿਟਾਮਿਨ ਸੀ ਚਾਹੀਦਾ ਹਾਂਜੀ ਤੇ ਐਕਸਟਰਾ ਵਿਟਾਮਿਨ ਡੀ ਤੇ ਜ਼ਿੰਕ ਇਹ 3 ਚੀਜ਼ਾਂ ਐਕਸਟਰਾ ਚਾਹੀਦੀਆਂ ਜ਼ਰੂਰ ਤੇ ਡਾਕਟਰ ਜੀ ਇਹ ਮੈਂ ਤੇ ਹੋਰ ਗੱਲ ਕਰਦਾ ਬਹੁਤ ਇੰਪੋਰਟੈਂਟ ਹੈ ਵੀ ਆਪਾਂ ਕਾਲ ਲੈ ਲਈਏ ਪਹਿਲਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਆਪਣਾ ਨਾਮ ਦੱਸੋਗੇ ਕਿੱਥੋਂ ਬੋਲਦੇ ਹੋ ਹਾਂਜੀ ਮੈਂ ਸੁਖਨਿੰਦਰ ਆ ਪਰਮਿੰਦਰ ਜੀ ਸਵਾਗਤ ਤੁਹਾਡਾ ਬੋਲੋ ਹੁਣ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਭਾਜੀ ਮੈਂ ਥੈਂਕ ਯੂ ਕਹਿਣ ਲਈ ਐਕਚੁਅਲੀ ਫੋਨ ਕੀਤਾ ਭਾਜੀ ਨੂੰ ਹਾਂਜੀ ਤੇ ਪਿਛਲੇ ਸਾਲ ਮੈਨੂੰ ਕਰੋਨਾ ਹੋ ਗਿਆ ਸੀ ਉਹਦੇ ਨਾਲ ਮੇਰੇ ਪੈਰਾਂ ਤੇ ਕਾਫੀ ਸੋਜ ਆ ਗਈ ਸੀ ਤੇ ਕਰੋਨਾ ਹਟ ਵੀ ਗਿਆ ਸੀ ਉਸ ਤੋਂ ਬਾਅਦ ਪੈਰਾਂ ਨੂੰ ਆਰਾਮ ਨਹੀਂ ਸੀ ਆ ਰਿਹਾ ਜਿੱਦਾਂ ਸੋਜ ਸੀਗੀ ਫਿਰ ਜਲਨ ਹੁੰਦੀ ਸੀ ਪੈਰਾਂ ਤੁਰ ਵੀ ਨਹੀਂ ਸੀ ਹੁੰਦਾ ਚੰਗੀ ਤਰ੍ਹਾਂ ਫਿਰ ਅਸੀਂ ਆਪਣੇ ਜੀਪੀ ਨੂੰ ਕੰਟੈਕਟ ਕੀਤਾ ਉਸਨੇ ਕਿਹਾ ਕਿ ਬਲੱਡ ਟੈਸਟ ਕਰਾ ਕੇ ਦੇਖ ਲੈਂਦੇ ਆ ਬਲੱਡ ਟੈਸਟ ਦੀ ਰਿਪੋਰਟ ਵੀ ਆ ਗਈ ਉਹਦੇ ਵਿੱਚ ਵੀ ਕੁਝ ਨਹੀਂ ਪਤਾ ਲੱਗਾ ਹਾਂਜੀ ਫਿਰ ਮੈਂ ਅਕਾਲ ਚੈਨਲ ਤੇ ਆਪਣੇ ਭਾਜੀ ਹੁਣਾਂ ਦਾ ਤੁਹਾਡਾ ਪ੍ਰੋਗਰਾਮ ਦੇਖਦੀ ਸੀ ਤੇ ਮੈਂ ਸੋਚਿਆ ਕਿ ਚਲੋ ਇਹਨਾਂ ਨੂੰ ਕੰਟੈਕਟ ਕਰਕੇ ਦੇਖਦੇ ਆਂ ਫਿਰ ਰਾਜ ਭਾਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਮੈਡੀਸਨ ਦਿੱਤੀ ਨਰਵ ਰਿਪੇਅਰ ਵਾਸਤੇ ਤੇ ਉਹ ਮੈਂ 3 ਮਹੀਨੇ ਲਈ ਮੈਡੀਸਨ ਵਰਤੀ ਜਿਹਦੇ ਨਾਲ ਮੇਰਾ ਪੈਰ ਬਿਲਕੁਲ ਠੀਕ ਹੋ ਗਿਆ ਸੋਜ ਵੀ ਹਟ ਗਈ ਪੈਰਾਂ ਦੀ ਜਲਨ ਵੀ ਠੀਕ ਹੋ ਗਈ ਕੀ ਬਾਤ ਹੈ ਤੇ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਅਕਾਲ ਚੈਨਲ ਦਾ ਜਿਹੜੇ ਕਿ ਇੰਨੇ ਵਧੀਆ ਪ੍ਰੋਗਰਾਮ ਦੇ ਰਹੇ ਆ ਜਿਹਦੇ ਨਾਲ ਅਸੀਂ ਘਰ ਬੈਠੇ ਹੀ ਇੰਨੀਆਂ ਬਿਮਾਰੀਆਂ ਤੋਂ ਅਵੇਅਰ ਹੋ ਸਕਦੇ ਹਾਂ ਜਿੱਦਾਂ ਕੋਈ ਫੋਨ ਕਰਕੇ ਪੁੱਛਦੇ ਆ ਕਿ ਮੈਨੂੰ ਆਹ ਬਿਮਾਰੀ ਆ ਉਹ ਫਿਰ ਸਾਰੇ ਹੀ ਅਸੀਂ ਜਿੰਨੇ ਦੇਖਦੇ ਹੁੰਦੇ ਆ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਇਸ ਬਿਮਾਰੀ ਤੋਂ ਕਿੱਦਾਂ ਬਚਣਾ ਹੈਗਾ ਬਿਲਕੁਲ ਬਿਲਕੁਲ ਤੇ ਮੈਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਜਿਹਦੇ ਨਾਲ ਮੈਂ ਅਕਾਲ ਚੈਨਲ ਦਾ ਤੇ ਰਾਜ ਭਾਜੀ ਦਾ ਸ਼ੁਕਰੀਆ ਅਦਾ ਕਰ ਸਕਾਂ ਕਿ ਇਹ ਪ੍ਰੋਗਰਾਮ ਦੇਖਣ ਦੇ ਨਾਲ ਸਾਨੂੰ ਕਿੰਨੀਆਂ ਬਿਮਾਰੀਆਂ ਤੋਂ ਪਤਾ ਲੱਗਦਾ ਆ ਤੇ ਅਸੀਂ ਘਰ ਬੈਠੇ ਹੀ ਅਵੇਅਰ ਹੋ ਸਕਦੇ ਹਾਂ ਪਰ ਜੇ ਤੁਸੀਂ ਤੰਦਰੁਸਤ ਹੈਗੇ ਨਾ ਸਾਡੇ ਲਈ ਬਹੁਤ ਵੱਡੀ ਗੱਲ ਇਹ ਹੈਗਾ ਜੋ ਅਕਾਲ ਚੈਨਲ ਸੇਵਾ ਕਰਦੇ ਆ ਸਾਡੇ ਭਾਜੀ ਸੇਵਾ ਕਰਦੇ ਨੇ ਫਰਕ ਪੈ ਗਿਆ ਤੁਸੀਂ ਤੰਦਰੁਸਤ ਹੋ ਸਾਡੇ ਲਈ ਬੜੀ ਵੱਡੀ ਗੱਲ ਹੈ ਬੜੀ ਵੱਡੀ ਦੁਆ ਹੋ ਸਾਡੇ ਲਈ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿਹਦੇ ਨਾਲ ਆਰਾਮ ਆ ਜਾਂਦਾ ਦੂਸਰਾ ਇਹਨਾਂ ਦੀ ਹੋਮੋਪੈਥਿਕ ਮੈਡੀਸਨ ਦੇ ਸਾਈਡ ਇਫੈਕਟ ਨਹੀਂ ਹੁੰਦੇ ਜੇ ਆਪਾਂ ਦੂਸਰੀ ਕੋਈ ਦਵਾਈ ਲੈਂਦੇ ਆ ਇੱਕ ਚੀਜ਼ ਤੋਂ ਆਰਾਮ ਆ ਜਾਂਦਾ ਤੇ ਹੋਰ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਥੈਂਕ ਯੂ ਭੈਣ ਜੀ ਥੈਂਕ ਯੂ ਵੈਰੀ ਮਚ ਫੀਡਬੈਕ ਦੇਣ ਦਾ ਥੈਂਕ ਯੂ ਜੀ ਥੈਂਕ ਯੂ ਭਾਜੀ ਡਾਕਟਰ ਜੀ ਤੁਸੀਂ ਮੈਂ ਹੋਰ ਬੜੇ ਸਵਾਲ ਨੇ ਪਹਿਲਾਂ ਇੱਧਰ ਜਾਣਾ ਜਦੋਂ ਦੇਖੋ ਕੋਈ ਬੰਦਾ ਨਾ ਕੋਈ ਚੀਜ਼ ਬਣਾਉਂਦਾ ਉਹ ਦੇਖਦਾ ਬੜੀ ਸੋਹਣੀ ਬਣ ਗਈ ਉਹਨੂੰ ਖੁਸ਼ ਹੁੰਦਾ ਦੇਖ ਕੇ ਹਾਂਜੀ ਹਾਂਜੀ ਕੋਈ ਵੀ ਚੀਜ਼ ਤੁਸੀਂ ਦੇਖ ਲਓ ਮਕੈਨੀਕਲ ਹੋਵੇ ਇੰਜੀਨੀਅਰ ਕੁਝ ਵੀ ਬਣਾਇਆ ਹੋਵੇ ਲੱਕੜ ਦਾ ਕੰਮ ਸਟੀਲ ਦਾ ਕੰਮ ਕੋਈ ਵੀ ਤੇ ਜਦੋਂ ਤੁਹਾਨੂੰ ਇਦਾਂ ਤੁਸੀਂ ਹੁਣ ਬੰਦਿਆਂ ਨੂੰ ਤੰਦਰੁਸਤ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਯਾਰ ਦੇਖੋ ਬੰਦਾ ਠੀਕ ਹੋ ਗਿਆ ਅੱਛਾ ਬੋਲਦੇ ਨੇ ਦੁਆ ਤੁਹਾਨੂੰ ਕਿੱਦਾਂ ਫੀਲ ਹੁੰਦਾ ਬਹੁਤ ਖੁਸ਼ੀ ਆਉਂਦੀ ਭਾਜੀ ਤੁਸੀਂ ਬਿਲੀਵ ਨਹੀਂ ਕਰੋਗੇ ਜਿੰਨਾ ਸਾਨੂੰ ਨਾ ਅੰਦਰੋਂ ਵਧੀਆ ਫੀਲਿੰਗ ਆਉਂਦਾ ਹੈ ਬਿਲਕੁਲ ਜਦੋਂ ਪੇਸ਼ੈਂਟ ਕਹਿੰਦਾ ਦੇਖੋ ਅਸੀਂ ਜੀਪੀ ਤੋਂ ਵੀ ਪੁੱਛਿਆ ਅਸੀਂ ਟੈਸਟ ਵੀ ਕਰਾਇਆ ਹਾਂਜੀ ਦਵਾਈ ਵੀ ਉਹਨਾਂ ਤੋਂ ਲਈ ਕੁਝ ਨਹੀਂ ਹੋਇਆ ਸਾਨੂੰ ਤੇ ਫਿਰ ਅਸੀਂ ਤੁਹਾਡੇ ਕੋਲੋਂ ਦਵਾਈ ਲਈ ਤੇ ਅਸੀਂ ਸਾਨੂੰ ਬਿਲਕੁਲ ਆਰਾਮ ਆ ਗਿਆ ਹਾਂਜੀ ਤੇ ਇਹਦੇ ਨਾਲ ਹੋਰ ਵੱਧ ਕੀ ਹੋ ਸਕਦਾ ਹਾਂਜੀ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਇਸੇ ਕਰਕੇ ਕੰਮ ਚਲਾਈ ਜਾਂਦੇ ਆ ਹਾਂਜੀ ਕੰਮ ਕਰੀ ਜਾਂਦੇ ਆ ਜਿੱਦਾਂ ਵੀ ਹੋ ਸਕੇ ਇਹ ਨਹੀਂ ਕਹਿ ਸਕਦੇ ਸੀ ਵੀ ਹਰੇਕ ਨੂੰ ਠੀਕ ਕਰ ਦੇਵਾਂਗੇ ਹਰੇਕ ਦਾ ਠੀਕ ਨਹੀਂ ਹੋਣ ਵਾਲੇ ਤੇ ਰੱਬ ਦੇ ਹੱਥ ਆ ਕਿ ਇਹਨੂੰ ਠੀਕ ਕਰਨਾ ਨਹੀਂ ਕਰਨਾ ਪਰ ਪੂਰੀ ਕੋਸ਼ਿਸ਼ ਕਰੀਦੀ ਆ ਤੇ ਜਿੰਨੇ ਮੈਜੋਰਿਟੀ ਆਫ ਦੇ ਪੇਸ਼ੈਂਟਸ ਜਿਹੜੇ ਆ ਪੋਜ਼ਿਟਿਵ ਰਿਜ਼ਲਟ ਆਉਂਦੇ ਆ ਤੇ ਇਹਨਾਂ ਦੇ ਜਿਹੜਾ ਪ੍ਰੋਬਲਮ ਸੀ ਉਹ ਬੜਾ ਸੀਰੀਅਸ ਸੀ ਕਿਉਂਕਿ ਇਹਨਾਂ ਦੇ ਪੈਰਾਂ ਦੀ ਨਾੜਾਂ ਜਿਹੜੀਆਂ ਉਹ ਡੈਮੇਜ ਹੋ ਗਈਆਂ ਸੀਆਂ ਤੇ ਇਹ ਕਈ ਕੇਸ ਕਰੋਨਾ ਦੇ ਆਉਂਦੇ ਜੇ ਕਰੋਨਾ ਵਾਇਰਸ ਦੇ ਨਾਲ ਉਹਨਾਂ ਦੀ ਪੈਰਾਂ ਦੀਆਂ ਨਾੜਾਂ ਡੈਮੇਜ ਹੋ ਜਾਂਦੀਆਂ ਭਾਜੀ ਸੋ ਇਹ ਬੜਾ ਅਮੇਜ਼ਿੰਗ ਰਿਜ਼ਲਟ ਆਇਆ ਵੀ ਸਪਲੀਮੈਂਟਸ ਤੇ ਹੋਮਿਓਪੈਥੀ ਦਵਾਈਆਂ ਨੇ ਠੀਕ ਕਰ ਦਿੱਤਾ ਜੀ ਡਾਕਟਰ ਜੀ ਤੁਸੀਂ ਬੜੀ ਅੱਛੀ ਗੱਲ ਕਹੀ ਕਿ ਰੱਬ ਦਾ ਹੱਥ ਹੁੰਦਾ ਇਹਦੇ ਵਿੱਚ ਉਹ ਤਾਂ ਅਸੀਂ ਮੰਨਦੇ ਹਾਂ ਬਿਲਕੁਲ ਕਿਸੇ ਬਗੈਰ ਸ਼ੱਕ ਤੋਂ ਲੇਕਿਨ ਰੱਬ ਆਪ ਖੁਦ ਥੱਲੇ ਨਹੀਂ ਆਉਂਦਾ ਬੰਦੇ ਭੇਜਦਾ ਹੈ ਤੁਹਾਡੇ ਵਰਗੇ ਹਾਂਜੀ ਹਾਂਜੀ ਕੋਈ ਜਗ੍ਹਾ ਕੋਈ ਮਾੜਾ ਕਰਨ ਉਹੀ ਕਰਾਉਂਦਾ ਸਭ ਕੁਝ ਸੱਚੀ ਗੱਲ ਹੈ ਚਲੋ ਆਪਾਂ ਕਾਲ ਹੋ ਰਹੇ ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਥਿੰਕ ਡ੍ਰੌਪ ਕਾਲ ਹੋ ਗਿਆ ਪਲੀਜ਼ ਵਾਪਸ ਕਾਲ ਕਰ ਸਕਦੇ ਹੋ ਹਾਲੇ ਟਾਈਮ ਹੈਗਾ ਅਸੀਂ ਤੁਹਾਡਾ ਕਾਲ ਲੈ ਸਕਦੇ ਹਾਂ ਡਾਕਟਰ ਜੀ ਹੁਣ ਜਿੱਦਾਂ ਤੁਸੀਂ ਇਮਿਊਨ ਸਿਸਟਮ ਦੀ ਗੱਲ ਕਰਦੇ ਆ ਮੇਰੀ ਆਦਤ ਹੈ ਕਿ ਜਿਹੜਾ ਆਪਾਂ ਸਬਜੈਕਟ ਸ਼ੁਰੂ ਕੀਤਾ ਉੱਥੇ ਵੀ ਜਾਈਏ ਕਈ ਦਫਾ ਆਪਾਂ ਪਰੇ ਚਲੇ ਜਾਂਦੇ ਵਾਪਸ ਜਾਇਆ ਨਹੀਂ ਜਾਂਦਾ ਉਹਦੇ ਉੱਪਰ ਕਿਉਂਕਿ ਕਾਲ ਆ ਜਾਂਦੇ ਕਿਸੇ ਹੋਰ ਪਾਸੇ ਡ੍ਰਿਫਟ ਹੋ ਜਾਂਦੇ ਆ ਜਿਹੜਾ ਹੁਣ ਤੁਸੀਂ ਵਿਟਾਮਿਨ ਦੱਸਿਆ ਡੀ ਦਾ ਖਾਣਾ ਸੀ ਦਾ ਖਾਣਾ ਉਹ ਖਾਣਾ ਡਾਕਟਰ ਜੀ ਇਹਦਾ ਕੋਈ ਨੁਕਸਾਨ ਤਾਂ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਵਿਟਾਮਿਨਸ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ
ਕੋਈ ਨੁਕਸਾਨ ਨਹੀਂ ਹੈਗਾ ਜੇ ਤੁਸੀਂ ਰეკਮੈਂਡਡ ਡੋਜ਼ ਲੈਂਦੇ ਆ। ਰਿਕਮੈਂਡਡ ਡੋਜ਼, ਹਾਂ ਹਾਂਜੀ, ਤੇ ਉਹ ਕੋਈ ਨੁਕਸਾਨ ਨਹੀਂ ਹੈਗਾ। ਤੇ ਵਿਟਾਮਿਨ ਸੀ ਜਿਹੜੀ ਆ ਉਹ ਬੋਡੀ ਸਟੋਰ ਨਹੀਂ ਬੋਡੀ ਵਿੱਚ ਹੁੰਦੀ, ਇਸ ਕਰਕੇ ਮੈਂ ਕਹਿੰਦਾ ਪਈ ਉਹ ਵੱਧ ਲੈਣਾ ਚਾਹੀਦਾ ਹੈ। ਤੇ ਵਿਟਾਮਿਨ ਡੀ ਜਿਹੜਾ ਆ ਉਹ ਸਾਨੂੰ ਇਸ ਮੁਲਕ ਵਿੱਚ ਮਿਲਦਾ ਨਹੀਂ, ਕਿਉਂਕਿ ਇੱਥੇ ਧੁੱਪ ਬਹੁਤ ਘੱਟ ਜਾਂਦੀ ਆ। ਹਾਂਜੀ, ਨੋਰਮਲੀ ਉਹ ਧੁੱਪ ਦੇ ਨਾਲ ਤੁਹਾਡੇ ਸਕਿਨ ਵਿੱਚ ਬਣਦਾ, ਤੇ ਉਹਦਾ ਜਿਹੜਾ ਅਲਾਊਂਸ ਉਹ ਵੀ ਬਹੁਤ ਘੱਟ ਆ ਪਹਿਲਾਂ ਨਾਲੋਂ, ਕਿਉਂਕਿ ਇਹ ਜਿਹੜੇ ਰეკਮੈਂਡਡ ਅਲਾਊਂਸ ਆ ਇਹ ਬਹੁਤ ਚਿਰਾਂ ਦੇ ਫਿਕਸ ਕੀਤੇ ਆ, ਤੇ ਇਹਨਾਂ ਨੂੰ ਕਦੇ ਰਿਵਿਊ ਨਹੀਂ ਕੀਤਾ ਹੈਗੇ। ਸੋ ਇਹ ਮੈਂ ਕਹੂੰਗਾ ਵੀ ਵਿਟਾਮਿਨ ਡੀ ਜ਼ਿਆਦਾ ਲੈਣਾ ਚਾਹੀਦਾ। ਵਿਟਾਮਿਨ ਸੀ, ਹਾਂ ਵਿਟਾਮਿਨ ਸੀ ਵੀ, ਵਿਟਾਮਿਨ ਡੀ ਵੀ ਜ਼ਿਆਦਾ ਲੈਣਾ ਚਾਹੀਦਾ। ਪਰ ਜਿਹੜਾ ਵਿਟਾਮਿਨ ਸੀ ਹੈ ਡਾਕਟਰ ਜੀ, ਉਹ ਤਾਂ ਰੋਜ਼ ਲਵੋ, ਤੁਸੀਂ ਲਵੋ, ਕੋਈ ਨੁਕਸਾਨ ਨਹੀਂ ਹੁੰਦਾ? ਉਹਦਾ ਕੋਈ ਨੁਕਸਾਨ ਨਹੀਂ, ਕੋਈ ਬਾਹਲਾ ਸਟੋਰ ਨਹੀਂ ਹੁੰਦਾ ਬੋਡੀ ਵਿੱਚ, ਤੇ ਨਾ ਹੀ ਉਹ ਸਰੀਰ ਦੇ ਵਿੱਚ ਬਣਦਾ ਹੀ ਆ, ਇਸੇ ਕਰਕੇ ਉਹ ਸਪਲੀਮੈਂਟ ਲੈਣਾ ਪੈਂਦਾ ਆ। ਹਾਂਜੀ, ਜ਼ਿਆਦਾ ਫਰੂਟਸ ਤੇ ਵੈਜੀਟੇਬਲਸ ਫਰੈਸ਼ ਚੀਜ਼ਾਂ ਤੋਂ ਜ਼ਿਆਦਾ ਹੁੰਦਾ ਹੈ, ਤੇ ਪਰ ਉਹ ਵੀ ਅਸੀਂ ਇੰਨਾ ਨਹੀਂ ਖਾਂਦੇ ਅੱਜ ਕੱਲ੍ਹ ਫਰੈਸ਼ ਪ੍ਰੋਡਿਊਸ ਜਿਹੜਾ, ਇਸ ਕਰਕੇ ਉਹ ਸਪਲੀਮੈਂਟ ਲੈਣਾ ਜ਼ਰੂਰੀ ਆ ਵਿਟਾਮਿਨ ਸੀ ਦਾ। ਡਾਕਟਰ ਜੀ ਕਾਲ ਲੈਣੇ, ਮੇਰੇ ਦਿਮਾਗ ਪਰ ਗੱਲ ਆਉਂਦੀ ਫਿਰ ਕਾਲ ਆ ਜਾਂਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਸਵਾਗਤ, ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਅਸੀਂ ਇਹ ਤੋਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਬੋਲੋ ਜੀ, ਪੁੱਛੋ ਕੀ ਡਾਕਟਰ ਨੂੰ? ਇਹ ਤੋਂ ਹੇਜ ਤੋਂ ਬੋਲਦੇ ਆ ਜੀ। ਹਾਂਜੀ ਠੀਕ ਹੈ, ਬੋਲੋ ਭਾਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਇਹ ਤੁਸੀਂ ਜੀ ਉਹ ਦੂਜਾ ਦੱਸਿਆ ਸੀਗਾ ਜਿਹੜੇ ਪੈਰਾਂ ਵਾਈਫ ਦੇ ਹੈ ਨਾ, ਪੈਰਾਂ ਦੇ ਨਹੁੰ ਬਹੁਤ ਮੋਟੇ ਦਾ ਡਰਾਈ ਆ, ਜਿਹੜੇ ਤੁਸੀਂ ਕਿਹਾ ਸੀਗਾ ਮਾਊਥ ਵਾਸ਼ ਵਿੱਚ ਡੋਬੋ। ਹਾਂ ਉਹ ਕਿੱਦਾਂ ਜਾਂ ਡੋਬ ਕੇ ਰੱਖਣੇ ਜੀ? ਹਾਂਜੀ, ਸੋ ਲਿਸਟਰੀਨ ਮਾਊਥ ਵਾਸ਼ ਆ, ਤੇ ਉਹਦੇ ਵਿੱਚ ਤੁਸੀਂ 15-20 ਮਿੰਟ ਹਰ ਰੋਜ਼ ਉਹ ਡੋਬ ਕੇ ਰੱਖੋ। ਹਾਂਜੀ, ਅੱਛਾ, ਉਹ ਮਾਊਥ ਵਾਸ਼ ਜੀ ਜਿਹੜਾ ਇੱਕ ਵਾਰੀ ਆ ਉਹੋ ਹੀ ਪਾਈਏ ਕਿ ਨਹੀਂ ਦੁਬਾਰਾ ਫਿਰ ਤੁਸੀਂ ਬਚ ਸਕਦੇ ਆ? ਹਾਂਜੀ, ਜਾਣੀ ਕਿ ਟੁੰਬਿਆਂ ਨਾਲ ਨਹੀਂ ਲਾਉਣਾ, ਉਹ ਚ ਡੋਬਣੇ ਆ ਜੀ? ਹਾਂਜੀ, ਡੋਬਣੇ ਤਾਂ ਬੈਟਰ ਰਹੂਗਾ। ਉੱਦਾਂ ਜੇ ਤੁਸੀਂ ਨਹੀਂ ਇੱਦਾਂ ਕਰਨਾ ਚਾਹੁੰਦੇ ਤਾਂ ਤੁਸੀਂ ਉਹ ਰੂੰ ਤੇ ਲਾ ਕੇ ਵੀ ਉੱਤੇ ਲਾ ਸਕਦੇ ਹੋ। ਹਾਂਜੀ, ਉਹਦਾ ਇਫੈਕਟ ਘੱਟ ਹੋਣਾ, ਜੇ ਤੁਸੀਂ ਵਿੱਚ ਡੋਬ ਰੱਖੋਗੇ ਉਹਦਾ ਇਫੈਕਟ ਜ਼ਿਆਦਾ ਪੈਣਾ ਜੀ। ਅੱਛਾ, ਤੇ ਉਹ ਮਾਊਥ ਵਾਸ਼ ਆ ਜਿਹੜਾ ਜੀ ਉਹ ਦੂਜਾ ਚੇਂਜ ਕਰਨਾ ਜਾਣੀ ਕਿ ਨਹੀਂ, ਤੁਸੀਂ ਉਹ ਦੁਬਾਰਾ ਵਰਤ ਸਕਦੇ ਆ ਕੁਛ ਦਿਨ। ਚਲੋ ਠੀਕ ਆ, ਮਤਲਬ ਉਹ ਸ਼ੀਸ਼ੀ ਮਿਲ ਜਾਂਦੀ ਆ ਵੀ ਅੱਧੀ ਉਹ ਪੂਰੀ ਪੈਣੀ ਹੈ ਨਾ, ਪਲੇਟ ਚ ਪਾ ਕੇ ਡੋਬਣਾ ਪਊਗਾ ਚੌੜੇ ਭਾਂਡੇ। ਹਾਂਜੀ, ਦੈਟਸ ਰਾਈਟ। ਓਕੇ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਟੀਵੀ ਦੇਖਦੇ ਰਹੋ, ਕਿ ਮੈਂ ਹਮੇਸ਼ਾ ਕਹਿੰਦਾ ਨਾ ਜਦੋਂ ਤੁਸੀਂ ਗੱਲ ਖਤਮ ਕਰਦੇ ਸੀ ਥੋੜੀ ਬਹੁਤੀ ਉਹਦੀ ਚਰਚਾ ਵਗੈਰਾ ਕਰਦੇ ਆ। ਡਾਕਟਰ ਜੀ, ਹੁਣ ਜਿਹੜਾ ਵੀ ਕਿਸੇ ਵੀ ਤਰ੍ਹਾਂ ਦਾ ਇਲਾਜ ਹੁੰਦਾ, ਪਹਿਲਾਂ ਤਾਂ ਇਹਨਾਂ ਨੂੰ ਤੁਸੀਂ ਵੀ ਤਾਂ ਮੈਡੀਕਲ ਐਡਵਾਈਸ ਦਿੱਤੀ, ਆਪਣਾ ਜੀਪੀ ਕੋਲ ਵੀ ਪੁੱਛ ਲਓ, ਕਿਉਂਕਿ ਤੁਹਾਨੂੰ ਸਾਰੀਆਂ ਇਹਨਾਂ ਦੀ ਬਿਮਾਰੀਆਂ ਨਹੀਂ ਪਤਾ, ਸਾਨੂੰ ਇਹਨਾਂ ਨੇ ਹਿਸਟਰੀ ਨਹੀਂ ਦੱਸੀ। ਲੇਕਿਨ ਜਿੱਦਾਂ ਤੁਸੀਂ ਥੋੜ੍ਹਾ ਬਹੁਤਾ ਦੱਸਦੇ ਹੋ, ਇਹ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਇਲਾਜ ਹੋ ਸਕਦਾ ਉਹਦੇ ਨਾਲ। ਨਹੀਂ ਜੀ, ਨਹੀਂ, ਹੈ ਨਾ? ਦੈਟਸ ਰਾਈਟ। ਇਹ ਤਾਂ ਜਨਰਲ ਹੈਗਾ। ਹਾਂ, ਦੇਈਦੀ ਆਪਾਂ, ਇਹ ਨਹੀਂ ਕਹਿ ਸਕਦੇ ਵੀ 100 ਆਊਟ ਆਫ 100 ਮਰੀਜ਼ਾਂ ਨੂੰ ਫਰਕ ਪੈ ਜਾਊਗਾ। ਪਰ ਡਾਕਟਰ ਜੀ ਗੱਲ ਹੋਰ ਹੁੰਦੀ ਹੈ ਨਾ, ਕਿੰਨੇ ਸਾਲ ਹੋ ਗਏ ਉਹਨਾਂ ਦੀ ਉਹ ਚੀਜ਼ ਨੂੰ ਹੋਈ ਕਿੰਨਾ ਵਰਸਟ ਕੰਡੀਸ਼ਨ ਹੋ ਗਈ ਹੈ, ਕਿਹੜੀ ਸਟੇਟ ਵਿੱਚ ਉਹ ਹੈਗਾ, ਆਪਾਂ ਤਾਂ ਜਨਰਲਾਈਜ਼ ਗੱਲ ਕੀਤੀ, ਜਨਰਲਾਈਜ਼ ਕਰੀਦੀ ਆ। ਤੇ ਜਿੱਦਾਂ ਤੁਸੀਂ ਦੱਸਿਆ ਸੀ ਵੀ ਕਿਸੇ ਦੇ 9 ਤੇ ਸੀ, ਹੈ ਨਾ, ਤੇ ਉਹ ਬਹੁਤ ਜਲਦੀ ਠੀਕ ਹੋ ਗਿਆ, ਉਹਨਾਂ ਦੇ ਬਹੁਤ ਥੋੜਾ ਸੀ ਹੋਏ ਆ। ਤੇ ਜਿਹੜੇ ਪੈਰਾਂ ਦੇ ਹੁੰਦੇ ਇਹਨਾਂ ਦੇ ਤਕਰੀਬਨ ਜ਼ਿਆਦਾ ਹੁੰਦਾ ਹੈ, ਤੇ ਹੁੰਦਾ ਵੀ ਬਹੁਤ ਚਿਰਾਂ ਦਾ ਕਈ ਲੋਕਾਂ ਦੇ। ਡਾਕਟਰ ਆਪਾਂ ਗੱਲ ਕਰਦੇ ਸੀ ਜਦੋਂ ਬ੍ਰੇਕ 'ਚ ਵੀ ਗੱਲ ਕੀਤੀ, ਕਈ ਲੋਕਾਂ ਦੇ ਤੇ ਨਾ ਬਹੁਤ ਬੁਰੀ ਹਾਲਤ ਹੁੰਦੀ ਨਹੁੰ ਦੀ। ਉਹ ਕਈ ਦਫਾ ਤੁਸੀਂ ਦੇਖਦੇ ਹੋ, ਹਰ ਦਫਾ ਨਹੀਂ ਮੌਕਾ ਲੱਗਦਾ ਜਦੋਂ ਬਾਹਰ ਮਿਲਦੇ ਸ਼ੂਜ਼ ਪਾਏ ਦੇ, ਜਦੋਂ ਕਿਸੇ ਦੇ ਘਰ ਜਾਂਦੇ ਹੋ ਦੇਖਦੇ ਹੋ ਕਿਸੇ ਤਰੀਕੇ ਨਾਲ, ਜਾਂ ਗੁਰੂ ਘਰ ਜਾਓ ਜਿੱਥੇ ਉਹਨਾਂ ਨੇ ਆਪਣੇ ਸੌਕਸ ਦੇ ਸ਼ੂਜ਼ ਲਾਏ ਹੁੰਦੇ ਨੇ, ਤੇ ਕਈ ਦਫਾ ਬੰਦਾ ਦੇਖਦਾ ਯਾਰ ਇਹਨੇ ਇੰਨੀ ਬੁਰੀ ਹਾਲਤ ਹੈ, ਇਹਦੇ ਬਾਰੇ ਕੁਝ ਕਰ ਕਿਉਂ ਨਹੀਂ ਰਹੇ? ਕਿਉਂਕਿ ਹੁਣ ਆਪਾਂ ਮੈਡੀਕਲ, ਮੇਰੀ ਬੜੀ ਆਦਤ ਹੈ ਕਿ ਲੋਕ ਕਿਸੇ ਦਾ ਭਲਾ ਹੋਵੇ, ਹੁਣ ਤੁਸੀਂ ਕਿਸੇ ਜਾ ਕੇ ਐਵੇਂ ਹੈਲਪ ਆਫਰ ਨਹੀਂ ਕਰ ਸਕਦੇ, ਕਿਉਂਕਿ ਬੰਦਾ ਕਿਸੇ ਦਫਾ ਬੁਰਾ ਵੀ ਮੰਨੇਗਾ ਕਿ ਤੂੰ ਮੇਰੇ ਪੈਰਾਂ ਵੱਲ ਕਿਉਂ ਦੇਖਦਾ। ਹਾਂ, ਦੈਟਸ ਰਾਈਟ। ਤੁਸੀਂ ਆਪਣੇ ਆਪ ਖੁਦ ਐਡਵਾਈਸ ਨਹੀਂ ਦੇ ਸਕਦੇ। ਉਹੀ ਨਾ, ਇੱਦਾਂ ਨਹੀਂ ਅੱਛਾ ਲੱਗਦਾ ਨਾ। ਦੱਸ, ਜੇ ਕੋਈ ਪੁੱਛੇ ਤਾਂ ਹੀ ਆ। ਹਾਂਜੀ, ਤੇ ਕਈ ਵਾਰੀ ਸਾਡੇ ਘਰ ਵਾਲੇ ਕਹਿੰਦੇ ਹੁੰਦੇ ਆ ਨਾ ਵੀ ਤੁਸੀਂ ਦੇਖੋ ਇਹ ਵਿਚਾਰਾ ਸਫਰ ਕਰ ਰਿਹਾ ਹੈ, ਤਕਲੀਫ ਹੈ, ਵੀ ਤੂੰ ਇਹਨੂੰ ਕੋਈ ਦਵਾਈ ਦੇ ਦੇ। ਹੁੰਦਾ ਨਾ, ਮੈਂ ਪੁੱਛਿਆ ਨਹੀਂ ਹੈਗਾ, ਮੈਂ ਮੱਲੋ ਮੱਲੀ ਉਹਨੂੰ ਕਹਿੰਦਾ ਕਿ ਤੂੰ ਦਵਾਈ ਲੈ। ਆਪਾਂ ਕਾਲ ਲੈ ਲਈਏ। ਕੋਲ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸੋ ਕਿ ਕਿੱਥੋਂ ਬੋਲਦੇ ਹੋ? ਜਤਿੰਦਰ ਕੌਰ ਮੇਰਾ ਨਾਮ ਆ। ਹਾਂਜੀ, ਲੰਡਨ ਤੋਂ ਬੋਲਦੀ ਆ, ਹੰਸਲੋ ਅਨਹੈਸਟਨ। ਹਾਂਜੀ ਭਾਜੀ, ਪੁੱਛੋ ਡਾਕਟਰ ਜੀ ਨੂੰ ਕੀ ਕਹਿਣਾ ਚਾਹੁੰਦੇ? ਨਾ ਖੰਘ ਬਹੁਤ ਆਉਂਦੀ ਰਹਿੰਦੀ ਆ, ਢੂਈ ਦੇ ਪਿੱਛੋਂ ਰੇਸ਼ਾ ਬਣਦੀ ਆ, ਮੋਰੇ ਮੇਰੇ ਕੁਛ ਨੇ, ਡਾਕਟਰ ਚੈੱਕ ਕਰਦੇ ਆ, ਐਕਸਰੇ ਵੀ ਕੀਤੇ ਆ, ਬੈਗ ਦੇ ਵਿੱਚੋਂ ਨਾੜਾਂ ਪਾਣੀ ਛੱਡਦੀਆਂ, ਉਹ ਮੈਨੂੰ ਖੰਘ ਆਉਂਦੀ ਰਹਿੰਦੀ, ਰੇਸ਼ਾ ਮੂੰਹ ਚ ਆਉਂਦੀ ਰਹਿੰਦੀ ਆ। ਮੈਨੂੰ ਗੱਲ ਆ। ਹਾਂਜੀ, ਕਿੰਨਾ ਚਿਰ ਹੋ ਗਿਆ ਜੀ? ਸਾਲ ਹੀ ਹੋ ਚੱਲਿਆ। ਉਹ ਐਕਸਰੇ ਵੀ ਕਰਾਏ ਆ, ਤੇ
ਸਾਰਾ ਕੁਝ ਕੀਤਾ, ਉਹ ਕਹਿੰਦੇ ਕੁਛ ਨਹੀਂ ਗਾ, ਛਾਤੀ ਮੇਰੀ ਕਲੀਨ ਆ। ਅੱਛਾ ਜੀ, ਇਹ ਕੈਮਰਾ ਪਾ ਕੇ ਵੀ ਦੇਖਿਆ ਜੀ? ਹਾਂਜੀ ਆਹੋ, ਕੈਮਰਾ ਪਾ ਕੇ? ਕੈਮਰਾ ਵੀ ਪਾਇਆ ਸੀ ਇੱਕ ਹਾਂ, ਵਾਰੀ ਆਹੋ। ਉਹ 'ਚ ਵੀ ਕੁਛ ਨਹੀਂ ਆਇਆ? ਹਾਂ ਅੱਛਾ ਕਹਿੰਦੇ ਜੀ। ਠੀਕ ਆ ਏਦਾਂ ਹਾਂ। ਬਸ ਫਿਰ? ਕੁਛ ਨਹੀਂ ਗਾ, ਕੁਛ ਨਹੀਂ ਗਾ। ਹਾਂ ਹਾਂ ਹਾਂ। ਉਹ ਰੇਸ਼ਾ ਨਹੀਂ ਹਟਦੀ ਮੇਰੀ, ਅੱਛਾ ਜੀ। ਟੂਈ ਦੇ ਪਿੱਛੋਂ ਬਣਦੀ ਆ, ਇਹੀ ਗੱਲ ਆ। ਹਾਂ, ਨਾਲ ਖੰਘ ਆਉਂਦੀ ਹੈ ਨਾ? ਹਾਂ ਖੰਘ ਵੀ ਆਉਂਦੀ ਆ। ਹਾਂਜੀ। ਸੋ ਇਹਦੀ ਜੇ ਤਾਂ ਛਾਤੀ ਕਲੀਅਰ ਆ, ਫਿਰ ਦਾ ਮਤਲਬ ਛਾਤੀ ਚੋਂ ਨਹੀਂ ਰੇਸ਼ਾ ਆ ਰਹੀ ਹਾਂ ਤੁਹਾਡੀ? ਛਾਤੀ ਜੋ ਹੈ ਨੀ ਗੀ। ਹਾਂਜੀ। ਪਿੱਛੋਂ ਨਾੜਾਂ ਬਣਾਉਂਦੀਆਂ ਟੂਈ ਦੇ ਮੂੰਹ, ਉਹ ਪਿੱਛੇ ਜਦੋਂ ਨਾ ਬੱਖੀ ਚ ਆ ਬੰਦੀ ਆ, ਜਿੱਦਾਂ ਖੱਬੀ ਬੱਖੀ ਚ, ਫਿਰ ਉਹ ਮੁੜ ਕੇ ਫੇਤਾਂ ਨੂੰ ਮੂੰਹ ਤੇ ਪਿੱਛੇ ਮੋਰਾਂ ਦੇ ਪਿੱਛੋਂ ਦੀ ਉੱਪਰ ਦੀ ਆਉਂਦੀ ਆ, ਇਦਾਂ ਆ ਇਹ ਪਤਾ ਨਹੀਂ ਕੀ ਬਿਮਾਰੀ। ਹਾਂਜੀ। ਉਹ ਕਹਿੰਦੇ ਤੂੰ ਠੀਕ ਆ, ਕੁਛ ਨਹੀਂ ਰਹੂੰਗਾ। ਹਾਂਜੀ, ਇਹ ਤੁਹਾਨੂੰ ਫਿਰ ਰੀਫਲਕਸ ਲੱਗਦਾ ਹੁੰਦਾ? ਹਾਂਜੀ ਰੀਫਲਕਸ ਕਹਿੰਦੇ ਇਹਨੂੰ। ਅੱਛਾ। ਤੇ ਜਿਹੜਾ ਤੁਹਾਡਾ ਸਟਮਕ ਆ, ਉੱਥੋਂ ਤੁਹਾਡੇ ਥੋੜਾ ਜਿਹਾ ਤਾਹਾਂ ਨੂੰ ਮੁੜ ਕੇ ਆ ਰਿਹਾ ਖਾਣਾ ਜੀ? ਹਾਂ ਇਦਾਂ ਹੀ ਆ ਉਹ ਨਾ, ਬੱਖੀ ਚ ਵੀ ਮੁੜ ਕੇ ਫੇਤਾਂ ਨੂੰ ਪਾਣੀ ਮੂੰਹ ਚ ਆ ਜਾਂਦੀ ਮੂੰਹ ਚ। ਹਾਂਜੀ, ਮੂੰਹ ਚ ਆ ਰਿਹਾ ਪਾਣੀ, ਉਹਦੇ ਨਾਲ ਰੇਸ਼ਾ ਆ, ਤੇ ਉਹਦੇ ਨਾਲ ਫਿਰ ਖੰਘ ਆਉਂਦੀ ਆ। ਹਾਂਜੀ ਹਾਂ ਠੀਕ ਹੈ, ਤੁਸੀਂ ਫਿਰ ਸਾਨੂੰ ਕੰਟੈਕਟ ਕਰਿਓ, ਫਿਰ ਇਹਦਾ ਇਲਾਜ ਤੁਹਾਨੂੰ ਦੱਸਾਂਗੇ। ਹਾਂਜੀ। ਅੱਛਾ। ਮੈਨੂੰ ਇੰਨਾ ਪੜ੍ਹਨਾ ਪੁੜ੍ਹਨਾ ਨਹੀਂ ਆਉਂਦਾ। ਹਾਂਜੀ। ਤੇ ਤੁਹਾਨੂੰ ਆਪ ਕਰ ਸਕਦੇ ਟੈਲੀਫੋਨ? ਨਹੀਂ, ਤੁਸੀਂ ਕਿਸੇ ਤੋਂ ਕਰਾ ਲਿਓ ਨਾ। ਹਾਂ ਕਿਸੇ ਤੋਂ ਕਰਾ ਲਿਓ ਤੁਸੀਂ ਕਹਿ ਕੇ। ਹਾਂਜੀ ਠੀਕ ਹੈ ਜੀ। ਤੇ ਫਿਰ ਉਹ ਟੈਲੀਫੋਨ ਡਾਕਟਰ ਦਾ ਤੇ ਜਿਹੜਾ ਮੁੜ ਕੇ ਕਰਨਾ? ਹਾਂਜੀ, ਉਹ ਤੁਸੀਂ ਅਕਾਲ ਚੈਨਲ ਤੋਂ ਲੈ ਲਓ ਜੀ। ਅੱਛਾ ਉਹ ਰੱਟ ਚੱਲ। ਠੀਕ। ਥੈਂਕ ਯੂ ਭੈਣ ਜੀ, ਥੈਂਕ ਯੂ। ਦੇਖੋ ਇਸੇ ਕਰਕੇ ਅਸੀਂ ਲੈ ਕੇ ਆਉਂਦੇ ਅਕਾਲ ਚੈਨਲ ਦੇ ਉੱਪਰ ਆਪਣੇ ਰਾਜ ਬੈਂਸ ਪੰਜਾਬੀ ਬੋਲਦੇ, ਸਭ ਕੁਝ ਬੋਲਦੇ, ਇੰਗਲਿਸ਼ ਬੋਲਦੇ ਨੇ। ਤੁਸੀਂ ਕਿਸੇ ਜ਼ਮਾਨ 'ਚ ਵੀ ਗੱਲ ਕਰ ਸਕਦੇ ਹੋ। ਸਿਰਫ ਤੁਹਾਨੂੰ ਫੋਨ ਕਰਨਾ ਆਉਣਾ ਚਾਹੀਦਾ। ਫੋਨ ਕਰਕੇ ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਕਾਲ ਕਰਕੇ ਉਹਨਾਂ ਨਾਲ ਤੁਸੀਂ ਗੱਲ ਕਰੋ, ਤੇ ਡਾਕਟਰ ਜੀ ਨੇ ਬੜੇ ਅੱਛੀ ਤੁਹਾਨੂੰ ਦੱਸਿਆ ਕਿ ਤੁਹਾਡਾ ਇਲਾਜ ਹੈਗਾ, ਹੋ ਸਕਦਾ ਹੈ। ਤੇ ਕੋਸ਼ਿਸ਼ ਹੁੰਦੀ ਹਰ ਦਾ ਇਲਾਜ ਕਰੋ, ਕਿਸੇ ਨੂੰ ਫਰਕ ਪੈਂਦਾ, ਕਿਸੇ ਨੂੰ ਨਹੀਂ ਪੈਂਦਾ। ਆਪਣਾ ਪੋਜ਼ਿਟਿਵ ਸੋਚੋ, ਜ਼ਰੂਰ ਕੁਛ ਨਾ ਕੁਛ ਤੁਹਾਡਾ ਭਲਾ ਹੋਵੇਗਾ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਡਾਕਟਰ ਜੀ ਮੈਨੂੰ ਸਮਝਾਓ, ਮੇਰੀ ਬੜੀ ਹਾਲਤ ਜਦੋਂ ਕੋਈ ਗੱਲ ਕਰਦਾ ਉਹਦੇ ਬਾਰੇ ਹੋਰ ਮੈਨੂੰ ਸਵਾਲ। ਇਹ 5 ਮਿੰਟ ਰਹਿੰਦੇ ਨੇ, ਉਹ ਕਹਿੰਦੇ ਮੇਰੇ ਪਿੱਛੋਂ ਰੇਸ਼ਾ ਦਿਖਦਾ, ਉਹਦਾ ਕੀ ਮਤਲਬ ਹੋਇਆ ਪਿੱਛੋਂ? ਹਾਊ ਡੂ ਦੇ ਨੋ ਦੈਟ? ਹਾਂਜੀ। ਸੋ ਇਹ ਬੜਾ ਕਾਮਨ ਆਪਾਂ ਯੂਜ਼ ਕਰਦੇ ਹਾਂ। ਹਾਂ ਦੈਟਸ ਰਾਈਟ। ਸੋ ਇਹ ਕਹਿੰਦੇ ਪਏ ਬੱਖੀ ਚੋਂ ਆਉਂਦਾ ਹੈ ਨਾ। ਬੱਖੀ ਨੋਰਮਲੀ ਇੱਥੇ ਸਾਈਡ ਹੁੰਦਾ, ਜਿਹੜਾ ਇਹਨੂੰ ਕਹਿੰਦੇ ਹੁੰਦੇ ਬੱਖੀ। ਹਾਂਜੀ। ਤੇ ਇਹ ਕਹਿੰਦੇ ਪਏ ਛਾਤੀ ਕਲੀਅਰ ਆ। ਜਦੋਂ ਨਹੀਂ ਚੈੱਕ ਕੀਤੇ, ਐਕਸਰੇ ਵਗੈਰਾ ਲਏ, ਉਹਦੇ ਵਿੱਚ ਕੋਈ ਸੋਜ ਨਹੀਂ ਹੈਗੀ, ਕੋਈ ਰੇਸ਼ਾ ਨਹੀਂ ਹੈਗੀ, ਕੋਈ ਪ੍ਰੋਬਲਮ ਨਹੀਂ ਹੈਗਾ, ਕੋਈ ਇਨਫੈਕਸ਼ਨ ਹੈ ਨਹੀਂ। ਹਾਂਜੀ। ਸੋ ਇਹਦਾ ਮਤਲਬ ਵੀ ਜਿਹੜੀ ਖਾਣ ਦੀ ਨਾਲੀ ਆ ਨਾ, ਉਹਦੇ ਤੋਂ ਰੀਫਲਕਸ ਹੋ ਰਿਹਾ, ਉੱਤੇ ਨੂੰ ਆ ਰਿਹਾ ਇਹਨਾਂ ਦਾ ਖਾਣਾ ਪੀਣਾ, ਤੇ ਉਹਦੇ ਨਾਲ ਰੇਸ਼ਾ ਬਣ ਰਹੀ ਆ। ਹਾਂਜੀ, ਰੇਸ਼ਾ ਉੱਤੇ ਨੂੰ ਆਉਂਦੀ ਆ, ਤੇ ਫਿਰ ਉਹਦੇ ਨਾਲ ਖੰਘ ਆਉਂਦੀ ਆ। ਇਹ ਐਕਸਪਲੇਨੇਸ਼ਨ ਹੈ ਇਹਦਾ। ਤੇ ਇਹ ਕਿਉਂ ਹੁੰਦਾ ਰਿਫਲੈਕਸ ਦਾ? ਰੀਫਲਕਸ ਇਹ ਹੁੰਦਾ ਵੀ ਸਟਮਕ ਜਿਹੜਾ ਹਾਜ਼ਮਾ ਆ, ਉਹਦਾ ਕੁਛ ਨੁਕਸ ਆ, ਹਾਜ਼ਮਾ ਠੀਕ ਨਹੀਂ ਗਾ, ਤੇ ਉੱਥੇ ਸਟਮਕ ਦੇ ਵਿੱਚ ਇਨਫ ਐਸਿਡ ਨਹੀਂ ਪੈਦਾ ਹੋ ਰਹੀ, ਜਿਹਦੇ ਨਾਲ ਉਹ ਸਾਰਾ ਖਾਣਾ ਜਿਹੜਾ ਪ੍ਰੋਸੈਸ ਹੋ ਸਕੇ। ਤੇ ਉਹ ਐਸਿਡ ਦੀ ਕਮੀ ਦੇ ਨਾਲ ਫਿਰ ਜਿਹੜਾ ਵਾਲਵ ਆ ਸਟਮਕ ਦਾ, ਉਹ ਖੁੱਲ੍ਹਾ ਰਹਿੰਦਾ ਆ। ਹਾਂਜੀ। ਤੇ ਉਹ ਖੁੱਲ੍ਹਾ ਰਹਿਣ ਦੇ ਨਾਲ ਫਿਰ ਉੱਤੇ ਨੂੰ ਵਾਪਸ ਆਉਂਦਾ ਰਹਿੰਦਾ ਹੈ। ਪਰ ਇਹ ਤੁਸੀਂ ਬੜੇ ਪਿਆਰ ਨਾਲ, ਬੜੀ ਅੱਛੀ ਤਰ੍ਹਾਂ ਸਮਝਾ ਦਿੱਤਾ। ਇਹ ਡਾਇਗਨੋਸ ਕਿਉਂ ਨਹੀਂ ਹੁੰਦੀ ਇਹ ਚੀਜ਼? ਡਾਇਗਨੋਜ਼ ਤਾਂ ਹੁੰਦੀ ਆ, ਪਰ ਉਹ ਜਦੋਂ ਚੈੱਕ ਕਰਦੇ ਹਨ, ਉਹ ਕੁਛ ਨਾ ਕੁਛ ਸੀਰੀਅਸ ਲੱਭਦੇ ਹੁੰਦੇ ਆ, ਕਿਉਂਕਿ ਕੈਮਰਾ ਪਾ ਕੇ ਦੇਖਦੇ ਆ ਨਾ ਕੱਟਣ ਵੱਢਣ ਦਾ ਹਿਸਾਬ। ਹਾਂਜੀ ਦੈਟਸ ਰਾਈਟ। ਉਹ ਕੋਈ ਨਾ ਕੋਈ ਸੀਰੀਅਸ ਚੀਜ਼ ਲੱਭਦੇ ਹੁੰਦੇ ਆ, ਵੀ ਕੋਈ ਅਲਸਰ ਤਾਂ ਨਹੀਂ ਹੋਇਆ ਹੈਗਾ। ਹਾਂਜੀ। ਜਾਂ ਕੋਈ ਕੈਂਸਰ ਤਾਂ ਨਹੀਂ ਗਾ। ਹਾਂਜੀ, ਇੱਦਾਂ ਦੀਆਂ ਚੀਜ਼ਾਂ ਲੱਭਦੇ ਆ। ਤੇ ਇਹਨਾਂ ਨੂੰ ਹਲੇ ਮਾਈਲਡ ਰੀਫਲਕਸ ਹੋ ਰਿਹਾ, ਤੇ ਇਹਦਾ ਕੋਈ ਸਿੰਪਟਮ ਉਹਨਾਂ 'ਤੇ ਆਇਆ ਨਹੀਂ, ਉਹਦੇ ਵਿੱਚ ਕੈਮਰੇ ਵਿੱਚ ਕੋਈ ਫਾਈਂਡ ਆਊਟ ਨਹੀਂ ਹੋਇਆ ਉਹਨਾਂ 'ਤੇ। ਡਾਕਟਰ ਜੀ ਵਾਪਸ ਅਸੀਂ ਆਈਏ ਹੁਣ ਉਹਦਾ ਆਪਣੇ ਇਮਿਊਨ ਸਿਸਟਮ ਦੇ ਉੱਪਰ। ਹੁਣ ਮੈਂ ਬੜੀ ਆਪਣੇ ਲੋਕਾਂ ਦੀ ਫਿਤਰਤ ਹੈਗੀ ਹੈ, ਮੈਂ ਬੜਾ ਦੇਖਿਆ ਜਿਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈਗੀ ਹੈ, ਅਗਰ ਉਹ ਸੁਬਾਹ ਗੋਲੀ ਖਾਣੀ ਭੁੱਲ ਕੇ ਕਹਿੰਦੇ ਚੱਲ ਮੈਂ ਹੁਣ 2 ਲੈ ਲੈਂਦਾ, ਜਾਂ ਜਿੱਦਾਂ ਤੁਸੀਂ ਇਮਿਊਨ ਸਿਸਟਮ ਕਹਿੰਦੇ ਹੋ ਕਿ ਹਾਂ ਉਹਦਾ ਕੋਈ ਨੁਕਸਾਨ ਨਹੀਂ ਹੈਗਾ, ਬੜਾ ਕੇਅਰਫੁਲ ਹੋ ਕੇ ਕਹਿਣਾ ਪੈਂਦਾ, ਕਿਉਂਕਿ ਕਈ ਦਫਾ ਬੰਦਾ ਬੜੀ ਗਲਤ ਕਨਸੈਪਟ ਲੈ ਲੈਂਦਾ ਉਹਨੂੰ। ਜੇ ਤੁਸੀਂ ਕਹਿੰਦੇ ਕੋਈ ਨੁਕਸਾਨ ਨਹੀਂ, ਉਹ ਕਹਿੰਦਾ ਚਲੋ ਨੁਕਸਾਨ ਨਹੀਂ, ਮੈਂ ਇਹਨੂੰ ਨਾ ਅੱਜ ਦਬਾ ਕੇ ਪੀ ਲੈਣਾ, ਮੈਂ 2-3 ਗਿਲਾਸ ਲੈ ਲੈਣਾ ਵਿਟਾਮਿਨ ਸੀ ਦੇ, ਡੀ ਦੇ। ਪਰ ਐਕਸੈਸਿਵ ਤਾਂ ਕੋਈ ਨਾ ਕੋਈ ਨੁਕਸਾਨ ਹੁੰਦਾ ਹੋਏਗਾ। ਨਹੀਂ, ਜ਼ਿਆਦਾ ਐਕਸੈਸਿਵ ਵੀ ਰੋਂਗ ਆ। ਰੋਂਗ ਹੈ ਨਾ? ਹਾਂਜੀ, ਜ਼ਿਆਦਾ ਐਕਸੈਸਿਵ ਨਹੀਂ ਵੀ ਰੋਂਗ ਹੈ। ਜੇ ਹੁਣ ਮੈਂ ਕਹਿੰਦਾ ਵੀ ਵਿਟਾਮਿਨ ਸੀ ਜ਼ਿਆਦਾ ਲੈ ਲਓ, ਨੋਰਮਲ ਕਿੰਨਾ ਕੁ ਹੁੰਦਾ ਹੈ, 300 ਮਿਲੀਗ੍ਰਾਮ ਹੋਊਗਾ ਜਾਂ 500 ਮਿਲੀਗ੍ਰਾਮ ਹੋਊਗਾ। ਜ਼ਿਆਦਾ ਮਤਲਬ ਦਾ ਹੈ ਵੀ ਤੁਸੀਂ 1 ਗ੍ਰਾਮ ਲੈ ਲਓ। ਹਾਂਜੀ। ਤੇ ਹੁਣ ਜੇ ਤੁਸੀਂ 20 ਗ੍ਰਾਮ ਲੈ ਲਏ ਵਿਟਾਮਿਨ ਸੀ ਦੇ, ਉਹ ਤਾਂ ਤੁਹਾਨੂੰ ਨੁਕਸਾਨ ਨਹੀਂ ਕਰੇਗਾ। ਨੁਕਸਾਨ ਨਹੀਂ ਕਰੇਗਾ। ਇੱਦਾਂ ਵਿਟਾਮਿਨ ਡੀ ਆ, ਜੇ ਤੁਸੀਂ 1000 ਯੂਨਿਟ ਰੋਜ਼ ਦਾ ਲੈ ਲੈਂਦੇ, 2000 ਲੈ ਲੈਂਦੇ, ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣਾ ਹੈਗਾ।
ਪਰ ਜੇ ਤੁਸੀਂ 50,000 ਯੂਨਿਟ ਰੋਜ਼ ਦਾ ਲੈਣ ਲੱਗ ਪਏ ਤਾਂ ਕੋਈ ਨੁਕਸਾਨ ਤਾਂ ਪਹੁੰਚ ਹੀ ਸਕਦਾ। ਦੇਖੋ ਬੜੀ ਵੱਡੀ ਗੱਲ ਹੈ, ਸਾਨੂੰ ਬੜਾ ਖਿਆਲ ਕਰਨਾ ਪੈਂਦਾ। ਓਨੈਸਟਲੀ ਸਾਡੀ ਜ਼ੁਬਾਨ ਚੋਂ ਕੋਈ ਗੱਲ ਨਿਕਲੀ ਹੋਈ, ਮੇਰੇ ਜਦ ਡਾਕਟਰ ਜੀ ਨੇ ਜਿਹਦਾ ਮੈਂ ਪੁੱਛਿਆ ਸੀ, ਕਹਿੰਦੇ ਮੈਂ ਪੁੱਛਿਆ ਇਹਨਾਂ ਨੂੰ ਕੋਈ ਨੁਕਸਾਨ ਤਾਂ ਨਹੀਂ, ਡਾਕਟਰ ਜੀ ਵੀ ਕਹਿੰਦਾ ਕੋਈ ਨਹੀਂ ਹੈਗਾ, ਫਿਰ ਤੁਸੀਂ ਖੁੱਲ੍ਹ ਕੇ ਲੈਣਾ ਸ਼ੁਰੂ ਕਰ ਦਿਓ। ਪਰ ਇਹ ਨਹੀਂ ਕਿਹਾ ਕਿ ਤੁਸੀਂ ਇੰਨੇ ਯੂਨਿਟ ਲੈ ਸਕਦੇ ਹੋ ਨਾ। ਮੈਂ ਉਹ ਗੱਲ ਕਲੀਅਰ ਕਰਨਾ, ਜਿਹੜੀ ਵੀ ਚੀਜ਼ ਦਾ ਤੁਹਾਨੂੰ ਫਾਇਦਾ ਹੁੰਦਾ ਨਾ, ਕਿਸੇ ਚੀਜ਼ ਦਾ ਵੀ, ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਆ ਅਗਰ ਤੁਸੀਂ ਉਹਨੂੰ ਐਕਸੈਸਿਵਲੀ ਲੈਂਦੇ ਹੋ। ਹਾਂਜੀ ਦੈਟਸ ਰਾਈਟ। ਕੋਈ ਵੀ ਚੀਜ਼ ਆ, ਤੁਸੀਂ ਕੋਈ ਵੀ ਜ਼ਿਆਦਾ ਚੀਜ਼ ਵਰਤਦੇ ਆ, ਬੇਸ਼ੱਕ ਐਲੋਪੈਥਿਕ ਦਵਾਈ ਆ, ਹਾਂਜੀ, ਤੇ ਬੇਸ਼ੱਕ ਕੋਈ ਖੁਰਾਕ ਦੀ ਚੀਜ਼ ਆ, ਤੁਸੀਂ ਜ਼ਿਆਦਾ ਖਾਣਾ ਖਾਈ ਜਾਂਦੇ ਕੋਈ ਨਾ ਕੋਈ ਇੱਕ ਚੀਜ਼, ਉਹਦਾ ਨੁਕਸਾਨ ਤਾਂ ਜ਼ਿਆਦਾ ਖਾਣ ਦਾ ਪਹੁੰਚਣਾ ਹੀ ਆ। ਬਹੁਤ ਬਹੁਤ ਇੰਪੋਰਟੈਂਟ ਹੈ। ਕਿਸੇ ਵੀ ਤਰ੍ਹਾਂ ਦਾ ਤੁਸੀਂ ਇਲਾਜ ਕਰਾਉਂਦੇ ਹੋ, ਹੋਮਿਓਪੈਥ ਕਰਾਉਂਦੇ ਹੋ, ਜੀਪੀ ਦੇ ਥਰੂ ਕਰਾਉਂਦੇ ਹੈਗੇ ਹੋ, ਜਿਹੜੀ ਤੁਹਾਡੀ ਪੁਰਾਣੀ ਮੈਡੀਸਨ ਹੈ ਉਹਨੂੰ ਤੁਸੀਂ ਕੰਟੀਨਿਊ ਰੱਖਣਾ, ਕਿ ਇੱਕ ਦਿਨ ਤੁਸੀਂ ਛੱਡੋਗੇ ਉਹਦਾ ਵੀ ਨੁਕਸਾਨ ਹੋ ਸਕਦਾ। ਡਿਪੈਂਡ ਕਰਦਾ ਕਿਹੜੀ ਤੁਸੀਂ ਮੈਡੀਸਨ ਉੱਪਰ ਤੁਹਾਨੂੰ ਪਾਇਆ ਹੋਇਆ, ਕਿਹੜੀ ਦਵਾਈ ਖਾਂਦੇ ਤੁਸੀਂ। ਪਰ ਜਿਹੜੀ ਬਲੱਡ ਪ੍ਰੈਸ਼ਰ ਦੀ ਖਾਂਦੇ, ਕੋਈ ਡਾਇਬੈਟਿਕਸ ਦੀ ਖਾਂਦੇ ਆ, ਉਹ ਕਦੇ ਵੀ ਤੁਹਾਨੂੰ ਛੱਡਣੀ ਨਹੀਂ ਚਾਹੀਦੀ ਹੈਗੀ, ਰੈਗੂਲਰ ਖਾਣੀ ਚਾਹੀਦੀ, ਜਿੱਦਾਂ ਤੁਹਾਨੂੰ ਦੱਸਿਆ ਹੈ ਵੀ ਤੁਹਾਡੀ ਬਿਮਾਰੀ ਕੰਟਰੋਲ ਵਿੱਚ ਰਵੇ। ਹਾਂਜੀ, ਤੇ ਕਦੇ ਵੀ ਕਿਸੇ ਦੇ ਕਹੇ ਤੇ ਤੁਸੀਂ ਦਵਾਈ ਆਪਣੀ ਬੰਦ ਨਹੀਂ ਕਰਨੀ ਹੈਗੀ, ਕਿਉਂਕਿ ਤੁਹਾਡੀ ਬਿਮਾਰੀ ਫਿਰ ਆਊਟ ਆਫ ਕੰਟਰੋਲ ਹੋ ਜਾਏਗੀ। ਆਊਟ ਆਫ ਕੰਟਰੋਲ ਹੋ ਜਾਏਗੀ, ਤੁਸੀਂ ਹਸਪੀਟਲ ਪਹੁੰਚ ਜਾਣਾ। ਸੋ ਇਹ ਦਵਾਈਆਂ ਜਿਹੜੀਆਂ ਐਲੋਪੈਥਿਕ ਵੀ ਆ, ਇਹ ਚਲੋ ਇਹਨਾਂ ਦੇ ਸਾਈਡ ਇਫੈਕਟ ਹੁੰਦੇ, ਪਰ ਫਿਰ ਵੀ ਇਹ ਤੁਹਾਡੀ ਬਿਮਾਰੀ ਨੂੰ ਕੰਟਰੋਲ ਕਰਕੇ ਰੱਖ ਲਓ। ਇੱਕ ਜੇ ਨਹੀਂ ਫਰਕ ਪੈਂਦਾ, ਜਿਹਦਾ ਜੇ ਨੁਕਸਾਨ ਨਹੀਂ ਹੈਗਾ, ਮੈਂ ਫਿਰ ਕੋਸ਼ਿਸ਼ ਕਰਾਂਗਾ ਕੋਈ ਗਲਤ ਗੱਲ ਨਾ ਹੋ ਜਾਏ ਤਾਂ ਕਿ ਤੁਸੀਂ ਉਹਦਾ ਐਡਵਾਂਟੇਜ ਲੈ ਲਵੋ। ਜੇ ਤੁਸੀਂ ਡਾਈਟ ਦੇ ਉੱਪਰ ਧਿਆਨ ਦਿੰਦੇ, ਉਹਦਾ ਤੁਹਾਨੂੰ ਨੁਕਸਾਨ ਨਹੀਂ ਹੋਏਗਾ। ਹਾਂਜੀ, ਸੋ ਡਾਈਟ ਆਪਣੀ ਹਮੇਸ਼ਾ ਕੇਅਰਫੁਲ ਰੱਖਣੀ, ਕਿਉਂਕਿ ਪਿਛਲੇ ਸਾਲ ਜਦੋਂ ਕਰੋਨਾ ਦੇ ਕੇਸ ਹੋਏ ਆ, ਅਤੇ ਉਦੋਂ ਲੋਕ ਕਹਿੰਦੇ ਸੀ ਅਸੀਂ ਅਦਰਕ ਜ਼ਿਆਦਾ ਖਾਣ ਲੱਗ ਪਏ ਜਾਂ ਲਸਣ ਜ਼ਿਆਦਾ ਖਾਣ ਲੱਗ ਪਏ, ਅਤੇ ਉਹਨੇ ਜ਼ਿਆਦਾ ਖਾ ਕੇ ਆਪ ਨੂੰ ਗਰਮੀ ਕਰ ਲਈ, ਅਤੇ ਉਹਨਾਂ ਦੇ ਕਾਫੀ ਉਹਨਾਂ ਨੂੰ ਇਫੈਕਟਸ ਪਏ, ਅਤੇ ਕਿਸੇ ਦਾ ਹਾਜ਼ਮਾ ਖਰਾਬ ਹੋ ਗਿਆ ਹੈ ਨਾ, ਕਿਸੇ ਦੀ ਡਾਇਰੀਆ ਹੋਣ ਲੱਗ ਪਿਆ ਗਰਮ ਚੀਜ਼ਾਂ ਨਾਲ। ਸੋ ਇੱਥੋਂ ਵੀ ਬਚਣਾ ਚਾਹੀਦਾ। ਥੈਂਕ ਯੂ ਡਾਕਟਰ ਜੀ, ਤੁਹਾਡੀ ਬਹੁਤ ਮਿਹਰਬਾਨੀ। ਤੁਸੀਂ ਆਉਂਦੇ ਹੋ, ਹਮੇਸ਼ਾ ਇੱਦਾਂ ਦਾ ਸ਼ੋਅ ਕਰਦੇ ਹੋ। ਭੈਣ ਜੀ ਦਾ ਕਾਲ ਆਇਆ ਕਿ ਤੁਸੀਂ ਬੜਾ ਇੰਜੋਏ ਕਰਦੇ ਹੋ, ਐਜੂਕੇਸ਼ਨਲ ਪੰਜਾਬੀ 'ਚ ਗੱਲਾਂ ਹੁੰਦੀਆਂ, ਤੁਸੀਂ ਸਭ ਸਮਝਦੇ ਹੋ। ਪਲੀਜ਼ ਇੱਕ ਚੈਨਲ ਨੂੰ ਸਪੋਰਟ ਕਰਿਆ ਕਰੋ, ਇਹ ਪ੍ਰੋਗਰਾਮ ਹਮੇਸ਼ਾ ਦੇਖਿਆ ਕਰੋ, ਬੜਾ ਇਨਫੋਰਮੇਟਿਵ, ਬੜਾ ਐਜੂਕੇਸ਼ਨਲ। ਹਰ ਹਫ਼ਤੇ ਅਸੀਂ ਤੁਹਾਡਾ ਮੁਲਾਕਾਤ ਕਰਾਂਗੇ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਤੁਹਾਡੇ ਨਾਲ ਮੁਲਾਕਾਤ ਹੋਗੀ। ਤਬ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।